ਅੱਛਾ ਦਾ ਮੁੱਦਾ ਹੈਗਾ ਸਮਥਿੰਗ ਟੂ ਡੂ ਵਿਦ ਪੋਲਿਟਿਕਸ। ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ। ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ। ਸਤਿ ਸ਼੍ਰੀ ਅਕਾਲ, ਮੈਂ ਹੰਸਪਾਲ ਜੱਲੀ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਹਾਂ ਦ ਲੇਟ ਸ਼ੋ। ਮੈਂ ਹਮੇਸ਼ਾ ਕਹਿੰਦਾ ਹੁੰਦਾ ਲੇਟ ਸ਼ੋ ਦੇ ਵਿੱਚ ਆਮ ਸੋ ਐਕਸਾਈਟਿਡ ਕਿ ਜਿਹੜੇ ਗੈਸਟ ਮੇਰੇ ਆਉਂਦੇ ਨੇ, ਮੈਂ ਤੁਹਾਨੂੰ ਹਾਲੇ ਨਹੀਂ ਦੱਸਦਾ, ਵੈਰੀ ਇੰਪੋਰਟੈਂਟ ਗੈਸਟ, VIP ਗੈਸਟ ਹੈਗੇ ਮੇਰੇ ਨਾਲ। ਅਸੀਂ ਤਾਂ ਦੋ ਚੀਜ਼ਾਂ 'ਤੇ ਗੱਲ ਕਰਾਂਗੇ। ਇੱਕ ਜਿਹੜਾ ਹੀਥਰੋ 5 ਪਾਉਂਡ ਦਾ ਚਾਰਜ ਇੰਪਲੀਮੈਂਟ ਹੋਇਆ, ਅਤੇ ਦੂਸਰਾ ਜਿਹੜੇ 20 ਮਾਈਲ ਐਨ ਆਰ ਸਪੀਡ ਲਿਮਿਟ ਵੀ ਇੰਪਲੀਮੈਂਟ ਕੀਤੀ ਗਈ ਹੈ। ਸਪੈਸ਼ਲੀ ਜੇ ਮੈਂ ਬੋਰੋਫੀਲਿੰਗ ਦੀ ਗੱਲ ਕਰਾਂ, ਜਿੱਥੇ ਅਸੀਂ ਰਹਿੰਦੇ ਹਾਂ ਉੱਥੇ ਕਾਫੀ ਹੈਵੀਲੀ ਇਹਨਾਂ ਨੇ ਇੰਪਲੀਮੈਂਟ ਕੀਤਾ। ਬਟ ਬਿਫੋਰ ਆਈ ਡੂ ਦੈਟ, ਮੈਂ ਪਹਿਲਾਂ ਕਹਿੰਦਾ ਜਾਵਾਂ ਅੱਜ ਦਾ ਸ਼ੋਅ ਜਿਹੜਾ ਲੇਟ ਸ਼ੋ ਹੈਗਾ, ਆਮ ਸੋ ਹੈਪੀ। ਪਹਿਲਾਂ ਸਭ ਤੋਂ ਆਪਣਾ ਸਰਦਾਰ ਸੁਰਿੰਦਰ ਸਿੰਘ ਕੰਡਾਰੀ ਫਰੋਮ ਦੁਬਈ UAE, ਉਹਨਾਂ ਨੇ ਇਹ ਪ੍ਰੋਗਰਾਮ ਸਪੋਂਸਰ ਕੀਤਾ ਹੈ। ਭਾਜੀ ਥੈਂਕ ਯੂ ਸੋ ਮਚ। ਬਾਕੀ ਸਾਡੀ ਭੈਣ ਬਬਲਸ ਕੰਡਾਰੀ ਦਾ ਬਰਥਡੇ ਅੱਜ, ਅਤੇ ਅੱਜ ਸੁਬਾਹ ਉਹਨਾਂ ਨੇ ਅੰਮ੍ਰਿਤ ਵੇਲੇ ਕੀਰਤਨ ਦੀਵਾਨ ਰੱਖਿਆ ਸੀ ਆਪਣੇ ਗੁਰੂ ਨਾਨਕ ਦਰਬਾਰ ਗੁਰਦੁਆਰਾ ਦੁਬਈ ਦੇ ਵਿੱਚ, ਅਤੇ ਬੜੀ ਰੱਬ ਦੀ ਬਲੈਸਿੰਗ ਲੈ ਕੇ ਇੱਕ ਆਪਣਾ ਜਨਮ ਦਿਨ ਮਨਾਉਣਾ ਬੜੀ ਵੱਡੀ ਗੱਲ ਹੈ। ਇਨਸਾਨ ਜਦੋਂ ਅਸੀਂ ਇੱਦਾਂ ਚੀਜ਼ਾਂ ਨਾਲ ਜੁੜਦੇ ਹਾਂ ਹਮੇਸ਼ਾ ਭਲਾ ਹੁੰਦਾ। ਇੱਕ ਮੇਰੇ ਦਿਮਾਗ 'ਚ ਗੱਲ ਆਉਂਦੀ ਹੈ, ਅਸੀਂ ਹਮੇਸ਼ਾ ਕਹਿੰਦੇ ਹਾਂ ਸਕਸੈਸਫੁਲ ਆਦਮੀ ਦੇ ਪਿੱਛੇ ਇੱਕ ਔਰਤ ਦਾ ਹੱਥ ਹੁੰਦਾ, ਪਰ ਇੱਥੇ ਮੈਂ ਵੀ ਕਹਾਂਗਾ ਬਬਲਸ, ਮੈਂ ਤੁਹਾਨੂੰ ਇੱਦਾਂ ਨਹੀਂ ਕਹਿੰਦਾ ਕਿ ਤੁਸੀਂ ਵੀ ਨਹੀਂ ਹੈਗਾ, ਲੇਕਿਨ ਤੁਹਾਡੇ ਵੀ ਪਿੱਛੇ ਇੱਕ ਆਦਮੀ ਦਾ ਹੱਥ ਹੈਗਾ, ਔਰ ਤੁਸੀਂ ਹਸਬੈਂਡ ਵਾਈਫ ਦੋਨੇ ਇੱਕ ਰੋਲ ਮਾਡਲ ਹੋ ਸਾਰੀ ਦੁਨੀਆ ਲਈ। ਐਂਡ ਪੀਪਲ ਆਰ ਸੋ ਹੈਪੀ ਟੂ ਸੀ ਕਿ ਜੋ ਤੁਸੀਂ ਦੁਬਈ 'ਚ ਕਰਦੇ, ਸਿੱਖਾਂ ਦਾ ਨਾਮ ਰੋਸ਼ਨ ਹੋ ਰਿਹਾ ਵਰਲਡ ਵਾਈਡ। ਥੈਂਕ ਯੂ ਸੋ ਮਚ। ਮੈਂ ਤੁਹਾਨੂੰ ਲੱਖ ਵਧਾਈ ਦਿੰਦਾ ਤੁਹਾਡੇ ਜਨਮ ਦਿਨ ਦੀ, ਔਰ ਹਮੇਸ਼ਾ ਪ੍ਰੇ ਕਰਦੇ ਕਿ ਰੱਬ ਤੁਹਾਨੂੰ ਲੰਮੀ ਉਮਰ ਦੇਵੇ, ਤੁਸੀਂ ਇੱਦਾਂ ਹੀ ਆਪਣੀ ਸਿੱਖ ਕਮਿਊਨਿਟੀ ਦਾ ਨਾਮ ਰੋਸ਼ਨ ਕਰੋ। ਥੈਂਕ ਯੂ ਜੀ, ਵੈਰੀ ਹੈਪੀ ਬਰਥਡੇ। ਚਲੋ ਹੁਣ ਮੈਂ ਤੁਹਾਨੂੰ ਬਹੁਤੀ ਦੇਰ ਨਹੀਂ ਰੱਖਦਾ, ਅਤੇ ਆਪਣੇ ਜਿਹੜੇ ਗੈਸਟ ਹੈਗੇ ਆ, ਮੇਰਾ ਬੈਠੇ ਮੇਰਾ ਦਿਮਾਗ ਚੱਲਣਾ ਸ਼ੁਰੂ ਹੋ ਜਾਣਾ ਜਦੋਂ ਸ਼ੋਅ ਹੁੰਦਾ ਨਾ। ਜਦੋਂ ਨਹੀਂ ਤੁਹਾਡਾ ਫੋਨ ਹੁੰਦਾ ਐਰੋਪਲੇਨ ਮੋਡ 'ਚ ਚਲੇ ਜਾਂਦਾ ਹੈ। ਜਦੋਂ ਤੁਹਾਡੀ ਕਾਰ ਟੁੱਟਦੀ ਹੈ ਅਤੇ ਤੁਸੀਂ ਮਕੈਨਿਕ ਪਾਸ ਜਾਂਦੇ ਹੋ, ਤੁਹਾਡੇ ਕੋਈ ਬਿਲਡਿੰਗ ਦਾ ਵਰਕ ਚਾਹੀਦਾ, ਤੁਸੀਂ ਬਿਲਡਰ ਮੰਗਾਉਂਦੇ ਹੋ। ਅੱਛਾ ਦਾ ਮੁੱਦਾ ਹੈਗਾ ਸਮਥਿੰਗ ਟੂ ਡੂ ਵਿਦ ਪੋਲੀਟਿਕਸ ਵੀ ਹੈਗਾ, ਕਿਉਂਕਿ ਜਿਹੜੇ ਰੂਲਸ ਐਂਡ ਰੈਗੂਲੇਸ਼ਨ ਬਣਦੇ ਨੇ ਗਵਰਨਮੈਂਟ ਬਣਾਉਂਦੀ ਹੈ, ਅਤੇ ਉਹਦੇ ਕਰਕੇ ਮੈਂ ਰਾਈਟ ਬੰਦਾ ਲੈ ਕੇ ਆਇਆ। ਨਾ ਤਾਂ ਉਹ ਮਕੈਨਿਕ ਹੈ, ਨਾ ਤਾਂ ਉਹ ਬਿਲਡਰ ਹੈ। VIP ਸਰਦਾਰ MP ਧਰਮਨ ਸਿੰਘ ਢੇਸੀ। ਭਾਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਖੁਸ਼ੀ ਹੋਈ ਸਰਦਾਰ ਪਾਲ ਸਿੰਘ ਜੀ, ਇੱਕ ਦਫਾ ਫਿਰ ਬਹੁਤ ਚਿਰ ਬਾਅਦ ਇੱਥੇ ਅਕਾਲ ਚੈਨਲ ਦੇ ਸਟੂਡੀਓ ਆਉਣ ਦਾ ਸੁਭਾਗ ਪ੍ਰਾਪਤ ਹੋਇਆ ਆ। ਤਾਂ ਤੁਹਾਡਾ ਬਹੁਤ ਤੁਹਾਡਾ ਧੰਨਵਾਦ। ਨਾਲੇ ਤੁਹਾਡਾ ਸਰਦਾਰ ਸੁਖਦੇਵ ਸਿੰਘ ਹੁਣਾਂ ਦਾ ਇੱਥੇ ਸਟੂਡੀਓ ਦੇ ਵਿੱਚ, ਅਤੇ ਜਿਹੜੀ ਵਡਮੁੱਲੀ ਸੇਵਾ ਜਿਹੜੀ ਕੂਨਰ ਸਾਹਿਬ ਅਤੇ ਤੁਹਾਡੀ ਤਮਾਮ ਟੀਮ, ਜਿਹੜਾ ਸਰਦਾਰ ਜਗਜੀਤ ਸਿੰਘ ਜੀ, ਸਾਰੀ ਜਿੰਨੀ ਵੀ ਟੀਮ ਆ, ਪਰਮਾਤਮਾ ਤੁਹਾਨੂੰ ਹੋਰ ਬਲ ਉੱਦਮ ਬਖਸ਼ੇ। ਜਿਸ ਤਰੀਕੇ ਨਾਲ ਤੁਸੀਂ ਸੇਵਾ ਕਰ ਰਹੇ ਹੋ ਸਿੱਖ ਭਾਈਚਾਰੇ ਦੀ, ਪੰਜਾਬੀ ਭਾਈਚਾਰੇ ਦੀ, ਤੁਸੀਂ ਸਮੇਂ 'ਤੇ ਜਿਹੜੇ ਭਖਦੇ ਮਸਲੇ ਆ ਉਹਨਾਂ ਦੇ ਬਾਰੇ ਜਿਹੜਾ ਵਿਚਾਰ ਵਟਾਂਦਰਾ ਕਰਦੇ ਰਹਿੰਦੇ ਹੋ। ਬਹੁਤ ਤੁਹਾਨੂੰ ਵਧਾਈ ਹੋਵੇ। ਦੇਖੋ, ਜਦੋਂ ਸਾਡੇ ਨਾਲ ਸਾਡੇ ਭਰਾ ਬੈਠੇ ਨੇ, ਜਿਹੜਾ ਸਾਨੂੰ ਪਤਾ ਇੱਕ ਸ਼ੇਅਰ ਬਣ ਕੇ ਪਾਰਲੀਮੈਂਟ 'ਚ ਬੈਠਦਾ, ਅਤੇ ਸਾਡੇ 'ਚ ਵੀ ਹਿੰਮਤ ਆ ਜਾਂਦੀ ਚਲੋ ਸਾਡੇ 'ਚ ਹਿੰਮਤ ਆ ਜਾਂਦੀ ਹੈ। ਇਹ ਦੇਖੋ, ਬਹੁਤ ਧੰਨਵਾਦ ਤੁਹਾਡਾ ਸਰਦਾਰ ਪਾਲ ਸਿੰਘ ਜੀ। ਦੇਖੋ, ਪਾਰਲੀਮੈਂਟ ਦੇ ਵਿੱਚ ਜੇ ਤੁਸੀਂ ਭੇਜਿਆ ਆ ਇਹ ਬੰਦਾ, ਹੁਣ ਤੁਸੀਂ ਉੱਥੇ ਗਿਣਤੀ ਪੂਰੀ ਕਰਨ ਨੂੰ ਤਾਂ ਨਹੀਂ ਭੇਜਿਆ। ਬਿਲਕੁਲ, ਇਹ ਤਾਂ ਆ ਕਿ ਜੇ ਸਿੰਘ ਉੱਥੇ ਕੋਈ ਗਿਆ ਆ ਤਾਂ ਐਨ ਗਰਜੂਗਾ। ਤਾਂ ਇਹ ਲੋਕਾਂ ਨੂੰ ਅਹਿਸਾਸ ਹੋਣਾ ਚਾਹੀਦਾ ਵੀ ਜੇ ਸਰਦਾਰ ਆਪਣੇ ਉੱਥੇ ਕੋਈ ਗਿਆ ਆ, ਕੋਈ ਪੰਜਾਬੀ ਉੱਥੇ ਖੜ੍ਹਾ ਆ, ਤਾਂ ਇਹ ਆਪਣੇ ਬਲਬੂਤੇ 'ਤੇ ਤਾਂ ਨਾਲੇ ਕੁਛ ਯੋਗਦਾਨ ਪਾਊਗੇ, ਜਿਹੜਾ ਦੇਸ਼ ਦੀ ਤਰੱਕੀ ਦੇ ਲਈ ਵੀ ਕੁਛ ਯੋਗਦਾਨ ਪਾਊਗੇ। ਸੋ ਮੈਨੂੰ ਜਿਹੜੀਆਂ ਉਹ ਆਸਾਂ ਦਾ ਅਹਿਸਾਸ ਜਿਹੜਾ ਹੁੰਦਾ ਆ, ਲੋਕਾਂ ਦੀਆਂ ਵੀ ਖੁਆਇਸ਼ਾਂ ਆ ਕਿ ਜੇ ਉੱਥੇ ਨੁਮਾਇੰਦਗੀ ਸਾਡੀ ਹੋ ਰਹੀ ਹੈ ਤਾਂ ਉਹ ਵਧੀਆ ਤਰੀਕੇ ਨਾਲ ਹੋਵੇ। ਸੋ ਗਰਜਣਾ ਮੇਰਾ ਫਰਜ਼ ਹੈ, ਤਾਂ ਅੱਗੇ ਤੋਂ ਵੀ ਗਰਜਦੇ ਰਹੂੰਗੇ। ਪਰ ਮੈਂ ਨਾ ਤੁਹਾਨੂੰ ਔਨ ਏਅਰ ਓਫੀਸ਼ੀਅਲੀ ਅੱਜ ਮੈਂ ਤੁਹਾਨੂੰ ਨਾ ਫੀਡਬੈਕ ਦੇ ਦੇਣਾ, ਕਿਉਂਕਿ ਚੈਨਲ ਨਾਲ ਜੁੜਦੇ ਤੇ ਬੜੀ ਯਾਰ ਦੋਸਤ ਮਿਲਦੇ ਨੇ, ਕੋਈ ਫੋਨ ਕਰਦੇ ਨੇ, ਗੱਲਾਂ ਬਾਤਾਂ ਹੁੰਦੇ ਨੇ, ਹਰ ਤਰ੍ਹਾਂ ਦੇ ਪੋਲੀਟਿਕਸ ਦੀਆਂ ਗੱਲਾਂ ਤਾਂ ਆਮ ਹੁੰਦੀਆਂ ਜਿੱਥੇ ਵੀ ਗਰੁੱਪ ਬੈਠਦਾ, ਅਤੇ ਤੁਹਾਡੀ ਹਮੇਸ਼ਾ ਨਾ ਐਵਰੀ ਟਾਈਮ ਇਟਸ ਨਾਈਸ ਟੂ ਨੋ, ਕਿਉਂਕਿ ਪਤਾ ਹੋਣਾ ਚਾਹੀਦਾ ਕਿ ਲੋਕ ਮੇਰੇ ਬਾਰੇ ਕੀ ਸੋਚਦੇ ਨੇ। ਉਹਦੇ ਨਾਲ ਬੰਦੇ ਨੂੰ ਜਾਂ ਡਿਸਪਾਇੰਟ ਹੁੰਦਾ ਜਾਂ ਹਿੰਮਤ ਆ ਜਾਂਦੀ ਹੈ। ਜੀ ਭਾਜੀ, ਜਿਨ੍ਹਾਂ ਨੇ ਵੀ ਤੁਹਾਨੂੰ ਹੈਲਪ ਕੀਤੀ ਜਦੋਂ ਤੁਸੀਂ ਆਪਣੀ ਕੈਂਪਿੰਗ ਵਗੈਰਾ ਕਰਦੇ ਸੀਗੇ, ਜਦੋਂ ਤੁਸੀਂ ਖੜੇ ਹੋ ਸਿਰਫ ਫॉर ਐਨ MP, ਐਂਡ ਐਵਰੀਬਾਡੀ ਸੋ ਪਲੀਜ਼ ਕਿ ਜਦੋਂ ਚੁਣਦੇ ਉਦੋਂ ਪਤਾ ਨਹੀਂ ਹੁੰਦਾ ਕਿ ਰਾਈਟ ਬੰਦਾ ਕਿ ਨਹੀਂ ਹੈਗਾ। ਸਮਝ ਗਏ ਨਾ? ਉਹ ਤੇ ਰੰਗ ਜਿਹੜਾ ਤੁਸੀਂ ਦਿਖਾਣਾ ਬਾਅਦ 'ਚ ਦਿਖਾ ਰਹੇ ਹੋ। ਸੋ ਮੈਂ ਤੁਹਾਨੂੰ ਕੰਪਲੀਮੈਂਟ ਦਿੰਦਾ ਕਿ ਆਲ ਦਾ ਪੀਪਲ ਜਿਹੜੇ ਵੀ ਤੁਹਾਨੂੰ ਸਪੋਰਟ ਕਰਦੇ ਸੀ, ਦੇ ਆਰ ਓਵਰਵੈਲਮਡ ਕਿ ਜੋ ਤੁਸੀਂ ਉੱਥੇ ਬੰਦਾ ਬਿਠਾਇਆ ਕਿ ਸਹੀ ਬੰਦਾ ਹੈਗਾ। ਬਹੁਤ ਧੰਨਵਾਦ ਜੀ ਭਾਈ ਸਾਹਿਬ। ਦੇਖੋ, ਸਲੋਹ ਦੇ ਜਿਹੜੇ ਨਗਰ ਨਿਵਾਸੀ ਆ, ਜਿਨ੍ਹਾਂ ਨੇ ਵੋਟਾਂ ਪਾ ਕੇ ਉਦੋਂ ਕਾਮਯਾਬੀ ਬਖਸ਼ੀ, ਅਤੇ ਜਿਹੜੇ ਦੂਰ ਦਰਾਡੇ ਤੋਂ ਵੀ, ਇੱਥੋਂ ਈਲਿੰਗ ਤੋਂ, ਸਾਊਥ ਹਾਲ ਤੋਂ, ਬਰਮਿੰਘਮ ਤੋਂ, ਗ੍ਰੇਵਜ਼ਨ ਤੋਂ, ਹੋਰ ਕਈ ਇਲਾਕਿਆਂ ਤੋਂ ਲੋਕੀ ਉੱਥੇ ਸਲੋਹ ਦੇ ਵਿੱਚ ਵੀ ਆਏ ਕੰਪੇਨ ਕਰਨ।
ਤਾਂ ਮੈਂ ਉਹਨਾਂ ਦਾ ਤਾਂ ਮੈਂ ਦੇਣਾ ਨਹੀਂ ਦੇ ਸਕਦਾ। ਇਸ ਜਿੰਨੇ ਵੀ ਵਿਅਕਤੀ ਸੀਗੇ ਉਹਨਾਂ ਨੂੰ ਮੈਂ ਜਿਹੜੇ ਵਾਅਦੇ ਵੀ ਕੀਤੇ ਸੀਗੇ ਉਦੋਂ 4-5 ਸਾਲ ਪਹਿਲਾਂ ਕਿ ਇਸ ਤਰੀਕੇ ਨਾਲ ਮੈਂ ਸੇਵਾ ਨਿਭਾਊਂਗਾ, ਜਿੱਦਾਂ ਮੈਂ ਪਹਿਲਾਂ ਕਾਉਂਸਲਰ ਹੋਣ ਦੇ ਨਾਤੇ, ਮੈਂ ਜਿੱਦਾਂ ਮੇਅਰ ਹੋਣ ਦੇ ਨਾਤੇ ਜਦੋਂ ਸੇਵਾ ਨਿਭਾਈ ਸੀ, ਉਸ ਤਰੀਕੇ ਨਾਲ ਮੈਂ ਵਧੀਆ ਤਰੀਕੇ ਨਾਲ ਮਿਹਨਤ ਕਰਦਾ ਰਹੂੰਗਾ ਅਤੇ ਜਿਹੜੇ ਸਮੇਂ-ਸਮੇਂ 'ਤੇ ਜੋ ਵੀ ਬਣਦੀ ਕਾਰਵਾਈ ਹੋਊਗੀ ਉਹ ਮੈਂ ਜ਼ਰੂਰ ਕਰੂੰਗਾ। ਅਤੇ ਜਿਹੜਾ ਤੁਸੀਂ ਇਹ ਜੋ ਵਧੀਆ ਸ਼ਬਦਾਵਲੀ ਲੋਕਾਂ ਵੱਲੋਂ ਆਈ ਆ, ਬਹੁਤ-ਬਹੁਤ ਉਹਨਾਂ ਦਾ ਵੀ ਧੰਨਵਾਦ। ਅਤੇ ਜਿੰਨੇ ਵੀ ਤੁਸੀਂ ਹੈਗੇ ਆ ਵੀ ਤੁਹਾਡੇ ਪਿਆਰ ਅਤੇ ਆਸ਼ੀਰਵਾਦ ਸਦਕਾ ਹੀ ਮੈਨੂੰ ਹੌਸਲਾ ਅਫਜ਼ਾਈ ਜ਼ਰੂਰ ਹੁੰਦੀ ਆ, ਇਹ ਤਾਂ ਇਹਦੇ ਵਿੱਚ ਕੋਈ ਸ਼ੱਕ ਨਹੀਂ ਗੀ। So I'm very, very grateful to all of the good people, especially Akal Channel viewers, for their love and support। ਤਾਂ ਮੈਂ ਇਹੀ ਆਸ ਕਰ ਸਕਦਾ ਹਾਂ ਕਿ ਮੈਂ ਤੁਹਾਡੀਆਂ ਜਿਹੜੀਆਂ ਆਸਾਂ ਉਮੀਦਾਂ 'ਤੇ ਮੈਂ ਖਰਾ ਉਤਰੂੰਗਾ। ਅਸੀਂ ਸਾਡਾ ਮੁੱਦਾ 'ਤੇ ਗੱਲ ਕਰਾਂਗੇ, ਲੇਕਿਨ ਇਹ ਵੀ ਇੰਪੋਰਟੈਂਟ ਹੋ ਗਿਆ ਬੜਾ, ਜਿੱਦਾਂ ਦੱਸਿਆ ਆਪਣੇ ਭਾਜੀ ਤਰਨ ਢੇਸੀ ਨੇ ਕਿ ਬੜੀ ਦੇਰ ਬਾਅਦ ਮਿਲੇ ਨੇ, ਤਕਰੀਬਨ 1.25 ਸਾਲ 1.5 ਸਾਲ ਹੋ ਗਿਆ। ਨਹੀਂ ਤੇ ਆਮ ਅਕਾਲ ਚੈਨਲ ਨੇ ਹਮੇਸ਼ਾ ਸਪੋਰਟ ਕਰਦੇ ਨੇ, ਕੋਈ ਵੀ ਮੁੱਦਾ ਹੁੰਦਾ ਅਸੀਂ ਲੈ ਕੇ ਆਉਂਦੇ ਹਾਂ। ਅਤੇ ਦੇਖੋ ਇੰਨੇ ਬਿਜ਼ੀ ਹੁੰਦੇ ਨੇ ਪਾਰਲੀਮੈਂਟ, ਫਿਰ ਵੀ ਟਾਈਮ ਕੱਢ ਕੇ ਨਾ ਜਿੱਦਾਂ ਅੱਜ ਪਹੁੰਚੇ ਨੇ, ਤਾਂ ਮੈਂ ਇਹਨਾਂ ਦਾ ਰੀਅਲੀ ਸ਼ੁਕਰਾਨਾ ਕਰਦਾ ਕਿ ਸਾਨੂੰ ਹਮੇਸ਼ਾ ਜਦੋਂ ਵੀ ਆਵਾਜ਼ ਮਾਰੀਏ ਹੈਲਪ ਕਰਦੇ ਨੇ। ਮੈਂ ਇੱਕ ਤੁਹਾਨੂੰ ਸਵਾਲ ਲਾਸਟਲਾ ਪੁੱਛਾਂਗਾ, ਹੁਣ ਜਿਹੜੇ ਪਾਰਲੀਮੈਂਟ ਤੁਸੀਂ ਬੈਠਦੇ ਹੋ, ਜਦੋਂ ਬੰਦਾ ਦੇਖੋ ਕਿਸੇ ਜੌਬ 'ਚ ਨਵਾਂ ਹੁੰਦਾ ਤਾਂ ਥੋੜ੍ਹੀ ਜਿਹੀ ਦਿੱਕਤ ਹੁੰਦੀ ਹੈ ਨਾ ਬੰਦੇ ਨੂੰ, ਕੌਨਫੀਡੈਂਸ ਘੱਟ ਹੁੰਦਾ ਕਿਉਂਕਿ ਮੈਂ ਨਵਾਂ ਆਇਆ, ਮੈਂ ਇਹਨਾਂ 'ਚ ਬੈਠਾ। ਤੁਸੀਂ ਤਕਰੀਬਨ ਜੇ ਮੈਂ ਕਹਾਂ day 1 ਫਸਟ ਵੀਕ ਔਰ ਦਾ ਫਸਟ ਮੰਥ ਤੁਸੀਂ ਅੱਖਾਂ ਪਾ ਕੇ ਆਪਣੇ ਪ੍ਰਾਈਮ ਮਿਨਿਸਟਰ ਨੂੰ ਚੈਲੰਜ ਕੀਤਾ, ਅਤੇ ਉਹ ਚੀਜ਼ ਦੇ ਜਿਹੜੇ ਤੁਸੀਂ ਪਹਿਲਾਂ ਉਹ ਬੰਬ ਸਿੱਟਿਆ ਨੇ, ਅਤੇ ਉਹਨੇ ਤੁਹਾਡਾ ਬਹੁਤ ਨਾਮ ਬਣਾਇਆ ਸੀ। ਮੈਨੂੰ ਯਾਦ ਹੈ ਮੈਂ ਕਲਿੱਪ ਦੇਖਿਆ ਸੀ ਉਹ। ਜੀ ਦੇਖੋ ਭਾਈ ਸਾਹਿਬ, ਜਿਹੜੀ ਇਹ ਪਰਮਾਤਮਾ ਵੱਲੋਂ ਹਰ ਇੱਕ ਦੇ ਲਈ ਵੱਖਰਾ ਅਲੱਗ ਰਸਤਾ ਚੁਣਿਆ ਹੁੰਦਾ ਆ, ਹਰ ਇੱਕ ਦੇ ਵਿੱਚ ਕੋਈ ਗੁਣ ਜਾਂ ਔਗਣ ਹੁੰਦੇ ਨੇ। ਇਹ ਮੈਂ ਸਮਝਦਾ ਕਿ ਪਰਮਾਤਮਾ ਦੀ ਕਿਰਪਾ ਆ ਕਿ ਜਦੋਂ ਜਿਹੜੀ ਗੱਲਾਂ ਦਾ ਮੈਂ ਇਜ਼ਹਾਰ ਕਰਨਾ ਚਾਹੁੰਦਾ ਹੁੰਦਾ ਆ, ਉਹ ਰੱਬ ਦੀ ਮਿਹਰ ਨਾਲ ਉਹ ਜ਼ੁਬਾਨ ਜੋ ਦਿਮਾਗ ਦੇ ਵਿੱਚ ਹੁੰਦਾ ਉਹ ਜ਼ੁਬਾਨ 'ਤੇ ਆ ਜਾਂਦਾ ਆ। ਕਿਉਂਕਿ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਪਾਰਲੀਮੈਂਟ ਦੇ ਵਿੱਚ ਤਾਂ ਵੱਡਿਆਂ ਦੇ ਹੱਥ ਵੀ ਕੰਬਣ ਲੱਗ ਪੈਂਦੇ, ਉੱਥੇ ਉਹ ਮਾਹੌਲ ਹੀ ਕੁਛ ਇਹੋ ਜਿਹਾ ਹੁੰਦਾ, ਉਹ TV 'ਤੇ ਲੱਗਦਾ ਹੁੰਦਾ ਵੀ ਬਹੁਤ ਵੱਡਾ ਆ, ਸਪੈਸ਼ਲੀ ਸਰਦਾਰ ਸਭਾ ਲੱਗ ਕੇ ਉੱਥੇ ਬੈਠਾ ਉੱਥੇ। ਸੋ ਉਹ ਜਦੋਂ ਲੱਗਦਾ ਵੱਡਾ ਹੁੰਦਾ, ਪਰ ਜਦੋਂ ਤੁਸੀਂ ਉੱਥੇ ਮੌਜੂਦ ਹੁੰਦੇ ਆ, ਜੋ ਤਕਰੀਬਨ 500-600 MP ਉਹਦੇ ਇਰਦ ਗਿਰਦ ਹੁੰਦੇ, ਜੇ ਤੁਹਾਡੇ ਕੋਈ ਵੀ ਇੱਕ ਗਲਤੀ ਹੋ ਜਾਂਦੀ ਤਾਂ ਇੱਕੋ ਦਮ ਹੀ ਤੁਹਾਡੇ ਤੇ ਬਾਕੀ ਹਾਵੀ ਹੋ ਜਾਂਦੇ ਨੇ, ਉਹ ਛੇਤੀ ਪਕੜੀ ਜਾਂਦੀ ਹੈ। ਸੋ ਮੈਂ ਸਮਝਦਾ ਕਿ ਇੱਕ ਤਾਂ ਚਲੋ ਪਰਮਾਤਮਾ ਦੀ ਕਿਰਪਾ, ਇੱਕ ਨਾਲੇ ਜਿਹੜਾ ਤਜਰਬਾ ਸੀ ਵੀ ਮੈਂਬਰ ਆਫ ਪਾਰਲੀਮੈਂਟ, ਸਲੋ ਦੇ ਮੈਂਬਰ ਆਫ ਪਾਰਲੀਮੈਂਟ ਹੋਣ ਤੋਂ ਪਹਿਲਾਂ ਮੈਨੂੰ 1 ਦਹਾਕਾ ਪਹਿਲਾਂ ਕਾਉਂਸਲਰ ਵਜੋਂ ਵੀ ਸੇਵਾ ਕਰਨ ਦਾ ਮੌਕਾ ਮਿਲਿਆ ਸੀ। ਬਿਲਕੁਲ। ਸੋ ਚਾਹੇ ਉਹ ਅਲੱਗ-ਅਲੱਗ ਸਮਾਜਿਕ ਤੌਰ 'ਤੇ, ਜੋ ਧਾਰਮਿਕ ਤੌਰ 'ਤੇ ਵੀ, ਜਿਹੜੇ ਗੁਰੂ ਘਰ ਦੇ ਵਿੱਚ ਵੀ ਜਦੋਂ ਸਟੇਜ ਕੋਈ ਹੁੰਦੀ ਸੀ ਉੱਥੇ ਵੀ ਮੈਂ ਜਿਹੜਾ ਸਾਡੇ ਲੇਬਰ ਪਾਰਟੀ ਦੇ ਬਾਰੇ ਜਾਂ ਜਿਹੜੇ ਸਾਡੀਆਂ ਨੀਤੀਆਂ ਸੀ, ਜਦੋਂ ਮੈਂ ਮੇਅਰ ਵਜੋਂ ਵੀ ਸੇਵਾ ਨਿਭਾਈ, ਅਲੱਗ-ਅਲੱਗ ਭਾਈਚਾਰੇ ਦੇ ਵਿੱਚ ਹਰ ਇੱਕ ਜਿਹੜਾ ਧੰਨਵਾਦ ਕਰਨਾ ਜਾਂ ਉਹਨਾਂ ਦੇ ਸਮਾਗਮਾਂ ਦੇ ਵਿੱਚ ਸ਼ਿਰਕਤ ਕਰਨ ਦੇ ਵੇਲੇ, ਉਹਦੇ ਵਿੱਚ ਮੈਂ ਸਮਝਦਾ ਕਿ ਜਿਹੜਾ ਤਜਰਬਾ ਉਹ ਅਨਮੋਲ ਸੀ। ਸੋ ਉਹਦੇ ਵਿੱਚ ਮੇਰਾ ਜਿਹੜਾ ਆਪਣਾ ਆਤਮ ਵਿਸ਼ਵਾਸ, ਜਿਹੜਾ ਸੈਲਫ ਕੌਨਫੀਡੈਂਸ ਵੀ ਸੀ, ਉੱਥੇ ਪਾਰਲੀਮੈਂਟ ਦੇ ਵਿੱਚ ਖੜ੍ਹੇ ਹੋ ਕੇ ਤਾਂ ਮੈਂ ਆਪਣੀ ਗੱਲ ਆਖ ਸਕਿਆ। ਅਤੇ ਮੈਨੂੰ ਦੇਖੋ ਸਿੰਘਾਂ ਦਾ ਤਾਂ ਕੰਮ ਹੁੰਦਾ ਵੀ ਬੇਖੌਫ ਨਿਡਰ ਹੋ ਕੇ ਤੁਸੀਂ ਡਟ ਕੇ ਆਪਣੀ ਗੱਲ ਜਿਹੜੀ ਕਰਨੀ ਆ, ਅਤੇ ਨਾਲੇ ਸਿਰਫ ਆਪਣੇ ਲਈ ਨਹੀਂ ਖੜਨਾ, ਬਾਕੀਆਂ ਲਈ ਵੀ ਖੜਨਾ, ਜਿਹੜਾ ਸਰਬੱਤ ਦੇ ਭਲੇ ਦਾ, ਜਿਹੜਾ ਆਪਾਂ ਨੂੰ ਜੋ ਗੁਰੂ ਸਾਹਿਬ ਨੂੰ ਜਿਹੜਾ ਦਰਸਾਇਆ ਹੋਇਆ ਜਿਹੜਾ ਮਾਰਗ ਆ, ਉਹ 'ਤੇ ਚੱਲਣਾ ਵੀ ਬਹੁਤ ਜ਼ਰੂਰੀ, ਤਾਂ ਕਿ ਆਪਾਂ ਜਿਹੜੀ ਭਾਈਚਾਰਕ ਸਾਂਝ ਆ, ਜਿਹੜੇ ਚਾਹੇ ਹਿੰਦੂ ਨੇ, ਮੁਸਲਮਾਨ ਨੇ, ਸਿੱਖ ਨੇ, ਈਸਾਈ ਨੇ, ਚਾਹੇ ਕਿਸੇ ਵੀ ਭਾਈਚਾਰੇ ਨਾਲ ਉਹ ਸੰਬੰਧਿਤ ਹੋਣ, ਉਹਨਾਂ ਦੀ ਵੀ ਆਵਾਜ਼ ਬਣਨਾ ਬੇਹੱਦ ਜ਼ਰੂਰੀ ਹੈ। ਤਾਂ ਮੈਂ ਤਾਂ ਸਿਰਫ ਜਿਹੜੇ ਗੁਰੂ ਸਾਹਿਬ ਦੇ ਜਿਹੜੇ ਦਰਸਾਏ ਹੋਏ ਮਾਰਗ 'ਤੇ ਚੱਲਦਾ ਹਾਂ। ਅਤੇ ਨਾਲੇ ਦੇਖੋ ਜਿਹੜਾ ਪਿਆਰ ਦਾ ਮਾਰਗ ਹੁੰਦਾ ਹੈ, ਇਹ ਅਕਸਰ ਮੁਸ਼ਕਿਲ ਹੁੰਦਾ ਆ ਕਿ ਜਦੋਂ ਆਪਾਂ ਕਿਸੇ ਨੂੰ ਜੋੜਨਾ ਆ, ਤੋੜਨ ਨੂੰ ਤਾਂ 2 ਮਿੰਟ ਨਹੀਂ ਲੱਗਦੇ ਇੱਥੇ, ਉਹ ਕੰਮ ਆਸਾਨ ਹੁੰਦਾ, ਜਿਹੜਾ ਜੋੜਨ ਵਾਲਾ ਹੁੰਦਾ ਉਹ ਕੰਮ ਮੁਸ਼ਕਿਲ ਹੁੰਦਾ ਹੈ। ਸੋ ਮੇਰਾ ਜਿਹੜਾ ਫਰਜ਼ ਸੀਗਾ ਵੀ ਜਦੋਂ ਕੋਈ ਸਿੱਖਾਂ ਨਾਲ ਵਿਤਕਰਾ ਹੁੰਦਾ ਹੈ ਜਾਂ ਸਾਡੀ ਜਿਹੜੇ ਸਰਦਾਰੀ ਨਾਲ, ਪਗੜੀ ਦੇ ਨਾਲ ਕੋਈ ਵਿਤਕਰਾ ਹੁੰਦਾ ਆ, ਉਹਦੇ ਬਾਰੇ ਵੀ ਮੈਂ ਡਟ ਕੇ ਬੋਲਿਆ। ਅਤੇ ਜਦੋਂ ਜਿਹੜਾ ਤੁਸੀਂ ਪ੍ਰਧਾਨ ਮੰਤਰੀ ਦਾ ਜ਼ਿਕਰ ਕੀਤਾ, ਉਹ ਵੀ ਮੈਂ ਐਨ ਪੂਰਾ ਆੜੇ ਹੱਥ ਲਿਆ ਵੀ ਇਹ ਕਿਸੇ ਦਾ ਕੋਈ ਇਹ ਕਿਸੇ ਵੀ ਹੱਦ ਤੱਕ ਤੁਸੀਂ ਇੰਨੀ ਮਾੜੀ ਸ਼ਬਦਾਵਲੀ ਕਿਸੇ ਹੋਰ ਲਈ ਵਰਤਣਾ ਬਹੁਤ ਹੀ ਨਿੰਦਣਯੋਗ ਆ ਕਿ ਉਹਨਾਂ ਨੇ ਜਿਹੜੇ ਮੁਸਲਿਮ ਔਰਤਾਂ ਲਈ ਜੋ ਸ਼ਬਦਾਵਲੀ ਵਰਤੀ ਸੀ। ਮੈਂ ਕਿਹਾ ਇਹ ਦੇਖੋ, ਐਸੀ ਭਾਵਾਂ ਜੇ ਹੁਣ ਮੈਂ ਫੈਸਲਾ ਲੈਂਦਾ ਵੀ ਮੈਂ ਪੱਗ ਬੰਨਣੀ ਆ, ਜੇ ਕਿਸੇ ਹੋਰ ਨਹੀਂ ਬਣੀ, ਇਹ ਮੇਰੀ ਆਪਣੀ ਰਾਏ ਆ। ਕੋਈ ਕੀ ਪਹਿਨੇ ਜਾਂ ਨਾ ਪਹਿਨੇ, ਇਹ ਹਰ ਇੱਕ ਦਾ ਆਪਣਾ ਹੱਕ ਆ। ਬਿਲਕੁਲ। ਖਾਸ ਤੌਰ 'ਤੇ ਇੱਕ ਜਮਹੂਰੀਅਤ ਦੇ ਵਿੱਚ, ਇੱਕ ਡੈਮੋਕ੍ਰੇਸੀ, ਇੱਕ ਲੋਕਤੰਤਰ ਦੇ ਵਿੱਚ। ਅਤੇ ਉਹਦੇ ਦੌਰਾਨ ਜੇ ਤੁਸੀਂ ਕਿਸੇ ਲਈ ਇੰਨੀ ਮਾੜੀ ਸ਼ਬਦਾਵਲੀ ਵਰਤਦੇ ਆ ਜਿਹਦੇ ਨਾਲ ਉਹਨਾਂ ਦੇ ਖਿਲਾਫ ਨਫ਼ਰਤ ਵੱਧਦੀ ਆ,
ਤਾਂ ਇਹ ਸ਼ੋਭਾ ਨਹੀਂ ਦਿੰਦਾ ਕਿਸੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ, ਚਾਹੇ ਉਹ ਮਸਲਾ ਆ, ਚਾਹੇ ਜਦੋਂ ਵੀ ਦੇਸ਼ ਦੇ ਪ੍ਰਧਾਨ ਮੰਤਰੀ ਨੇ ਕੁਝ ਗਲਤ ਆਖਿਆ ਤਾਂ ਜਿਹੜਾ ਲੋਕਾਂ ਨੂੰ ਗੁੰਮਰਾਹ ਕੀਤਾ ਆ ਉਹ ਵੀ ਬੇਨਕਾਬ ਕਰਨਾ ਮੇਰਾ ਫਰਜ਼ ਬਣਦਾ ਹੈ। ਸੋ ਇਹ ਬਾਕੀ ਦੇਖੋ ਮੈਂ ਸਮੇਂ-ਸਮੇਂ 'ਤੇ ਅਕਾਲ ਚੈਨਲ ਵੀ ਆਉਂਦਾ ਰਹਿੰਦਾ ਆ, ਕਿਉਂਕਿ ਮੈਂ ਚਾਹੁੰਦਾ ਹਾਂ ਕਿ ਜਦੋਂ ਜ਼ਿਕਰ ਕੀਤਾ ਕਿ ਮੈਂ ਚਾਹੁੰਦਾ ਵੀ ਇਹ ਨਹੀਂ ਵੀ ਸਿਰਫ ਹੁਣ ਜੇ ਉਹ ਰਾਸ਼ਟਰੀ ਜਾਂ ਅੰਤਰਰਾਸ਼ਟਰੀ ਪੱਧਰ ਦਾ ਜਿਹੜਾ ਮੰਚ ਮਿਲਿਆ, ਜਿਹੜਾ ਪਲੇਟਫਾਰਮ ਮਿਲਿਆ ਹੈ ਪਾਰਲੀਮੈਂਟ ਦਾ, ਇਹ ਨਹੀਂ ਵੀ ਮੈਂ ਸਿਰਫ ਜਿਹੜੇ ਨੈਸ਼ਨਲ ਜਾਂ ਇੰਟਰਨੈਸ਼ਨਲ ਚੈਨਲ ਉਹਨਾਂ ਦੇ ਨਾਲ ਕਰਾਂ। ਹੁਣ ਤਾਂ ਮੇਰਾ ਫਰਜ਼ ਬਣਦਾ ਵੀ ਜਿਹੜੇ ਪੰਜਾਬੀ ਤਾਂ ਸਿੱਖੀ ਦੇ ਲਈ ਵੀ ਜਿਹੜੀ ਸੇਵਾ ਕਰਦੇ ਨੇ, ਜਿਵੇਂ ਤੁਸੀਂ ਇੱਥੇ ਅਕਾਲ ਚੈਨਲ ਦੇ ਵਿੱਚ ਕਰਦੇ ਹੋ, ਵੀ ਉਹ ਆਪਣਾ ਪਿੱਛਾ ਨਹੀਂ ਕਦੇ ਭੁੱਲਣਾ ਚਾਹੀਦਾ। ਸਾਡਾ ਜਿਹੜਾ ਜੜ ਆ ਉਹ ਤੁਹਾਡੇ ਸਾਰਿਆਂ ਦੇ ਨਾਲ ਜੁੜੀ ਹੋਈ ਆ। ਮੈਂ ਤਾਂ ਤੁਹਾਡੀ ਹੋਣ ਤੋਂ ਜਦੋਂ ਚੈਨਲ ਸ਼ੁਰੂ ਹੋਇਆ ਉਦੋਂ ਤੋਂ ਹੀ ਸ਼ੋਅ ਕਰਦਾ ਆਇਆ ਹਾਂ ਅਤੇ ਅੱਗੇ ਤੋਂ ਵੀ ਕਰਦਾ ਰਹੂੰਗਾ। ਮੈਂ ਚਾਹੇ ਸਮਾਂ ਘੱਟ ਹੁਣ ਪਹਿਲਾਂ ਵਾਂਗ ਨਹੀਂ ਹੈਗਾ, ਪਰ ਜਿੰਨਾ ਥੋੜ੍ਹਾ ਬਹੁਤਾ ਜ਼ਿੰਮੇਵਾਰੀ ਜ਼ਿਆਦਾ ਹੋ ਗਈ ਨਾ ਹੁਣ ਵਕਤ ਕੱਢ ਕੇ ਮੈਂ ਜ਼ਰੂਰ ਆਉਣਾ ਚਾਹੁੰਦਾ ਹਾਂ, ਕਰਕੇ ਸਰਦਾਰ ਪਾਲ ਸਿੰਘ ਜੀ ਦੇਖੋ ਇਹ ਬਹੁਤ ਜ਼ਰੂਰੀ ਆ ਕਿ ਭਾਈਚਾਰੇ ਦੇ ਵਿੱਚ ਉਹਨਾਂ ਨੂੰ ਅਹਿਸਾਸ ਹੋਵੇ ਕਿ ਤੁਸੀਂ ਕੀ ਸੇਵਾ ਨਿਭਾ ਰਹੇ ਹੋ। ਤਾਂ ਜਿਹੜਾ ਮੇਰਾ ਵੀ ਜਿਹੜਾ ਫਰਜ਼ ਬਣਦਾ ਆ ਕਿ ਇੱਕ ਜਿਹੜਾ ਪੰਜਾਬੀ ਜ਼ੁਬਾਨ ਦੇ ਵਿੱਚ ਵੀ ਲੋਕਾਂ ਦੇ ਨਾਲ ਉਹ ਤਾਲਮੇਲ ਕਰਨਾ, ਤਾਂ ਕਿ ਉਹਨਾਂ ਨੂੰ ਵੀ ਪਤਾ ਲੱਗੇ ਵੀ ਸਾਡੇ ਮਸਲਿਆਂ 'ਤੇ ਵੀ ਕੋਈ ਪੈਰਵੀ ਕਰ ਰਿਹਾ ਜਾਂ ਨਹੀਂ ਕਰ ਰਿਹਾ। ਸੋ ਇਹ ਬਹੁਤ ਜ਼ਰੂਰੀ ਹੈ। ਨਾਲੇ ਹੁਣ ਤਾਂ ਰੱਬ ਦੀ ਮਿਹਰ ਨਾਲ ਤੁਸੀਂ ਸਿਰਫ ਇੱਥੇ ਰਾਸ਼ਟਰੀ ਨਹੀਂ, ਤੁਸੀਂ ਤਾਂ ਅੰਤਰਰਾਸ਼ਟਰੀ ਤੌਰ 'ਤੇ ਹੁਣ ਸਾਰੇ ਪਾਸੇ ਤੁਹਾਡਾ ਫੈਲਾਅ ਹੋਇਆ ਹੈ। ਸ਼ੁਰੂਆਤ 'ਚ ਦੱਸ ਕੇ ਹਟਿਆ ਕਿ ਓਨੈਸਟਲੀ ਜਦੋਂ ਪਤਾ ਸਾਡੀ ਯਾਰੀ ਦੋਸਤੀ ਸਾਨੂੰ ਬੈਕਅਪ ਤੁਹਾਡੀ ਹੈਗੀ ਹੈ, ਜਿੱਦਾਂ ਤੁਸੀਂ ਕਿਹਾ ਫਰਮ ਡੇ 1 ਤੋਂ ਤੁਸੀਂ ਅਕਾਲ ਚੈਨਲ ਨਾਲ ਜੁੜੇ, ਬੜੀ ਹਿੰਮਤ ਹੋ ਜਾਂਦੀ ਹੈ। ਓਨੈਸਟਲੀ ਬੜਾ ਫਰਕ ਪੈਂਦਾ ਹੈ। ਉਹ ਕਹਿੰਦੇ ਹੁੰਦੇ ਨੇ ਕਿ ਜਦੋਂ ਤੁਸੀਂ ਊਂਠਾਂ ਵਾਲਿਆਂ ਦਾ ਦੋਸਤੀ ਰੱਖਦੇ ਹੋ, ਦਰਵਾਜ਼ੇ ਵੱਡੇ ਕਰਨੇ ਪੈਂਦੇ ਨੇ। ਉਸ ਹਿਸਾਬ ਨਾਲ ਅਸੀਂ ਦੁਨੀਆ 'ਤੇ ਦੂਰ ਦੂਰ ਜਾਂਦੇ ਹਾਂ ਤਾਂ ਕਿ ਜੋ ਸਿੱਖ ਅਸੀਂ UK ਪਾਰਲੀਮੈਂਟ 'ਚ ਬਿਠਾਇਆ ਸਾਡਾ ਸ਼ੇਰ, ਅਤੇ ਸਿਰਫ ਨਾ ਕਿਤੇ ਪੋਲੀਟਿਕਸ ਨੂੰ ਆਪਣੇ ਮੁੱਦਿਆਂ ਨੂੰ ਕਵਰ ਕਰਦੇ ਨੇ, ਇੱਕ ਕਮਿਊਨਿਟੀ ਨੂੰ ਰਿਪਰੈਜ਼ੈਂਟ ਕਰਦੇ ਨੇ, ਨਾ ਕਿ ਸਿਰਫ ਸਿੱਖਾਂ ਨੂੰ, ਸਾਰੀ ਏਸ਼ੀਅਨ ਕਮਿਊਨਿਟੀ ਨੂੰ, ਕਿਉਂਕਿ ਜਿੱਥੇ ਇਹਨਾਂ ਦਾ ਰਹਿੰਦੇ ਨੇ ਉਹ ਡਿਫਰੈਂਟ ਵਾਈਡਰ ਕਮਿਊਨਿਟੀ ਹੈਗੇ, ਸਾਰਿਆਂ ਨੇ ਸਪੋਰਟ ਕੀਤਾ ਜਦੋਂ ਇਲੈਕਸ਼ਨ ਸੀਗਾ। ਚਲੋ ਮੈਨੂੰ ਨਾ ਬੜੀ ਲਾਲਚ ਹੈ ਕਿਉਂਕਿ ਮੇਰੇ ਹੱਥ ਹੈ ਨੇ, ਮੈਨੂੰ ਦਾ ਅੱਜ ਬਹੁਤ ਫਾਇਦਾ ਉਠਾਉਣਾ ਹੈ। ਅਤੇ ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਜਿਹੜੀ 20 ਮਾਈਲ ਐਨ ਆਰ ਸਪੀਡ ਲਿਮਿਟ। ਬੜੇ ਰਿਸਰਚ ਕਰਨਾ ਪੈਂਦਾ, ਲੇਕਿਨ ਨਾ ਕਈ ਦਫਾ ਉਹ ਜਿਹੜੀ ਮੇਰਾ ਸਕ੍ਰਿਪਟ ਆ ਮੈਨੂੰ ਪੜ੍ਹਨ ਦੀ ਲੋੜ ਨਹੀਂ ਪੈਂਦੀ। ਜਿੱਦਾਂ ਧਰਮਤੇਸ਼ ਨੇ ਦੱਸਿਆ, ਜਦੋਂ ਇਹ ਪਾਰਲੀਮੈਂਟ 'ਚ ਜਾਂਦੇ ਨੇ ਨਾ, ਇਹਨਾਂ ਦਾ ਜਿਹੜਾ ਮਾਈਂਡ ਹੈ ਨਾ ਉਹ ਕਿਤੇ ਹੋਰ ਹੀ ਪਹੁੰਚ ਜਾਂਦਾ ਹੈ, ਬੰਦਾ ਪ੍ਰੋਪਰ ਫੋਕਸ ਹੋ ਜਾਂਦਾ ਹੈ। ਉਸੇ ਤਰ੍ਹਾਂ ਮੇਰਾ ਸਟੂਡੀਓ ਸੇਮ ਹਿਸਾਬ ਹੈਗਾ। ਮੈਂ ਥੋੜ੍ਹਾ ਬੁਲਟ ਪੁਆਇੰਟ ਦੇਖਾਂਗਾ, ਲੇਕਿਨ ਮੇਰੇ ਦਿਮਾਗ 'ਚ ਉਹ ਗੱਲਾਂ ਆ ਜਾਂਦੀਆਂ ਨੇ ਜਿਹੜੀਆਂ ਮੁੰਡਿਆਂ ਨੇ ਨਾ, ਜਿੱਦਾਂ ਕਿ ਮੈਂ ਬੜਾ ਰਿਸਰਚ ਕੀਤਾ। ਪਹਿਲੀ ਗੱਲ ਤਾਂ ਇੱਕ ਜਿਹੜੀ ਹੈਗੀ ਹੈ ਪੁਲਿਸ ਐਸੋਸੀਏਸ਼ਨ ਹੈਗੀ, ਚੀਫ ਐਸੋਸੀਏਸ਼ਨ, ਉਹਨਾਂ ਦੀ ਰਿਸਪੌਂਸਿਬਿਲਿਟੀ ਸਪੀਡ ਲਿਮਿਟ ਇੰਪਲੀਮੈਂਟ ਕਰਨੀ ਕੰਟਰੀ ਦੇ ਵਿੱਚ। ਦੂਸਰੀ ਹੈਗੀ ਕਿ ਜਿਹੜੇ ਬੋਰੋ ਹੈਗੇ ਨਾ, ਉਹ ਆਪਣੇ ਬੋਰੋ 'ਚ ਆਪਣੇ ਤਰੀਕੇ ਨਾਲ ਕਰ ਸਕਦੇ ਨੇ। ਹੁਣ ਜੇ ਮੈਂ ਗੱਲ ਕਰਾਂਗਾ ਸਾਊਥੋਂ ਦੀ, ਜਿੱਥੇ ਅਸੀਂ ਰੈਜ਼ੀਡੈਂਸ ਹੈਗੇ, ਜਿੱਥੇ ਸਾਡਾ ਸਟੂਡੀਓ ਹੈ, ਜਿਹੜੇ ਉਹਨਾਂ ਨੇ ਲਫ਼ਜ਼ ਕਿਹਾ ਸੀਗਾ ਕਿ ਇਹ ਕੀਤੀ ਜਾਏਗੀ ਜਿਹੜਾ ਹੈਵੀਲੀ ਰੈਜ਼ੀਡੈਂਸ਼ੀਅਲ ਏਰੀਆ ਹੋਏਗਾ, ਰੀਅਲੀ ਹੈਵੀਲੀ ਹਾਈ ਸਟਰੀਟ ਦੇ ਉੱਪਰ ਜਿਹੜੀ ਮੇਨ ਰੋਡ ਹੈਗੀ ਹੈ, ਜਾਂ ਸਕੂਲ ਦੇ ਕੋਲ। ਪਰ ਇਹਨਾਂ ਨੇ ਆਲ ਰਾਊਂਡ ਸਾਊਥ ਦੇ ਵਿੱਚ ਤਕਰੀਬਨ ਐਵਰੀਵੇਅਰ 20 ਦੀ ਕਰ ਦਿੱਤੀ ਹੈ। ਹੁਣ ਇਹਦੇ ਵਿੱਚ ਕਹਿੰਦੇ ਨੇ ਕਿ ਫਰਟੈਲਿਟੀ ਦਾ ਜਿਹੜਾ ਰੇਟ ਘੱਟ ਹੋ ਜਾਏਗਾ, ਲੇਕਿਨ ਜਦੋਂ 30 ਸੀਗੀ ਤਾਂ ਮੈਨੂੰ ਲੱਗਦਾ ਨਹੀਂ ਕਿ ਉਹਦੇ 'ਚ ਫਰਕ ਪਿਆ ਡਿਫਰੈਂਟ ਦੇ ਵਿੱਚ 5 ਮਾਈਲ ਦੇ ਵਿੱਚ। ਜੀ ਦੇਖੋ ਜੀ ਸਰਦਾਰ ਪਾਲ ਸਿੰਘ ਜੀ, ਤੁਸੀਂ ਮੈਨੂੰ ਪਤਾ ਤੁਸੀਂ ਵੀ ਖੋਜ ਕਰਕੇ ਜਦੋਂ ਆਪਣਾ ਪ੍ਰੋਗਰਾਮ ਪੇਸ਼ ਕਰਦੇ ਆ, ਇੱਦਾਂ ਹੀ ਮੇਰਾ ਵੀ ਫਰਜ਼ ਇਹੀ ਹੁੰਦਾ ਜਦੋਂ ਮੈਂ ਪਾਰਲੀਮੈਂਟ ਦੇ ਵਿੱਚ ਵੀ ਹੁੰਦਾ ਵੀ ਉਸ ਗੱਲ 'ਤੇ ਉਦੋਂ ਹੀ ਜ਼ਿਕਰ ਕੋਈ ਕਰੋ ਜਦੋਂ ਉਹਦੇ ਬਾਰੇ ਖੋਜ ਕੀਤੀ ਹੋਏ, ਤਾਂ ਕਿ ਜਿਹੜਾ ਤੁਸੀਂ ਕੁਛ ਜਦੋਂ ਉਸ ਜਵਾਬ ਦੇ ਸਕੋ ਡਿਬੇਟ ਦੇ ਵਿੱਚ ਜਦੋਂ ਤੁਸੀਂ ਹਿੱਸਾ ਲੈਣਾ ਆ ਉਸ ਬਹਿਸ ਦੇ ਵਿੱਚ, ਤਾਂ ਉਹ ਕੁਛ ਤੁਸੀਂ ਵਧੀਆ ਉਸ ਦੇ ਵਿੱਚ ਯੋਗਦਾਨ ਪਾਓ। ਦੇਖੋ ਜਿੱਥੇ ਤੱਕ ਇਹ ਜਿਹੜੇ ਗੱਡੀਆਂ ਦੀ ਜਿਹੜਾ ਕਾਰਾਂ ਦੀ ਰਫ਼ਤਾਰ ਹੁੰਦੀ ਆ, ਚਾਹੇ ਉਹ 20 ਮੀਲ ਹੋਣ ਚਾਹੇ 30 ਜਾਂ 40, ਇਹ ਤੁਸੀਂ ਬਿਲਕੁਲ ਸਹੀ ਆਖਿਆ ਕਿ ਉਹਦੇ ਵਿੱਚ ਕਈ ਜਿਹੜੀਆਂ ਸੰਸਥਾਵਾਂ ਦਾ ਰੋਲ ਹੁੰਦਾ ਆ। ਇੱਕ ਹੈਗਾ ਤਾਂ ਇਹ ਕਾਊਂਸਲ ਦੇ ਅਧੀਨ ਜਿਹੜਾ ਮਸਲਾ ਹੁੰਦਾ, ਇਹ ਪਾਰਲੀਮੈਂਟ ਦੇ ਅਧੀਨ ਨਹੀਂ ਹੁੰਦਾ ਵੀ ਇੱਕ ਜਿਹੜਾ ਕੋਈ ਵੀ ਬੜਾ ਹੈਗਾ ਆ, ਕੋਈ ਵੀ ਜਿੱਦਾਂ ਆਪਾਂ ਪੰਜਾਬੀ 'ਚ ਕਹਿੰਦੇ ਤਹਿਸੀਲ ਆ ਜਾਂ ਜ਼ਿਲ੍ਹਾ ਆ, ਉਹ ਉਹਨਾਂ ਦੀ ਆਪਣੀ ਜ਼ਿੰਮੇਵਾਰੀ ਹੁੰਦੀ ਹੈ ਵੀ ਉਹ ਆਪਣੇ ਤੌਰ ਤਰੀਕੇ ਨਾਲ ਨਿਯਮ ਤੈਅ ਕਰ ਸਕਦੇ ਹੁੰਦੇ ਨੇ। ਸੋ ਜੋ ਮੈਨੂੰ ਕਾਊਂਸਲਰ ਦੇ ਵੱਲੋਂ ਇਹ ਪਤਾ ਵੀ ਇੱਕ ਤਾਂ ਤੁਸੀਂ ਪੁਲਿਸ ਦੀ ਰਾਏ ਕੀ ਹੁੰਦੀ ਆ, ਵੀ ਲੋਕਲ ਪੁਲਿਸ ਉਹ ਕੀ ਕਹਿ ਰਹੀ ਆ, ਕਿ ਉਹ ਸਿਹਤ ਪੱਖੋਂ ਤਾਂ ਲੋਕਾਂ ਦੀ ਜਿਹੜੀ ਸੇਫਟੀ ਦੇ ਪੱਖੋਂ, ਸੁਰੱਖਿਆ ਪੱਖੋਂ ਉਹਨਾਂ ਦੀ ਕੀ ਰਾਏ ਆ। ਸੋ ਉਹ ਵੀ ਲਿਖਤੀ ਰੂਪ ਦੇ ਵਿੱਚ ਆਉਂਦੀ ਹੁੰਦੀ ਆ। ਇਸ ਦੇ ਨਾਲ ਜਿਹੜੇ ਰੈਜ਼ੀਡੈਂਟਸ ਗਰੁੱਪ ਹੁੰਦੇ ਨੇ, ਜਿਹੜੇ ਵਸਨੀਕ ਨੇ
ਹਰ ਇੱਕ ਅਲੱਗ-ਅਲੱਗ ਸੜਕ 'ਤੇ ਜਾਂ ਨੇਬਰਹੁੱਡ 'ਤੇ ਉਹਨਾਂ ਦੀ ਅਲੱਗ ਆਪਣੀ ਰਾਏ ਹੁੰਦੀ ਆ, ਉਹਨੂੰ ਵੀ ਉਹ 'ਤੇ ਵੀ ਬਹੁਤ ਗੌਰ ਫਰਮਾਉਂਦੇ ਹੁੰਦੇ ਜਿਹੜੇ ਕਾਉਂਸਲਰ ਨੇ। ਜਦੋਂ ਮੈਂ ਵੀ ਜਿਹਦੇ ਤਾਂ ਮੈਂ ਜ਼ਿਕਰ ਕੀਤਾ ਕਿ 10 ਸਾਲ ਜਦੋਂ ਕਾਉਂਸਲਰ ਵਜੋਂ ਸੇਵਾ ਨਿਭਾਈ, ਉਦੋਂ ਵੀ ਸਾਨੂੰ ਹਰ ਇੱਕ ਸੜਕ 'ਤੇ ਹੁੰਦਾ ਸੀਗਾ, ਆਹ ਸੜਕ ਚਾਹੁੰਦੀ ਆ ਵਨ ਵੇ ਸਿਸਟਮ, ਆਹ ਇੱਥੇ ਪਰਮਿਟ ਸਿਸਟਮ ਚਾਹੁੰਦੇ ਆ, ਆਹ ਇੱਥੇ ਆਹ ਚਾਹੁੰਦੇ ਆ, ਆਹ ਇੱਥੇ ਰੋਡ ਹੰਪਸ ਵੀ ਜਿਹੜੇ ਸਪੀਡ ਬ੍ਰੇਕਰ ਹੁੰਦੇ ਆ ਵੀ ਇਹ ਚਾਹੁੰਦੇ ਨੇ, ਇਹ ਇੱਥੇ ਚਾਹੁੰਦੇ ਨੇ ਵੀ ਸਪੀਡ ਲਿਮਿਟ ਵਧਾਉਣਾ, ਇਹ ਇੱਥੇ ਚਾਹੁੰਦੇ ਨੇ ਸਪੀਡ ਲਿਮਿਟ ਘਟਾਉਣਾ। ਸੋ ਇਹ ਉਹਨਾਂ ਸਾਰੀਆਂ ਚੀਜ਼ਾਂ ਨੂੰ ਮੁੱਖ ਰੱਖਦੇ ਹੋਏ ਫਿਰ ਫੈਸਲੇ ਲਏ ਜਾਂਦੇ ਨੇ। ਜਿੱਥੇ ਤੱਕ 20 ਮੀਲ ਦੀ ਗੱਲ ਹੈ, ਇਹ ਸਿਰਫ ਇੱਥੇ ਤੁਹਾਡੇ ਈਲਿੰਗ ਜਾਂ ਸਾਊਥ ਹਾਲ 'ਚ ਨਹੀਂ, ਇਹ ਸਲੋ ਦੇ ਵਿੱਚ ਪਰ ਇਹ ਦੇਸ਼ ਭਰ ਦੇ ਵਿੱਚ ਬਿਲਕੁਲ ਇਸ ਨੂੰ ਤਰਜੀਹ ਦਿੱਤੀ ਗਈ ਹੈ। ਕਿਉਂਕਿ ਜਿਵੇਂ ਤੁਸੀਂ ਆਖਿਆ, ਦੇਖੋ ਜਦੋਂ 40 ਮੀਲ 'ਤੇ ਕੋਈ ਗੱਡੀ ਜਾਂਦੀ ਹੋਵੇ ਤਾਂ ਉਹਦਾ ਐਕਸੀਡੈਂਟ ਹੋ ਜਾਵੇ ਤਾਂ ਉਹ ਜ਼ਿਆਦਾ ਘਾਤਕ ਹੋ ਸਕਦਾ ਹੁੰਦਾ ਨਾ 30 ਮੀਲ ਨਾਲੋਂ। ਜਿਹੜਾ 30 ਮੀਲ ਤਾਂ 20 ਮੀਲ ਦੇ ਵਿਚਕਾਰ ਉਹਦਾ ਵੀ ਬਹੁਤ ਫਰਕ ਆ ਕਿ ਜੇ ਜਿੱਥੇ ਸੰਘਣੀ ਆਬਾਦੀ ਹੋਵੇ, ਹੁਣ ਚਾਹੇ ਤੁਸੀਂ ਦੇਖਿਆ ਹੋਣਾ ਇਹ ਸਿਰਫ ਇੱਥੇ ਈਲਿੰਗ ਵਿੱਚ ਨਹੀਂ, ਇਹ ਲੰਡਨ ਦੇ ਵਿੱਚ ਵੀ, ਜਦੋਂ ਸੈਂਟਰਲ ਲੰਡਨ ਵੀ ਆ ਜਿੱਥੇ ਕਈ ਵਾਰੀ ਸੜਕਾਂ ਚੌੜੀਆਂ ਵੀ ਹੁੰਦੀਆਂ ਨੇ ਅਤੇ ਉੱਥੇ ਵੀ ਕਈ ਦਫਾ ਇਹ 20 ਮੀਲ ਦਾ ਜਿਹੜਾ ਲਿਮਿਟ ਉਹ ਆ ਜਾਂਦਾ ਹੁੰਦਾ ਆ। ਸੋ ਇਹ ਸਾਰੀਆਂ ਚੀਜ਼ਾਂ ਨੂੰ ਮੁੱਖ ਰੱਖਦੇ ਹੋਏ ਫਿਰ ਫੈਸਲਾ ਲਿਆ ਜਾਂਦਾ। ਪਰ 20 ਅਤੇ 30 ਮੀਲ ਦੇ ਵਿਚਕਾਰ ਜਿਹੜਾ ਸੁਰੱਖਿਆ ਦਾ, ਜਿਹੜਾ ਸੇਫਟੀ ਦਾ ਜਿਹੜਾ ਹੈਗਾ ਬਹੁਤ ਵੱਡਾ ਫਰਕ ਆ। ਜਿਵੇਂ 30 ਅਤੇ 40 ਦੇ ਵਿਚਕਾਰ ਬਹੁਤ ਫਰਕ ਆ। ਪਰ ਅਕਸਰ ਇੱਦਾਂ ਹੁੰਦਾ ਵੀ ਹੁਣ ਮੇਰੇ ਵਰਗਾ ਆ ਇੱਥੇ ਈਲਿੰਗ ਦੇ ਵਿੱਚ ਜਾਂ ਸਾਊਥ ਹਾਲ ਦੇ ਵਿੱਚ ਆਉਣਾ, ਆਪਾਂ ਨੂੰ ਕਈ ਦਫਾ ਆਪਾਂ ਚਾਹੁੰਦੇ ਹੁੰਦੇ ਆ ਵੀ 20 ਦੀ ਬਜਾਏ 30 ਜਾਂ 40 ਹੋਵੇ। ਪਰ ਜਿਹੜੇ ਉਹ ਸੜਕ 'ਤੇ ਰਹਿ ਰਹੇ ਹੁੰਦੇ ਨੇ ਲੋਕ, ਉਹਨਾਂ ਦੀ ਰਾਏ ਕਾਉਂਸਲ ਲਈ ਜ਼ਿਆਦਾ ਅਹਿਮੀਅਤ ਦਿੰਦੀ ਹੈ, ਨਾ ਕਿ ਸਾਡੇ ਜਿਹੜੇ ਬਾਹਰ ਵਾਲੇ ਜਿਹੜੇ ਬਾਹਰੋਂ ਆਉਂਦੇ ਆ ਉਹਨਾਂ ਦੀ ਰਾਏ ਨੂੰ ਤਰਜੀਹ ਨਹੀਂ ਦਿੱਤੀ ਜਾਂਦੀ। ਉਹ ਜਿਹੜੇ ਵਸਨੀਕ ਹੁੰਦੇ ਨੇ, ਸੋ ਅਕਸਰ ਇੱਦਾਂ ਹੀ ਹੁੰਦਾ ਆ ਵੀ ਜਿੱਥੇ ਸੰਘਣੀ ਆਬਾਦੀ ਹੁੰਦੀ ਆ ਉਹ ਪਰਮਿਟ ਸਿਸਟਮ ਵੀ ਉੱਥੇ ਹੁੰਦੇ ਆ। ਜੇ ਉਹਨਾਂ ਜਿਹੜੇ ਉਸ ਸੜਕ ਦੇ ਨਿਵਾਸੀ ਨੇ ਉਹਨਾਂ ਨੂੰ ਜੇ ਕਾਰ ਖੜੀ ਕਰਨ ਲਈ ਜਗ੍ਹਾ ਨਾ ਮਿਲਦੀ ਹੋਵੇ ਤਾਂ ਅਕਸਰ ਇੱਦਾਂ ਹੁੰਦਾ ਵੀ ਉਹ ਕਹਿ ਦਿੰਦੇ ਨੇ ਵੀ ਸਾਨੂੰ ਇੱਥੇ ਪਰਮਿਟ ਸਿਸਟਮ ਇੱਥੇ ਚਾਹੀਦਾ। ਕਿ ਉਹ ਜਦੋਂ ਸ਼ਿਕਾਇਤ ਕਰਦੇ ਨੇ ਕਾਉਂਸਲ ਨੂੰ ਵੀ ਸਾਡੇ ਇੱਥੇ ਗੱਡੀ ਖੜੀ ਕਰਨ ਲਈ ਜਗ੍ਹਾ ਨਹੀਂ ਹੈਗੀ, ਸੋ ਉਹਦਾ ਵੀ ਅਸਰ ਪੈਂਦਾ ਹੈ। ਅਤੇ ਹੁਣ ਜਿਹੜਾ ਹੁਣ 20 ਮਾਈਲ ਦਾ ਹੈਗਾ, ਦ ਮੇਨ ਰੀਜ਼ਨ ਇੱਧਰ ਇਹ ਦੱਸਿਆ ਗਿਆ ਕਿਉਂਕਿ ਫਰਟੈਲਿਟੀ ਰੇਟ ਘੱਟ ਹੋਵੇ। ਇਟਸ ਨੋਟ ਟੂ ਲੌਂਗ। ਐਕਚੁਅਲੀ ਇਹਨਾਂ ਨੇ ਜਦੋਂ ਸਭ ਤੋਂ ਪਹਿਲਾਂ ਇਹਨਾਂ ਨੇ ਕੀਤਾ ਸੀਗਾ ਨਾ, I had written them somewhere in 1991 to 1999, first time 20 ਮਾਈਲ ਇਹਨਾਂ ਨੇ ਇੰਟਰੋਡਿਊਸ ਕੀਤੀ ਸੀਗੀ ਤਕਰੀਬਨ 450 ਰੋਡਸ ਦੇ ਉੱਪਰ ਥਰੂ ਆਊਟ UK ਦੇ ਵਿੱਚ। ਮੇਬੀ ਕਿਉਂਕਿ ਜਦੋਂ ਉਹਨਾਂ ਨੇ ਉਹ ਸ਼ੁਰੂ ਕੀਤੀ ਸੀਗੇ, I'm sure they had a survey done on time ਦੇ ਵਿੱਚ, ਜਿਹਦਾ ਤੁਸੀਂ ਗੱਲਾਂ ਦੱਸਦੇ ਹੋ ਕਿ ਜਿਹੜਾ 10 ਮਾਈਲ ਦਾ ਡਿਸਟੈਂਸ ਹੈਗਾ ਬਿਟਵੀਨ 20 and 30, ਕਿ ਉਹਨਾਂ ਦੇ ਸਰਵੇ ਦੇ ਨਾਲ ਕੋਈ ਰੇਟ ਮਿਲਿਆ ਹੋਵੇਗਾ ਕਿ ਹਾਂ ਉਹਦਾ ਐਵੇਂ ਨਹੀਂ ਕਰਦੇ ਜਿੱਦਾਂ ਤੁਸੀਂ ਕਹਿੰਦੇ ਹੋ। ਕਿਉਂਕਿ ਹੁਣ ਬੇਸ਼ੱਕ ਜਿੱਦਾਂ ਲੋਕਾਂ ਨੂੰ ਸ਼ਾਇਦ ਨਹੀਂ ਪਤਾ ਕਿ 91 99 ਤੱਕ ਇਹਨਾਂ ਨੇ ਰੱਖੀਆਂ ਸੀਗੀਆਂ, ਉਹਦੇ ਬੇਸ ਉੱਪਰ ਹੋ ਸਕਦਾ ਇਹਨਾਂ ਨੇ ਸਾਰੇ UK ਦੇ ਵਿੱਚ ਹੁਣ 20 ਕਰ ਦਿੱਤਾ ਹੈਗਾ। ਇਹ ਨਵੀਂ ਚੀਜ਼ ਹੁਣ ਥੋੜ੍ਹੇ ਮਹੀਨੇ ਹੋਏ ਸ਼ੁਰੂ ਕੀਤਿਆਂ ਨੂੰ, ਇਟਸ ਨੋਟ ਨਿਊ, ਇਟਸ ਪੁਰਾਣੀ ਹੈਗੀ ਆ। ਸੋ ਦੇ ਹੈਵ ਡਨ ਦੀ ਐਕਸਪੈਰੀਮੈਂਟ, ਦੇ ਚੈੱਕਡ ਔਨ ਦੈਟ। ਸੋ ਉਹ ਹੁਣ ਆਈ ਡੋਂਟ ਨੋ ਕਿ ਸਾਡੇ ਪਾਸ ਫਿਗਰ ਵੀ ਨਹੀਂ ਹੈਗੇ ਕਿ ਉਹਦੇ 'ਚ ਕਿੰਨਾ ਫਰਟੈਲਿਟੀ ਰੇਟ ਦਾ ਫਰਕ ਪਿਆ ਟੂ ਰਿਡਿਊਸ ਦਾ ਸਪੀਡ। ਆਮ ਸ਼ੋਰ ਕੋ ਪਿਆ ਹੋਏਗਾ। ਬਿਲਕੁਲ ਜੀ। ਦੇਖੋ ਪਾਲ ਸਿੰਘ ਜੀ, ਜਿਹੜਾ ਕੋਈ ਵੀ ਸਕੀਮ ਨੂੰ ਲਾਗੂ ਕਰਨ ਤੋਂ ਪਹਿਲਾਂ, ਉਹਨੂੰ ਅਮਲੀ ਜਾਮਾ ਪਹਿਨਾਉਣ ਤੋਂ ਪਹਿਲਾਂ ਜੋ ਕਾਉਂਸਲ ਅਧਿਐਨ ਕਰਦੀ ਹੁੰਦੀ ਆ, ਸਟੱਡੀ ਕਰਦੀ ਹੁੰਦੀ ਆ, ਨਾਲੇ ਜਿਹੜੇ ਅੰਕੜੇ ਹੁੰਦੇ ਆ, ਕੋਈ ਵੀ ਜਿਵੇਂ ਇੱਥੇ ਈਲਿੰਗ ਦਾ ਕੋਈ ਵਸਨੀਕ ਆ, ਉਹ ਕਾਉਂਸਲ ਤੱਕ ਉਹ ਈਮੇਲ ਦੇ ਰਾਹੀਂ ਜਾਂ ਚਿੱਠੀ ਦੇ ਰਾਹੀਂ ਉਹ ਸੂਚਨਾ ਮੰਗ ਸਕਦਾ ਹੁੰਦਾ ਆ ਵੀ ਸਾਨੂੰ ਇਹ ਇਨਫੋਰਮੇਸ਼ਨ ਦਿੱਤੀ ਜਾਵੇ ਵੀ ਕੇਸ ਬਿਨਾਂ ਤੇ ਤੁਸੀਂ ਇਹ ਲਾਗੂ ਕੀਤਾ ਆ। ਸੋ ਉਹ ਸਭ ਜਿਹੜੇ ਚੀਜ਼ਾਂ ਹੁੰਦੇ, ਜਿਹੜੇ ਅੰਕੜੇ ਹੁੰਦੇ ਆ, ਉਹ ਰੱਖਦੇ ਹੁੰਦੇ ਨੇ। ਅਤੇ ਜਿੱਥੇ ਤੱਕ ਦੇਖੋ ਕੋਈ ਵੀ ਜਿਹੜੀ ਸੜਕ ਦੇ ਜਿਹੜੇ ਨਿਵਾਸੀ ਹੁੰਦੇ ਨੇ, ਜੇ ਉਹਨਾਂ ਨੂੰ ਕੋਈ ਚੀਜ਼ ਚੰਗੀ ਲੱਗਦੀ ਆ ਤਾਂ ਵੀ ਉਹ ਕਾਉਂਸਲ ਨੂੰ ਦੱਸ ਸਕਦੇ ਹੁੰਦੇ। ਜੇ ਉਹਨਾਂ ਨੂੰ ਨਹੀਂ ਚੰਗੀ ਲੱਗਦੀ ਤਾਂ ਵੀ ਉਹ ਕਾਉਂਸਲ ਤੱਕ ਤਕੀਦ ਕਰ ਸਕਦੇ ਹੁੰਦੇ ਵੀ ਅਸੀਂ ਇਹ ਚੀਜ਼ ਤੁਸੀਂ ਇੱਥੇ ਲਾਗੂ ਕਰ ਦਿੱਤੀ ਆ, ਚਾਹੇ ਉਹ 6 ਮਹੀਨੇ ਲਈ ਕੀਤੀ ਹੈ ਜਾਂ 9 ਮਹੀਨੇ ਲਈ ਜਾਂ ਪੱਕੇ ਤੌਰ 'ਤੇ। ਅਕਸਰ ਇੱਦਾਂ ਹੁੰਦਾ ਵੀ ਕੋਈ ਵੀ ਚੀਜ਼ ਜਦੋਂ ਪਹਿਲੀ ਵਾਰੀ ਸਕੀਮ ਉਹਨੂੰ ਅਮਲੀ ਜਾਮਾ ਪਹਿਨਾਉਂਦੇ ਨੇ, ਉਹ ਤਕਰੀਬਨ 6 ਜਾਂ 9 ਮਹੀਨੇ ਤੱਕ ਉਹਦਾ ਹੁੰਦਾ ਆ ਕਿ ਅਸੀਂ ਦੇਖਣਾ ਆ, ਪਹਿਲਾਂ ਟਰਾਇਲ ਕਰ ਰਹੇ ਹਾਂ। ਕਈ ਦਫਾ ਇੱਦਾਂ ਆ ਵੀ ਟਰਾਇਲ ਪਹਿਲਾਂ ਹੋ ਗਏ ਹੋਣੇ ਤਾਂ ਫਿਰ ਉਹ ਉਹਨੂੰ ਪੱਕੇ ਤੌਰ 'ਤੇ ਕਰ ਦਿੰਦੇ ਨੇ। ਬਿਲਕੁਲ, ਜਿੱਦਾਂ ਮੈਂ ਦੱਸ ਕੇ ਪਹਿਲਾਂ। ਹਾਂ, ਸੋ ਇਹ ਉਸ ਵਕਤ ਦੇ ਦੌਰਾਨ ਜਦੋਂ ਅੰਕੜਿਆਂ ਨੂੰ ਦੇਖਿਆ ਜਾਂਦਾ ਤਾਂ ਫਿਰ ਜੇ ਲੋਕ ਉਸ ਚੀਜ਼ ਨੂੰ ਨਾ ਪਸੰਦ ਕਰਦੇ ਹੋਣ ਤਾਂ ਉਹ ਕਾਉਂਸਲ ਤੱਕ ਆਪਣੀ ਆਵਾਜ਼ ਬੁਲੰਦ ਕਰ ਸਕਦੇ ਨੇ। ਉਚੇਚੇ ਤੌਰ 'ਤੇ ਜਿਹੜੇ ਤੁਹਾਡੇ ਲੋਕਲ ਕਾਉਂਸਲਰ ਹੁੰਦੇ ਨੇ, ਆਮ ਤੌਰ 'ਤੇ ਇੱਦਾਂ ਹੁੰਦਾ ਜਿੱਦਾਂ ਹੁਣ ਇੱਥੇ ਸਾਊਥ ਹਾਲ ਦੇ ਵਿੱਚ ਵੀ ਆ ਜਾਂ ਸਲੋ ਦੇ ਵਿੱਚ ਵੀ ਆ, ਇੱਕ ਵਾਰਡ ਦੇ ਤਕਰੀਬਨ 2 ਜਾਂ 3 ਕਾਉਂਸਲਰ ਹੁੰਦੇ ਨੇ।
ਸੋ ਮੈਂ ਲੋਕਾਂ ਨੂੰ ਵੀ ਇਹੀ ਤਕੀਦ ਕਰੂੰਗਾ ਕਿ ਤੁਸੀਂ ਜਿਹੜਾ ਆਪਣੇ ਤੁਹਾਡੇ ਲੋਕਲ ਚੁਣੇ ਹੋਏ ਨੁਮਾਇੰਦੇ ਨੇ ਉਹ ਕਾਉਂਸਲਰਸ ਤੱਕ ਤੁਸੀਂ ਪਹੁੰਚ ਕਰੋ। ਜੇ ਤੁਹਾਨੂੰ ਕੁਝ ਚੰਗਾ ਲੱਗਦਾ ਜਾਂ ਨਹੀਂ ਚੰਗਾ ਲੱਗਦਾ, ਫਿਰ ਉਹ ਤੁਹਾਡੀ ਆਵਾਜ਼ ਕਾਉਂਸਲ ਦੇ ਵਿੱਚ ਉਹ ਬਣਦੇ ਨੇ। ਬਹੁਤ ਅੱਛੇ, ਐਸੇ ਕਰਕੇ ਤੁਸੀਂ ਗਾਈਡ ਕਰੋਗੇ। ਹੁਣ ਦੂਸਰੀ ਆਰਗੂਮੈਂਟ ਹੈਗੀ ਹੈ, ਅਗਰ ਜਿੱਦਾਂ ਤੁਸੀਂ ਕਿ ਉਹਨਾਂ ਨੇ ਟੈਸਟ ਕਰਕੇ ਕੋਈ ਰਿਜ਼ਲਟ ਕਰਕੇ ਤਾਂ ਉਹਨਾਂ ਨੇ ਇੰਪਲੀਮੈਂਟ ਕੀਤਾ, ਬੇਸ ਬਣਦਾ ਆਰਗੂਮੈਂਟ ਦਾ ਕਿ ਉਹਨਾਂ ਦਾ ਰਾਈਟ ਹੈਗਾ। ਪਰ ਹੁਣ ਦੂਸਰੇ ਪਾਸੇ ਜੇ ਮੈਂ ਉਹਦਾ ਸਾਡਾ ਇੱਕ ਥੋੜ੍ਹਾ ਜਿਹਾ ਲੂਪ ਹੋਲ ਦੇਖਾਂ, ਜਿੱਦਾਂ ਹੁਣ ਬੱਸ ਲੇਨ ਹੈਗੀ ਹੈ, ਸਰਟਨ ਪਲੇਸਿਸ 'ਤੇ ਉੱਥੇ ਟਾਈਮ ਹੈਗਾ ਆ, ਜੀ ਕਿਤੇ ਹੈਗਾ, ਐਨ ਐਨੀ ਟਾਈਮ ਤੁਸੀਂ ਨਹੀਂ ਜਾ ਸਕਦੇ। ਦਿਸ ਇਜ਼ ਅਗੇਨ ਹਾਊ ਦੇ ਕੈਲਕੂਲੇਟ ਕਰਦੇ ਨੇ ਕਾਉਂਸਲ, ਕਿੱਦਾਂ ਕਰਦੇ ਨੇ, ਆਈ ਡੋਂਟ ਨੋ, ਬਿਕੋਜ਼ ਬੱਸ ਲੇਨ ਦਾ ਮੈਂ ਬਹੁਤਾ ਰਿਸਰਚ ਨਹੀਂ ਕੀਤਾ। ਹੁਣ ਜਿਹੜੀ ਸੇਮ ਚੀਜ਼ 20 ਮਾਈਲ ਦੀ ਆਉਣਾ ਹੈਗੀ ਹੈ, ਜਿਸ ਸਪੈਸ਼ਲੀ ਅਰਾਊਂਡ ਹਸਪੀਟਲ ਐਂਡ ਸਕੂਲ ਦੇ ਅਗਰ 20 ਮਾਈਲ ਲੱਗੇ, ਉਹਦੇ ਟਾਈਮ ਲਿਮਿਟ ਕਿਉਂ ਨਹੀਂ ਹੈ ਲਾਈਕ ਬੱਸ ਲੇਨ? ਜੀ ਦੇਖੋ, ਜਿਹੜੇ ਬੱਸ ਲੇਨ ਵੀ ਹੈਗੇ ਨੇ, ਇਹ ਵੀ ਮੈਂ ਤੁਹਾਡੇ ਅਕਾਲ ਚੈਨਲ ਦੇ ਦਰਸ਼ਕਾਂ ਨੂੰ ਇਹ ਗੱਲ ਸਾਂਝੀ ਕਰਨਾ ਚਾਹੁੰਦਾ ਕਿ ਜਿਹੜੇ ਬੱਸ ਲੇਨ ਨੇ ਇਹਨਾਂ ਦੀ ਗਿਣਤੀ ਵਧਣੀ ਆ, ਕਿਉਂਕਿ ਇਹ ਸਿਰਫ ਤੁਹਾਡੇ ਲੋਕਲ ਜਿਹੜੇ ਸਥਾਨਕ ਇਲਾਕਿਆਂ ਦੇ ਵਿੱਚ ਨਹੀਂ ਬਣ ਰਹੀਆਂ, ਇਹ ਦੇਸ਼ ਭਰ ਦੇ ਵਿੱਚ ਅਲੱਗ-ਅਲੱਗ ਸ਼ਹਿਰਾਂ ਦੇ ਵਿੱਚ, ਇਹ ਚਾਹੇ ਇੱਥੇ ਈਲਿੰਗ ਹੋਵੇ, ਚਾਹੇ ਸਾਡੇ ਸਲੋ ਦੇ ਵਿੱਚ ਆ, ਜਾਂ ਲੰਡਨ ਦੇ ਵਿੱਚ ਆ, ਬਰਮਿੰਘਮ ਦੇ ਵਿੱਚ ਆ, ਇਹ ਬੱਸ ਲੇਨਾਂ ਦੀ ਜਿਹੜੀ ਗਿਣਤੀ ਤਾਂ ਕਰਕੇ ਵਧ ਰਹੀ ਹੈ ਕਿਉਂਕਿ ਸਰਕਾਰ ਇਹ ਅਲੱਗ ਇੱਕ ਫੰਡ ਹੈ, ਉਹ ਅਲੱਗਾ ਦਿੱਤਾ ਜਾਂਦਾ ਨੇ ਕਾਉਂਸਲਸ ਨੂੰ ਕਿ ਤੁਸੀਂ ਬੱਸ ਲੇਨਸ ਵਧਾਓ ਤਾਂ ਕਿ ਜਿਹੜੀਆਂ ਬੱਸਾਂ ਦੀ ਜਿਹੜੀ ਰਫ਼ਤਾਰ ਆ ਉਹ ਵਧੇ, ਤਾਂ ਕਿ ਜਦੋਂ ਜਿਹੜੇ ਲੋਕ ਬੱਸ ਦੇ ਰਾਹੀਂ ਸਫ਼ਰ ਕਰਦੇ ਨੇ ਉਹਨਾਂ ਨੂੰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜਾਣ ਦੇ ਵਿੱਚ ਤੇਜ਼ੀ ਆਵੇ, ਤਾਂ ਕਿ ਅਸੀਂ ਵੱਧ ਤੋਂ ਵੱਧ ਲੋਕਾਂ ਨੂੰ ਬੱਸ ਜਿਹੜਾ ਵੀ ਕਾਰਾਂ 'ਚੋਂ ਕੱਢ ਕੇ ਤਾਂ ਬੱਸ ਵੱਲ ਨੂੰ ਲੈ ਕੇ ਆਈਏ, ਤਾਂ ਕਿ ਜਿਹੜਾ ਟ੍ਰੈਫਿਕ ਆ ਬਹੁਤ ਜ਼ਿਆਦਾ ਹੋ ਗਿਆ ਹੈ। ਬਿਲਕੁਲ, ਤਕਰੀਬਨ ਹਰ ਇੱਕ ਘਰ ਦੇ ਵਿੱਚ ਹੁਣ ਇੱਕ ਗੱਡੀ ਨਹੀਂ, ਕਈ ਦਫਾ ਤਾਂ 2 4 5 ਗੱਡੀਆਂ ਵੀ ਹੁੰਦੀਆਂ ਨੇ। ਸੋ ਉਹ ਜੇ ਸਾਰੀਆਂ ਗੱਡੀਆਂ ਸੜਕਾਂ 'ਤੇ ਆ ਜਾਣ ਤਾਂ ਆਪਾਂ ਹਿੱਲਣਾ ਮੁਸ਼ਕਿਲ ਹੋ ਜਾਂਦਾ। ਟਾਈਮ ਬੜੀ ਫਾਸਟ ਜਾ ਰਿਹਾ, ਮੈਂ ਥੋੜ੍ਹਾ ਬਹੁਤ ਫਾਇਦਾ ਉਠਾਉਣਾ ਹੈ। ਮੈਂ ਥੋੜ੍ਹਾ ਰਸ਼ ਵੀ ਕਰਦਾ ਬਿਕੋਜ਼ ਟਾਈਮ ਕਰਕੇ ਇੱਜ਼ਤ ਕਰਨੀ ਪੈਂਦੀ ਹੈ। ਵੀ ਗੋਟ ਟੂ ਵਰਕ ਬਾਈ ਦ ਸੈਕਿੰਡ, ਯੂ ਨੋ। ਅਗਰ ਜੇ ਪਬਲਿਕ, ਜਨਰਲ ਪਬਲਿਕ ਐਗਰੀ ਕਰਦੀ ਹੈ ਕਿ ਚਲੋ ਉਹਦਾ ਫਰਟੈਲਿਟੀ ਰੇਟ ਘੱਟ ਹੁੰਦਾ ਪਿਆ, ਸਪੀਡ ਲਿਮਿਟ ਜਿਹੜੀ ਹੈਗੀ ਹੈ ਉਹਦੇ 'ਤੇ ਟਾਈਮ ਲਿਖਿਆ ਜਾਵੇ ਉਹਦੇ ਉੱਪਰ ਕਿ ਇਸ ਟਾਈਮ ਦੇ ਉੱਪਰ ਤੁਸੀਂ ਕਰੋ, ਤੇ ਉਹਦਾ ਫਾਇਦਾ ਹੋ ਸਕਦਾ। ਦੂਜੀ ਗੱਲ ਹੈਗੀ ਹੈ, ਐਟ ਦਾ ਮੋਮੈਂਟ ਇਹਨਾਂ ਨੇ ਉਹਦੇ 'ਤੇ ਕੈਮਰੇ ਨਹੀਂ ਲਗਾਏ ਹੋਏ ਔਨ ਦ 20 ਮਾਈਲ ਸਪੀਡ ਲਿਮਿਟ ਦੇ ਉੱਪਰ, ਪਰ ਯੂ ਕੁਡ ਬੀ ਪ੍ਰੋਸੀਕਿਊਟਡ ਇਫ ਯੂ ਗੋਇੰਗ 5 ਮਾਈਲ an hour ਔਨ ਦ ਟੌਪ। 1 ਮਾਈਲ ਜਾਂ 2 ਮਾਈਲ ਜਾਓਗੇ ਨਾ, ਦੇ ਵਿਲ ਪ੍ਰੋਬਲੀ ਲੈਟ ਗੋ, ਪਰ ਉਹਦੇ 3 ਮਾਈਲ ਦੇ ਉੱਪਰ ਜਾਓਗੇ ਫਿਰ ਉਹ ਪ੍ਰੋਸੀਕਿਊਸ਼ਨ ਹੋ ਸਕਦੀ ਉਹਦੀ। ਜੀ ਬਿਲਕੁਲ। ਦੇਖੋ, ਜਿਹੜੀ ਰਫ਼ਤਾਰ ਦੀ ਗੱਲ ਹੁੰਦੀ ਆ, ਇੱਕ ਤਾਂ ਜਿਹੜਾ ਵੇਰੀਏਬਲ ਸਪੀਡ ਲਿਮਿਟ, ਇੱਕ ਸੜਕ ਜਿੱਦਾਂ ਤੁਸੀਂ ਕਹਿੰਦੇ ਬੱਸ ਲੇਨ ਦੇ ਵਿੱਚ, ਬੱਸ ਲੇਨ ਜਿੱਦਾਂ ਹੁੰਦਾ ਕਈ ਦਫਾ ਇੱਦਾਂ ਹੁੰਦਾ ਵੀ ਇਹ 7 ਤੋਂ 10 ਜਾਂ 4 ਤੋਂ 7 ਹੁੰਦੀ ਆ, ਪਰ ਜੇ ਰਫ਼ਤਾਰ ਨੂੰ ਆਪਾਂ 20 ਤੋਂ 30 ਇੱਕੋ ਹੀ ਸਮੇਂ 'ਚ ਉਹ ਬਦਲਾਅ ਕਰਨਾ ਮੁਸ਼ਕਿਲ ਹੋ ਜਾਂਦਾ ਵੀ, ਖਾਸ ਕਰਕੇ ਜੇ ਸੜਕ ਦਾ ਇੱਕੋ ਹੀ ਟੋਟਾ ਹੋਵੇ, ਉੱਥੇ ਇੱਕੋ ਹੀ ਜਿਹੜੀ ਲਿਮਿਟ ਹੁੰਦੀ ਆ, ਚਾਹੇ ਉਹ 20 ਆ, 30 ਆ, 40, ਉਹਨੂੰ ਹੀ ਰੱਖਿਆ ਜਾਂਦਾ ਆ, ਕਿਉਂਕਿ ਨਹੀਂ ਤਾਂ ਹੋਰ ਕਈ ਦਫਾ ਮੁਸੀਬਤ ਆ ਜਾਂਦੀ ਜਾਂ ਕਈ ਲੋਕਾਂ ਨੂੰ ਭੁਲੇਖਾ ਪੈ ਜਾਂਦਾ ਆ। ਜਿੱਥੇ ਤੱਕ ਦੇਖੋ ਕੈਮਰਿਆਂ ਦੀ ਗੱਲ ਆ, ਇਹ ਉਹਨਾਂ ਸੜਕਾਂ 'ਤੇ ਜ਼ਿਆਦਾ ਲਾਈ ਜਾਂਦੇ ਨੇ ਜਿੱਥੇ ਕੋਈ ਨਾ ਕੋਈ ਐਕਸੀਡੈਂਟ ਹੋ ਗਿਆ ਹੋਵੇ, ਜਾਂ ਜਿੱਥੇ ਜਿਹੜੇ ਉੱਥੇ ਸੜਕ ਦੇ ਨਿਵਾਸੀ ਨੇ ਉਹ ਸ਼ਿਕਾਇਤ ਕਰਨ ਵੀ ਇੱਥੇ ਗੱਡੀਆਂ ਤੇਜ਼ ਜਾ ਰਹੀਆਂ ਨੇ, ਜਾਂ ਕੋਈ ਜਿਹੜੇ ਹੁਕਮ ਨੇ ਉਹਨਾਂ ਦੀ ਪਾਲਣਾ ਨਹੀਂ ਕਰ ਰਿਹਾ, ਵੀ ਜਿਹੜੇ ਪੋਲਿਸੀਜ਼ ਨੇ, ਜਿਹੜਾ ਕਾਨੂੰਨ ਆ, ਸੋ ਉਹਦੇ ਮੁਤਾਬਕ ਉਹ ਕੈਮਰੇ ਲਾ ਦਿੰਦੇ ਨੇ। ਜਿਵੇਂ ਤੁਸੀਂ ਜ਼ਿਕਰ ਕੀਤਾ, ਦੇਖੋ ਜੇ 1-2 ਮੀਲ ਇੱਧਰ ਉੱਧਰ ਹੋਵੇ ਤਾਂ ਉਹ ਅਕਸਰ ਉਹ ਕੈਮਰੇ ਦੇ ਵਿੱਚ ਨਹੀਂ ਆਉਂਦਾ, ਪਰ ਜੇ 4-5 ਮੀਲ ਜ਼ਿਆਦਾ ਹੋਵੇ ਤਾਂ ਉਹ ਜ਼ਿਆਦਾਤਰ ਸੀਰੀਅਸ ਹੋ ਜਾਂਦਾ ਹੈ, ਉਹ ਕੈਮਰੇ ਵਿੱਚ ਆਈ ਜਾਂਦਾ। ਜਮਨ ਜੀ, ਮਿਲੀਅਨਸ ਆਫ ਡਰਾਈਵਰ ਜਿਹੜੇ ਨਾ, ਸਪੈਸ਼ਲੀ ਲੰਡਨ ਕੈਪੀਟਲ ਦੀ ਮੈਂ ਗੱਲ ਕਰਾਂ, ਮੋਰ ਦੈਨ ਹਾਫ ਆਫ ਦਾ ਰੋਡ ਜਿਹੜੇ ਹੈਗੇ ਨਾ ਉਹਨਾਂ ਨੂੰ 20 ਮਾਈਲ ਕਰ ਦਿੱਤੀ ਇਹਨਾਂ ਨੇ। ਦੇ ਆਰ ਵੈਰੀ ਹੈਵੀਲੀ ਗੋਇੰਗ ਔਨ ਦ 20 ਮਾਈਲ ਸਪੀਡ ਲਿਮਿਟ ਵਿਦਿਨ ਦੀ ਗ੍ਰੇਟਰ ਲੰਡਨ ਏਰੀਆ ਦੇ ਵਿੱਚ। ਗੁੱਡ ਆਈਡੀਆ ਕਿ ਫਰਟੈਲਿਟੀ ਘੱਟ ਹੋਏਗੀ, ਪਰ ਉਹਦੀ ਦੂਸਰਾ ਹੈਗਾ ਕਿ ਉਹਦੇ ਨਾਲ ਕੰਜੈਸ਼ਨ ਜ਼ਿਆਦਾ ਹੁੰਦਾ ਹੈ, ਪੋਲਿਊਸ਼ਨ ਜ਼ਿਆਦਾ ਹੋਏਗੀ। ਸੋ ਆਰ ਯੂ ਕੁਆਇਟ ਅ ਵਿਨਰ? ਜੀ ਦੇਖੋ, ਪੋਲਿਊਸ਼ਨ ਦੇ ਲਈ ਤਾਂ ਇੱਕ ਤਾਂ ਗੱਲ ਮੈਂ ਗੱਲ ਕਰਨਾ ਚਾਹੁੰਦਾ ਅਕਾਲ ਚੈਨਲ ਦੇ ਦਰਸ਼ਕਾਂ ਨਾਲ, ਵੀ ਇਹ ਬਹੁਤ ਜ਼ਰੂਰੀ ਆ ਕਿ ਆਪਾਂ ਵਾਤਾਵਰਨ, ਜਿਹੜਾ ਕਲਾਈਮੇਟ ਕ੍ਰਾਈਸਿਸ ਆ ਇਸ ਵੇਲੇ, ਵਾਤਾਵਰਨ ਜਿਹੜਾ ਆਪਣਾ ਹੈਗਾ ਆ, ਗਰਮੀ ਵੱਧ ਰਹੀ ਆ, ਜਿਹੜੇ ਅਲੱਗ-ਅਲੱਗ ਜਿਹੜੇ ਚਾਹੇ ਉਹ ਤੂਫਾਨ ਨੇ, ਹਨੇਰੀ ਆ, ਚਾਹੇ ਉਹ ਹੜ੍ਹ ਆ, ਉਹ ਆਪਾਂ ਨੂੰ ਸਾਰਿਆਂ ਨੂੰ ਪ੍ਰਭਾਵਿਤ ਕਰਨਾ ਆ। ਉਹਦਾ ਪ੍ਰਮੁੱਖ ਕਾਰਨ ਇਹ ਆ ਵੀ ਜਿਹੜੇ ਇਨਸਾਨਾਂ ਦੀ ਜਿਹੜੀ ਪ੍ਰਦੂਸ਼ਣ। ਸੋ ਇਹਦੇ ਸਾਨੂੰ ਤਾਂ ਹੁਣ ਪਾਰਲੀਮੈਂਟ ਦੇ ਵਿੱਚ ਤਕਰੀਬਨ ਰੋਜ਼ ਹੀ ਕੋਈ ਨਾ ਕੋਈ ਰਿਪੋਰਟ ਨਵੀਂ ਆ ਜਾਂਦੀ ਆ, ਉਹ ਪੜ੍ਹਨਾ ਕਿ ਸਾਇੰਸਦਾਨ ਕੀ ਕਹਿ ਰਹੇ ਨੇ। ਮੈਂ ਤਾਂ ਹਰ ਇੱਕ ਨੂੰ ਇਹ ਗੱਲ ਆਖੂੰਗਾ ਕਿ ਦੇਖੋ, ਜੇ ਤੁਸੀਂ ਉਸ ਗੱਲ ਨੂੰ ਅਫੋਰਡ ਕਰ ਸਕਦੇ ਆ ਤਾਂ ਇਲੈਕਟ੍ਰਿਕ ਕਾਰਸ ਵੱਲ ਨੂੰ ਆਪਾਂ ਜਾਈਏ। ਸਰਕਾਰ ਨੇ ਵੈਸੇ ਵੀ
ਇਹ ਹੁਣ ਹਦਾਇਤ ਕੀਤੀ ਆ ਕਿ 2030 ਤੋਂ ਬਾਅਦ ਕੋਈ ਪੈਟਰੋਲ ਜਾਂ ਡੀਜ਼ਲ ਦੀ ਕਾਰ ਇੱਥੇ ਨਵੀਂ ਨਹੀਂ ਬਣਨੀ। ਸੋ ਫੈਕਟਰੀ ਜਿਹੜੇ ਵੱਡੇ ਵੱਡੇ ਕੰਪਨੀਆਂ ਵੀ ਨੇ ਉਹਨਾਂ ਸਾਰਿਆਂ ਨੇ ਆਪਣਾ ਜਿਹੜਾ ਢਾਂਚਾ ਉਹ ਬਦਲ ਲਿਆ ਆ ਕਿ ਉਹਨਾਂ ਨੂੰ ਪਤਾ ਵੀ ਇੱਥੇ 9 ਸਾਲਾਂ ਦੇ ਅੰਦਰ ਅੰਦਰ ਕੋਈ ਨਵੀਂ ਕਾਰ ਤੁਸੀਂ ਨਹੀਂ ਬਣਾ ਸਕਦੇ। ਸੋ ਜਿਵੇਂ ਹੁਣ ਵੋਲਵੋ ਦੀ, ਮੈਂ ਤੁਹਾਨੂੰ ਇੱਕ ਵੋਲਵੋ ਦੀ ਕੰਪਨੀ ਦੀ ਗੱਲ ਦੱਸਾਂ, ਉਹਨਾਂ ਨੇ ਹੁਣ ਤੋਂ ਹੀ ਬੰਦ ਕਰ ਦਿੱਤਾ ਕਿਉਂਕਿ ਉਹ ਦੇਖ ਰਹੇ ਨੇ ਵੀ ਹਵਾ ਕਿੱਧਰ ਨੂੰ ਵਗ ਰਹੀ ਆ। ਉਹਨਾਂ ਨੇ ਤਕਰੀਬਨ ਸਾਰੇ ਆਪਣੇ ਮਾਡਲ ਇਲੈਕਟ੍ਰਿਕ ਕਰ ਰਹੇ ਨੇ। ਇਹ ਮੈਂ ਉਸ ਗੱਲ ਦੇ ਵਿੱਚ ਵਿਸ਼ਵਾਸ ਰੱਖਦਾ ਜਿਹੜੀ ਮੈਂ ਆਪ ਖੁਦ ਕਰਾਂ। ਸੋ ਮੈਂ ਪਿਛਲੇ ਸਾਲ 1 ਸਾਲ ਤੋਂ ਵੱਧ ਹੋ ਗਿਆ ਮੈਨੂੰ, ਮੈਂ ਵੀ ਹੁਣ ਇਲੈਕਟ੍ਰਿਕ ਕਾਰ ਲੈ ਲਈ ਆ ਵੀ ਜਿਹੜੀ ਬਿਜਲੀ ਵਾਲੀ ਕਾਰ, ਤਾਂ ਕਿ ਇੱਕ ਤਾਂ ਉਹਦੇ ਕਈ ਫਾਇਦੇ ਹੁੰਦੇ ਨੇ ਵੀ ਚਾਹੇ ਉਹ ਵਾਤਾਵਰਨ ਦੇ ਪ੍ਰਤੀ, ਵਾਤਾਵਰਨ 'ਚ ਇੱਦਾਂ ਹੁੰਦਾ ਵੀ ਉਹ ਤੁਸੀਂ ਪੈਟਰੋਲ ਜਾਂ ਡੀਜ਼ਲ ਜਿਹੜਾ ਉਹ ਆਪਣੇ ਹਵਾ ਦੇ ਵਿੱਚ ਹੈਗਾ ਉਹਦਾ ਜਿਹੜਾ ਧੂੰਆਂ ਆ ਉਹ ਘਟਦਾ ਆ। ਬਿਜਲੀ ਦੇ ਕਾਰ ਦਾ ਆਪਣੇ ਸਾਡੇ ਸਾਰਿਆਂ ਦੀ ਸਿਹਤ ਲਈ ਬਿਹਤਰ ਆ। ਬਿਲਕੁਲ। ਦੂਸਰਾ ਇਹ ਆ ਵੀ ਜਿੱਦਾਂ ਹੁਣ ਲੰਡਨ ਦੇ ਵਿੱਚ ਕੋਈ ਕੰਜੈਸਸ਼ਨ ਚਾਰਜ ਨਹੀਂ, ਤੁਸੀਂ ਬਿਨਾਂ ਕਿਸੇ ਕੰਜੈਸਸ਼ਨ ਚਾਰਜ ਤੋਂ ਉੱਥੇ ਤੁਸੀਂ 15 ਪਾਉਂਡ ਤੁਹਾਡੇ ਦਿਹਾੜੀ ਦਾ ਨਹੀਂ ਲੱਗਦਾ। ਤੇ ਜਿਵੇਂ ਹੁਣ ਸਲੋ ਦੇ ਵਿੱਚ ਇੱਦਾਂ ਕੀਤਾ ਗਿਆ ਵੀ ਜਿਹਦੇ ਕੋਲ ਬਿਜਲੀ ਦੀ ਕਾਰ ਆ ਉਹ ਬੱਸ ਲੇਨ ਦੇ ਵਿੱਚ ਵੀ ਜਾ ਸਕਦਾ। ਰੀਅਲੀ? ਸੋ ਇਹ ਸਲੋ ਦੇ ਵਿੱਚ ਇਹ ਅਲੱਗ-ਅਲੱਗ ਕਾਉਂਸਲਸ ਆਪਣੇ ਅਲੱਗ-ਅਲੱਗ ਉਹਨਾਂ ਦੇ ਕਾਨੂੰਨ ਹੁੰਦੇ ਆ, ਤੁਸੀਂ ਆਪਣੀ ਕਾਉਂਸਲ ਦੀ ਵੈਬਸਾਈਟ ਤੇ ਜਾ ਕੇ ਤਾਂ ਦੇਖ ਸਕਦੇ ਹੋ। ਮੈਂ ਹਮੇਸ਼ਾ ਕਹਿੰਦਾ ਹੁੰਦਾ ਪਲੀਜ਼ ਕਲਚਰ ਨੇ ਦੇਖਿਆ ਕਰੋ ਕਿ ਸਾਡੀ ਕੋਸ਼ਿਸ਼ ਹੁੰਦੀ ਹੈ ਜੋ ਲੇਟੈਸਟ ਨਿਊਜ਼ ਹੁੰਦੀ ਹੈ ਕਿਸੇ ਵੀ ਤਰ੍ਹਾਂ ਤੱਕ ਤੁਹਾਡੇ ਪਾਸ ਪਹੁੰਚਾਉਂਦੇ ਹਾਂ। ਜਿੱਦਾਂ ਹੁਣ ਭਾਜੀ ਨੇ ਦੱਸਿਆ ਤੁਹਾਨੂੰ ਜਿੱਦਾਂ ਬੱਸ ਲੇਨ ਯੂਜ਼ ਕਰ ਸਕਦੇ ਹੋ। ਥੋੜ੍ਹੀ ਮੁਸ਼ਕਿਲ ਹੈ, ਸਾਨੂੰ ਟਾਈਮ ਦੀ ਇੱਜ਼ਤ ਕਰਨੀ ਪੈਂਦੀ। ਥੋੜ੍ਹੀ ਜਿਹੀ ਬ੍ਰੇਕ ਲੈ ਕੇ ਵਾਪਸ ਆਉਂਦੇ ਹਾਂ। ਪਲੀਜ਼ ਡੋਂਟ ਗੋ ਟੂ ਫਾਰ। ਸਤਿ ਸ਼੍ਰੀ ਅਕਾਲ ਜੀ। ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ। ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ। ਵੈਲਕਮ ਬੈਕ ਟੂ ਦ ਸੈਕੰਡ ਪਾਰਟ। ਬਹੁਤ ਇੰਟਰਸਟਿੰਗ ਗੱਲਾਂ। ਖਾਸ ਬੰਦਾ VIP ਮੇਰੇ ਹੱਥ ਆਏ ਨੇ, ਮੈਂ ਫਾਇਦਾ ਉਠਾ ਰਿਹਾ ਔਰ ਮੈਂ ਘੜੇ ਵੱਲ ਵੀ ਧਿਆਨ ਦੇ ਰਿਹਾ ਬਿਕੋਜ਼ ਮੈਂ ਲਾਲਚ ਲੈ ਲਿਆ ਕਿ ਮੈਂ ਪ੍ਰੋਪਰ ਇਹਨਾਂ ਦਾ ਫਾਇਦਾ ਉਠਾਉਣਾ। ਬਿਕੋਜ਼ ਜਿਸ ਜਿਹੜਾ ਬੰਦਾ ਪਾਰਲੀਮੈਂਟ 'ਚ ਬੈਠਾ ਦੇ ਵਰਕ ਵਿਦ ਦ ਲਾਅ, ਦੇ ਵਰਕ ਵਿਦ ਦ ਸਿਸਟਮ, ਨੋਬਡੀ ਕੈਨ ਗਿਵ ਯੂ ਬੈਟਰ ਐਡਵਾਈਸ ਦੈਨ ਆਪਣੇ MP ਧਰਮਿੰਦਰ ਢੇਸੀ ਜੀ। ਮੈਂ ਥੋੜ੍ਹਾ ਜਿਹਾ ਤੁਹਾਨੂੰ ਦੱਸਦਾ ਰਹਾਂ। ਇੱਕ ਪਾਸੇ ਸਪੀਡ ਲਿਮਿਟ ਰਿਡਿਊਸ ਹੋ ਰਹੀ ਹੈ 20 ਮਾਈਲ an hour ਤਾਂ ਕਿ ਜਿਹੜੀਆਂ ਫਰਟੈਲਿਟੀ ਰੇਟ ਘੱਟ ਹੋ ਜਾਵੇ। ਐਂਡ ਦੀ ਅਦਰ ਉਹਦੇ ਨਾਲ ਪੋਲਿਊਸ਼ਨ ਹੁੰਦੀ ਹੈ। ਉਹਦਾ ਜਵਾਬ ਦਿੱਤਾ ਆਪਣੇ MP ਨੇ ਧਰਮਿੰਦਰ ਢੇਸੀ ਨੇ ਕਿ ਤੁਸੀਂ ਇਲੈਕਟ੍ਰਿਕ ਕਾਰਾਂ ਨੂੰ ਚੂਨ ਕਰੋ। ਅਸੀਂ ਉਹਦੀ ਵੀ ਹੁਣ ਗੱਲ ਕਰਾਂਗੇ। ਦੂਸਰੇ ਪਾਸੇ ਅਗਰ ਮੋਟਰਵੇ ਦੇ ਉੱਪਰ 70 ਮਾਈਲ ਦੀ ਸਪੀਡ ਲਿਮਿਟ ਹੈਗੀ ਹੈ, ਤੁਸੀਂ 50 ਤੋਂ ਥੱਲੇ ਚਲਾਉਂਦੇ ਯੂ ਕੁਡ ਬੀ ਫਾਈਨਡ ਬਿਕੋਜ਼ ਯੂ ਆਰ ਡਰਾਈਵਿੰਗ ਵੈਰੀ ਸਲੋ। ਦੈਟ ਬਿਕਮਸ ਅ ਡੇਂਜਰ ਐਜ਼ ਵੈਲ। ਸੋ ਕਲਚਰ ਮੈਂ ਹਮੇਸ਼ਾ ਕਹਿੰਦਾ ਪਲੀਜ਼ ਦੇਖਿਆ ਕਰੋ। ਬੜੀ ਕੋਸ਼ਿਸ਼ ਹੁੰਦੀ ਹੈ ਕੋਈ ਇਨਫੋਰਮੇਟਿਵ ਕੁਝ ਐਜੂਕੇਸ਼ਨਲ ਸ਼ੋਅ ਲੈ ਕੇ ਆਈਏ ਤਾਂ ਕਿ ਤੁਹਾਨੂੰ ਘਰ ਬੈਠੇ ਨੂੰ ਪਤਾ ਲੱਗ ਜਾਏ। ਯੂ ਡੋਂਟ ਸੀ ਦੀ ਇੰਗਲਿਸ਼ ਚੈਨਲ ਦੇ ਅੰਦਰ ਦੀ ਗੱਲਾਂ ਬਹੁਤੀਆਂ ਨਹੀਂ ਕਰਨੀਆਂ। ਬ੍ਰੇਕਿੰਗ ਨਿਊਜ਼ ਹੋ ਗਈ, 1 ਮਿੰਟ 'ਚ ਉਹਨਾਂ ਨੇ ਲਾਅ ਪਾਸ ਕਰ ਦਿੱਤਾ, ਸੁਣਾਤਾ ਤੇ ਗੱਲ ਖਤਮ ਹੋ ਗਈ। ਉਹਦੇ ਬਾਰੇ ਡਿਸਕਸ਼ਨ ਨਹੀਂ ਹੁੰਦੀ, ਵਿਚਾਰ ਨਹੀਂ ਹੁੰਦਾ ਜਿੱਦਾਂ ਹੁਣ ਹੋ ਰਿਹਾ। ਤੇ ਦੂਸਰੀ ਗੱਲ, ਜਿਹੜੇ ਲੰਡਨ ਕੰਜੈਸ਼ਨ ਚਾਰਜ ਦਾ ਜ਼ੋਨ ਹੈਗਾ ਜਿੱਥੇ ਉੱਥੇ ਸਾਰੇ ਦਾ ਸਾਰਾ 20 ਮਾਈਲ ਸਪੀਡ ਲਿਮਿਟ ਕਰ ਦੇਣੀ ਇਹਨਾਂ ਨੇ। ਜੀ ਦੇਖੋ ਸਾਹਿਬਪਾਲ ਸਿੰਘ ਜੀ, ਦੇਖੋ ਆਪਾਂ ਬਿਜਲੀ ਦੀਆਂ ਕਾਰਾਂ ਦੀ ਜਿਹੜੀ ਗੱਲ ਕਰ ਰਹੇ ਹਾਂ, ਕੰਜੈਸ਼ਨ ਚਾਰਜ ਦੀ ਗੱਲ ਕਰ ਰਹੇ ਹਾਂ, ਮੈਂ ਅਕਾਲ ਚੈਨਲ ਦੇ ਦਰਸ਼ਕਾਂ ਨੂੰ ਵੀ ਇਹੀ ਬੇਨਤੀ ਕਰੂੰਗਾ ਕਿ ਤੁਸੀਂ ਜਲਦ ਤੋਂ ਜਲਦ ਜਦੋਂ ਵੀ ਤੁਹਾਨੂੰ ਹੋ ਸਕਦਾ ਤੁਸੀਂ ਆਪਣੀ ਜਿਹੜੀ ਪੁਰਾਣੀ ਕਾਰ ਨੂੰ ਦੇਖ ਕੇ ਜਿਹੜਾ ਇਲੈਕਟ੍ਰਿਕ ਵਹੀਕਲਸ ਵੱਲ ਨੂੰ ਆਓ। ਇਲੈਕਟ੍ਰਿਕ ਕਾਰਾਂ ਦਾ ਕਈ ਫਾਇਦੇ ਨੇ ਇਹਦੇ। ਸਭ ਤੋਂ ਪਹਿਲਾਂ ਤਾਂ ਇਹ ਆ ਵੀ ਜਿਹੜੀ ਹਵਾ ਆਪਾਂ ਲੈ ਰਹੇ ਹਾਂ ਕਲੀਨ ਹੋਏਗੀ ਸਾਰੀ, ਉਹ ਜ਼ਿਆਦਾ ਸਾਫ਼ ਹੋਊਗੀ। ਕਿਉਂਕਿ ਅਕਸਰ ਇਹ ਦੇਖਿਆ ਜਾਂਦਾ ਕਿ ਜਿਹੜਾ ਚਾਹੇ ਅਸਥਮਾ ਦਾ ਰੋਗ ਆ, ਚਾਹੇ ਹੋਰ ਜਿਹੜੇ ਰੈਸਪੀਰੇਟਰੀ ਜਿਹੜੇ ਬਿਮਾਰੀਆਂ ਨੇ, ਉਹਦਾ ਸਭ ਤੋਂ ਵੱਡਾ ਜਿਹੜਾ ਕਾਰਨ ਆ ਜਿਹੜਾ CO2 ਜਿਹੜੀ ਆਪਣੀ ਹਵਾ ਦੇ ਵਿੱਚ ਕਾਰਬਨ ਡਾਈਆਕਸਾਈਡ ਹੁੰਦੀ ਆ, ਉਹ ਕਾਰ, ਵੈਨਾਂ, ਲੋਰੀਆਂ ਇਹ ਹੁੰਦੀਆਂ ਨੇ। ਸੋ ਜੇ ਆਪਾਂ ਜ਼ਿਆਦਾ ਤੋਂ ਜ਼ਿਆਦਾ ਜਿਹੜੇ ਬਿਜਲੀ ਦੀ ਕਾਰ 'ਤੇ ਆ ਜਾਈਏ, ਉਹ ਧੂੰਆਂ ਜਿਹੜਾ ਆ ਉਹ ਘਟਦਾ ਆ। ਆਪਣੀ ਹਵਾ ਜਿਹੜੀ ਆਪਾਂ ਤਾਂ ਆਪਣੇ ਜਿਹੜੇ ਬੱਚੇ ਨੇ, ਬਜ਼ੁਰਗ ਨੇ, ਉਹ ਲੈਂਦੇ ਨੇ, ਉਹਦਾ ਫਰਕ ਪੈਂਦਾ। ਦੂਜਾ ਮੈਂ ਇਹ ਸਾਰਿਆਂ ਨੂੰ ਬੇਨਤੀ ਕਰੂੰਗਾ ਕਿ ਦੇਖੋ ਇਹ ਕੋਈ ਡਰਨ ਵਾਲੀ ਚੀਜ਼ ਨਹੀਂ। ਕਈ ਦਫਾ ਲੋਕੀ ਸੋਚਦੇ ਨੇ ਵੀ ਜੇ ਮੈਂ ਬਿਜਲੀ ਦੀ ਕਾਰ ਲੈ ਲਈ, ਨਵੀਂ ਚੀਜ਼ ਤੋਂ ਹਮੇਸ਼ਾ ਡਰਦੇ ਨੇ ਕਿ ਇਹਦਾ ਰੇਂਜ ਕਿੱਦਾਂ ਆ। ਦੇਖੋ ਹੁਣ ਮੇਰੀ ਕਾਰ ਆ, ਉਹਦਾ 200 ਮੀਲ ਰੇਂਜ ਆ। ਕਈ ਗੱਡੀਆਂ ਉਹਨਾਂ 'ਤੇ 300 ਤੋਂ ਵੀ ਵੱਧ ਮੀਲ ਰੇਂਜ ਆ। ਤੁਸੀਂ ਅੱਜ ਕੱਲ੍ਹ ਜਿਹੜੀਆਂ ਬਿਜਲੀ ਦੀਆਂ ਕਾਰਾਂ ਉਹ ਤਕਰੀਬਨ 15,000 ਤੋਂ ਲੈ ਕੇ ਤਾਂ ਭਾਵੇਂ ਚਾਹੇ ਤੁਸੀਂ 1.5 ਲੱਖ ਦੀ ਲੈ ਲਓ। ਸੋ ਉਹਦਾ ਵੀ ਬਹੁਤ ਅਲੱਗ-ਅਲੱਗ ਮਾਡਲ ਹੋ ਗਏ ਨੇ। ਸੋ ਇਹਦਾ ਜਿਹੜਾ ਰੇਂਜ ਆ ਉਹ ਤੁਹਾਨੂੰ ਇੱਦਾਂ ਆ। ਹੁਣ ਜਿੱਦਾਂ ਹੁਣ ਮੇਰੀ ਗੱਡੀ ਆ, ਉਹ 200 ਮੀਲ ਤੁਸੀਂ ਆਪਣੇ ਘਰੇ ਸਾਡਾ ਜਿਹੜਾ ਉੱਥੇ ਚਾਰਜਿੰਗ ਪੁਆਇੰਟ ਬਣਿਆ ਆ, ਉਹਦੇ ਲਈ ਜਦੋਂ ਤੁਸੀਂ ਚਾਰਜਿੰਗ ਪੁਆਇੰਟ ਵੀ ਲਾਉਂਦੇ ਤੁਹਾਨੂੰ ਸਰਕਾਰ ਤੋਂ ਪੈਸੇ ਵਾਪਸ ਮਿਲਦੇ ਨੇ। ਸੋ ਜੇ ਤੁਹਾਨੂੰ ਉਹ 500 ਪਾਉਂਡ ਦਾ, ਤੁਹਾਨੂੰ ਤਕਰੀਬਨ 350 ਪਾਉਂਡ ਦਾ ਗ੍ਰਾਂਟ ਵਾਪਸ ਮਿਲ ਜਾਂਦੀ ਆ। ਉਹ ਜਿਹੜਾ ਪੈਟਰੋਲ ਜਾਂ ਡੀਜ਼ਲ ਜਦੋਂ ਤੁਸੀਂ ਪੈਟਰੋਲ ਪੰਪ 'ਤੇ ਜਾਂਦੇ ਆ, ਜਿਹੜੀ ਬਿਜਲੀ ਤੁਸੀਂ ਕਾਰ 'ਚ ਪਾਉਂਦੇ ਆ, ਉਹ ਕਈ ਗੁਣਾ ਉਹ ਤੋਂ ਸਸਤੀ ਆ। ਸੋ ਤੁਹਾਡੇ ਪੈਸੇ ਵੀ ਬਚ ਰਹੇ ਨੇ। ਸੋ ਮੇਰਾ ਇੱਦਾਂ ਆ ਵੀ ਮੈਂ ਉਹ ਰਾਤ ਨੂੰ ਉਹ ਤਕਰੀਬਨ 5-6 ਘੰਟਿਆਂ ਦੇ ਵਿੱਚ ਸਾਰੀ ਗੱਡੀ ਚਾਰਜ ਹੋ ਜਾਂਦੀ ਆ। ਸੋ ਮੈਂ 200 ਮੀਲ ਜਿੰਨਾ ਮਰਜ਼ੀ ਚਲਾਈ ਜਾਵਾਂ। ਜੇ ਬਾਈ ਚਾਂਸ ਮੈਂ ਲੰਬਾ ਪੈਂਡਾ ਤੈਅ ਕਰਨਾ ਆ ਕਿ ਉਧਰ ਬਰਮਿੰਗਮ ਨੂੰ ਜਾਣਾ ਆ ਜਾਂ ਕਿਤੇ ਉਧਰ ਦੂਰ ਲਿਵਰਪੂਲ ਵੱਲ ਨੂੰ ਜਾਣਾ ਆ, ਗਲਾਸਗੋ ਨੂੰ ਜਾਣਾ ਆ,
ਫਿਰ ਹਜ਼ਾਰਾਂ ਹੁਣ ਚਾਰਜਿੰਗ ਪੁਆਇੰਟ ਜਿਹੜੇ ਸੁਪਰ ਚਾਰਜਿੰਗ ਪੁਆਇੰਟਸ ਬਣ ਗਏ ਨੇ। ਤੁਸੀਂ ਉੱਥੇ ਜਾ ਕੇ ਆਪਣਾ ਤੁਹਾਨੂੰ ਸਿਰਫ ਇੱਕ ਕ੍ਰੈਡਿਟ ਕਾਰਡ ਚਾਹੀਦਾ ਹੁੰਦਾ, ਤੁਸੀਂ ਉੱਥੇ ਜਾ ਕੇ ਉੱਥੇ ਟੈਪ ਕਰੋ ਤਾਂ ਅੱਧਾ ਘੰਟਾ ਉੱਥੇ ਬੈਠੋ ਜਦ ਤੱਕ ਤੁਸੀਂ ਆਪਣੇ ਕੁਝ ਖਾਂਦੇ ਪੀਂਦੇ ਆ, ਉਹ ਗੱਡੀ ਤੁਹਾਡੀ ਤਕਰੀਬਨ ਸਾਰੀ ਚਾਰਜ ਹੋ ਜਾਂਦੀ ਆ, ਉਹ ਵੀ 15 ਕੁ ਪਾਉਂਡਾਂ ਦੇ ਵਿੱਚ ਜਿੱਥੇ ਆਪਾਂ ਵੀ ਕਈ ਦਫਾ ਤੁਹਾਨੂੰ 50 ਜਾਂ 100 ਪਾਉਂਡ ਲੱਗ ਜਾਂਦੇ ਟੈਂਕੀ ਭਰਨ ਨੂੰ, ਉਹ ਰੇਂਜ ਫਿਰ ਉੱਥੇ ਦੇ ਉੱਥੇ 200 ਮੀਲ ਦੀ ਹੋ ਜਾਂਦੀ ਆ। ਅਜੇ ਇਲੈਕਟ੍ਰਿਕ ਕਾਰ ਦਾ ਟੌਪਿਕ ਨਹੀਂ ਸੀਗਾ ਪਰ ਤੁਹਾਨੂੰ ਤਸ਼ੀ ਨੇ ਵਿੱਚ ਲਾਇਆ, ਬੜਾ ਅੱਛਾ ਕੀਤਾ। ਦਿਸ ਇਜ਼ ਸਮਥਿੰਗ ਐਲਸ ਵੀ ਰੀਅਲੀ ਨੀਡ ਟੂ ਟਾਕ ਅਬਾਊਟ। ਅਸੀਂ ਇੱਥੇ ਸ਼ੋਅ ਕਰਾਂਗੇ, ਤੁਹਾਨੂੰ ਫਾਇਦੇ ਦੱਸਾਂਗੇ, ਕਿਉਂਕਿ ਜਿਹੜੀ ਨਵੀਂ ਚੀਜ਼ ਦਾ ਨੁਕਸਾਨ ਕੋਈ ਨਹੀਂ, ਬੰਦਾ ਡਰਦਾ ਹੈ। ਹੁਣ ਜਦੋਂ ਪੈਟਰਲ ਦੀ ਗੱਲ ਲੈ ਲਓ, ਉਹਦੇ ਵਿੱਚ ਤਾਂ ਲਿਮਿਟਡ ਮਾਈਲੇਜ ਹੁੰਦੀ ਹੈ, ਤੁਹਾਨੂੰ ਖੜਾ ਪੈਂਦਾ ਪੈਟਰਲ ਸਟੇਸ਼ਨ ਤੇ। ਯੂ ਗੋ ਟੂ ਫਾਈਂਡ ਅ ਪੈਟਰਲ ਸਟੇਸ਼ਨ। ਜਿੱਥੇ ਪੈਟਰੋਲ ਮੁੱਕ ਗਿਆ ਤੁਹਾਨੂੰ ਉੱਥੇ ਇਹ ਬਿਜਲੀ ਦਾ ਵੀ ਇੱਦਾਂ ਹੀ ਹੈ, ਜਿੱਥੇ ਬਿਜਲੀ ਮੁੱਕ ਗਈ ਉੱਥੇ ਤੁਸੀਂ ਲਾਗੇ ਅਣਗਿਣਤ ਨੇ। ਅੱਜ ਕੱਲ੍ਹ ਤਾਂ ਜਿਹੜੇ ਐਪ ਨੇ ਫੋਨ ਤੇ ਉਹ ਤੁਹਾਨੂੰ ਦੱਸ ਦਿੰਦੇ ਆ ਨਕਸ਼ੇ ਤੇ, ਇੱਥੇ ਆ M40 ਤੇ ਜਾਂਦੇ ਆ, M1 ਤੇ M25 ਤੇ ਜਗ੍ਹਾ ਤੇ ਉਹ ਦੱਸਦੇ ਨੇ ਵੀ ਇੱਥੇ ਤੇ ਤੁਹਾਡੇ ਸੁਪਰ ਚਾਰਜਿੰਗ ਪੁਆਇੰਟ ਨੇ। ਤਾਂ ਜਿਵੇਂ ਮੈਂ ਗੱਲ ਆਖੀ, ਤੇ ਜਿਹੜੇ ਸਲੋ ਦੇ ਜਿਹੜੇ ਨਗਰ ਨਿਵਾਸੀ ਨੇ, ਉਹ ਜਿਹਦੇ ਕੋਲ ਬਿਜਲੀ ਦੀ ਕਾਰ ਜਿਹੜਾ ਹਰਾ ਜਿਹਾ ਨੰਬਰ ਪਲੇਟ ਹੁੰਦਾ ਆ, ਉਹ ਤੁਸੀਂ ਤਾਂ DVL ਨੂੰ ਅਪਲਾਈ ਕਰਨਾ ਹੁੰਦਾ ਤਾਂ ਉਹ ਤੁਹਾਨੂੰ ਤਕਰੀਬਨ 10-20 ਪਾਉਂਡ ਜਿਹੜਾ ਆਮ ਜਿਹੜਾ ਚਾਰਜ ਹੁੰਦਾ ਨੰਬਰ ਪਲੇਟ ਲਾਉਣ ਨੂੰ, ਉਹ ਹਰੀ ਜੀ ਜਿਹੜੀ ਸਟ੍ਰਿਪ ਲੱਗੀ ਹੁੰਦੀ ਆ, ਉਹਦੇ ਨਾਲ ਤੁਸੀਂ ਸਲੋ ਦੀਆਂ ਬੱਸ ਲੇਨਾਂ ਦੇ ਵਿੱਚ ਜਾ ਸਕਦੇ ਹੋ, ਭਾਵੇਂ ਜਿਹੜਾ 24 ਘੰਟੇ ਦਾ ਬੱਸ ਹੁੰਦੀ ਹੈ। ਤੇ ਜਿਹੜਾ ਲੰਡਨ ਦੇ ਵਿੱਚ ਜਿਹੜੇ ਲੰਡਨ ਦੇ ਵਸਨੀਕ ਨੇ, ਉਹ ਜਿਹੜਾ ਕੰਜੈਸਸ਼ਨ ਚਾਰਜ, ਹੁਣ ਮੈਂ ਲੰਡਨ ਅਕਸਰ ਜਾਂਦਾ, ਉੱਥੇ ਪਾਰਲੀਮੈਂਟ ਨੂੰ ਜਾਣਾ ਜਾਂ ਹੋਰ ਕਿਤੇ ਆਉਣ ਜਾਣੀ ਆ, ਉਹਦੇ 15 ਪਾਉਂਡ ਤੁਹਾਡੇ ਦਿਹਾੜੀ ਦੇ ਆ, ਉਹ ਵੀ ਬਚਦੇ ਨੇ। ਉਹ ਜਿਹੜਾ ਇਲੈਕਟ੍ਰਿਕ ਵਹੀਕਲ ਆ, ਜਿਹੜੀ ਬਿਜਲੀ ਵਾਲੀ ਕਾਰ ਆ, ਉਹ 'ਤੇ ਕੋਈ ਕੰਜੈਸਸ਼ਨ ਚਾਰਜ ਨਹੀਂ। 7 ਦਿਨ ਹੁਣ ਤਾਂ ਕੰਜੈਸਸ਼ਨ ਚਾਰਜ ਹੋ ਗਿਆ। ਸੋ ਇਹ ਜਿਹੜਾ ਤੁਹਾਡੇ ਪੈਸਿਆਂ ਦੀ ਬੱਚਤ ਆ, ਚਾਹੇ ਉਹ ਪੈਟਰੋਲ ਡੀਜ਼ਲ ਤੋਂ, ਚਾਹੇ ਜਿਹੜਾ ਹੁਣ ਨਹੀਂ ਤਾਂ ਮੇਰੇ ਵਰਗਾ ਤਕਰੀਬਨ 1 ਦਿਨ ਬਾਅਦ ਪੈਟਰੋਲ ਪੰਪ 'ਤੇ ਜਾਣਾ ਸੀਗਾ, ਹੁਣ ਮੈਨੂੰ ਕਦੀ ਪੈਟਰੋਲ ਪੰਪ ਨਹੀਂ ਜਾਣਾ ਪੈਂਦਾ। ਮੈਂ ਰਾਤ ਨੂੰ ਆਉਂਦਾ, ਉਹ ਜਦੋਂ ਤੁਸੀਂ ਇਹਦਾ ਤਾਰ ਬਿਲਕੁਲ ਦੇਖੋ, ਤੁਹਾਨੂੰ 10-20 ਸਕਿੰਟ ਲੱਗਦੇ ਆ, ਤੁਸੀਂ ਗੱਡੀ 'ਚੋਂ ਨਿਕਲਣਾ, ਤੁਸੀਂ ਉਹ ਸੌਕਟ ਦੇ ਵਿੱਚ ਜਿਹੜਾ ਹੈਗਾ ਉਹ ਪਾ ਦੇਣਾ, ਉਹਨੇ ਆਪਣੇ ਆਪ ਹੀ ਚਾਰਜ ਕਰਨੀ। ਜਦੋਂ ਤੁਸੀਂ ਸਵੇਰੇ ਗੱਡੀ ਵੱਲ ਨੂੰ ਜਾਣਾ ਤਾਂ ਤੁਸੀਂ ਉਹ ਜਿਹੜਾ ਕੇਬਲ ਆ ਉਹ ਲਾ ਦੇਣਾ, ਤਾਂ ਗੱਡੀ ਚਲਾ ਲਓ ਤਾਂ ਅੱਗੇ ਨੂੰ ਤੁਰੋ ਜੀ। ਸੋ ਇਹ ਬੇਹੱਦ ਫਾਇਦੇਮੰਦ ਹੈ। ਮੈਂ ਇਹ ਤਦੀ ਲੋਕਾਂ ਨੂੰ ਕਹੂੰਗਾ ਵੀ ਤੁਸੀਂ ਜਦੋਂ ਵੀ ਹੋ ਸਕੇ ਅਲੱਗ-ਅਲੱਗ ਰੇਂਜ ਮਿਲ ਜਾਂਦੇ, ਚਾਹੇ 100 ਤੋਂ ਲੈ ਕੇ ਤੁਸੀਂ 300-400-500 ਮੀਲ ਦੀ ਰੇਂਜ ਤੱਕ ਗੱਡੀ ਲੈ ਲਓ। ਗੱਡੀਆਂ ਦੀ ਜਿਹੜੀ ਕੀਮਤ ਵੀ ਆ ਉਹ 15,000 ਤੋਂ ਲੈ ਕੇ, ਚਾਹੇ ਤੁਸੀਂ ਜਿੰਨਾ ਮਰਜ਼ੀ ਮਹਿੰਗਾ ਮਾਡਲ ਲੈ ਲਓ। ਫਾਇਦੇ ਬਹੁਤ ਹੈ, ਫੈਸਿਲਿਟੀ ਬਹੁਤ ਹੈ, ਜਿੱਦਾਂ ਤੁਸੀਂ ਦੱਸਿਆ, ਪੈਸਾ ਬਚਤ ਹੁੰਦੀ ਹੈ। ਤੁਸੀਂ ਪੈਟਰੋਲ ਵੀ ਥੋੜਾ ਮਹਿੰਗਾ ਹੋ ਜਾ ਰਿਹਾ ਦਿਨੋਂ ਦਿਨ, ਇਲੈਕਟ੍ਰਿਕ ਤੁਹਾਡੇ ਘਰ ਦੇ ਕੋਲ ਜਿਹੜੇ ਹੁਣ ਚਾਰਜਰ ਲੱਗ ਰਹੇ ਨੇ ਸਾਰੇ ਪਾਸੇ। ਮੈਂ ਨੈਕਸਟ ਸਬਜੈਕਟ ਤੇ ਮੂਵ ਕਰਨ ਤੋਂ ਪਹਿਲਾਂ ਥੋੜਾ ਦੱਸ ਦਵਾਂ, 20 ਮਾਈਲ ਦਾ ਅਸੀਂ ਬਹੁਤ ਲੰਮਾ ਟਾਕ ਕਰ ਲਿੱਤਾ। ਅਗਰ ਤੁਹਾਡੀ 20 ਮਾਈਲ ਸਪੀਡ ਲਿਮਿਟ ਦੇ ਉੱਪਰ ਫਾਈਨ ਹੋਣਾ ਸ਼ੁਰੂ ਹੋ ਗਿਆ, ਇਨਫੈਕਟ ਦੇ ਕੈਨ ਡੂ ਇਟ ਇਵਨ ਨਾਓ, ਉਹਦੇ ਤੇ ਸਿੱਧੇ 3 ਪੁਆਇੰਟ ਲੱਗ ਸਕਦੇ ਨੇ, ਤੇ 50% ਆਫ ਯੋਰ ਵੀਕਲੀ ਇਨਕਮ ਹੈਗੀ ਨਾ, ਉਹਦੇ ਤੇ ਤੁਹਾਨੂੰ ਫਾਈਨ ਹੋ ਸਕਦਾ 50%। ਸੋ ਇਹ ਦੇਖੋ, ਇਹ ਤਾਂ ਅਲੱਗ-ਅਲੱਗ ਚੀਜ਼ਾਂ ਦਾ ਜਿੱਦਾਂ ਫਾਈਨ, ਤਾਂ ਇਹ ਤਾਂ ਬਕਾਇਦਾ ਹੈਗਾ ਆ। ਸੋ ਜਿਹੜੇ ਕਾਨੂੰਨ ਬਣੇ ਹੁੰਦੇ ਨੇ, ਜੋ ਕਾਨੂੰਨ ਦੀ ਆਪਾਂ ਪਾਲਣਾ ਨਹੀਂ ਕਰਦੇ ਤਾਂ ਉਹਦਾ ਕੋਈ ਨਾ ਕੋਈ ਚਲਾਨ, ਜਿੱਦਾਂ ਆਪਾਂ ਕਹਿੰਦੇ ਨੇ ਪੰਜਾਬੀ 'ਚ, ਉਹ ਕੱਟਿਆ ਜਾਂਦਾ ਆ। ਪਰ ਇਹ ਮੈਨੂੰ ਪਤਾ ਹੈ ਵੀ ਵਕਤ ਆਪਣੇ ਕੋਲ ਘੱਟ ਆ, ਪਰ ਆਪਾਂ ਜਿਹੜਾ ਵੀ ਹੋਰ ਤੁਸੀਂ ਜਿਹੜਾ ਵੀ ਮਸਲਾ ਤੁਸੀਂ ਵਿਚਾਰ ਵਟਾਂਦਰਾ ਕਰਨਾ ਚਾਹੁੰਦੇ ਆ, ਬੇਝਿਜਕ ਆਖੋ ਜੀ। ਬਿਲਕੁਲ, ਚਲੋ ਤੁਸੀਂ ਦੱਸ ਦਿੱਤਾ, ਐਟਲੀਸਟ ਤੁਸੀਂ ਗਾਈਡ ਕਰ ਦਿੱਤਾ ਕਿ ਜੇ ਤੁਸੀਂ ਕੁਝ ਵੀ ਲਓ ਬੰਦਾ, ਤੁਸੀਂ ਨਹੀਂ ਰੈਡੀ ਹੈਗੇ ਆਪਣੇ ਕਾਉਂਸਲਰ ਨੂੰ, ਤੁਸੀਂ ਉੱਥੋਂ ਦੈਟਸ ਦ ਫਸਟ ਸਟੈਪ ਯੂ ਡੂ ਇਟ। MP ਬਖਸ਼ਾ ਦੀ ਲਾਅ ਬਣਾਉਂਦੇ ਨੇ ਬੈਠ ਕੇ, ਪਾਰਲੀਮੈਂਟ 'ਚ ਇਹਨਾਂ ਦਾ ਕੰਮ ਬਾਅਦ 'ਚ ਆਉਂਦਾ, ਪਹਿਲਾਂ ਥੱਲੇ ਸ਼ੁਰੂ ਕਰਨਾ ਪੈਂਦਾ। ਅਸੀਂ ਇਹਨਾਂ ਨੂੰ ਵੀ ਫੜਾਂਗੇ, ਜਦੋਂ ਸਾਨੂੰ ਕੋਈ ਸੈਟਿਸਫੈਕਸ਼ਨ ਨਾ ਮਿਲੀ ਕਾਉਂਸਲਰ ਕੋਲੋਂ, ਦੈਨ ਫਿਰ ਅੱਗੇ ਤੁਸੀਂ ਮੁੱਦਾ ਹੁੰਦੇ ਹੋ। ਤੁਹਾਨੂੰ ਤਾਂ ਹੁਣ ਅਸੀਂ ਨਾ ਥੋੜ੍ਹਾ ਮੈਂ ਤੁਹਾਨੂੰ ਦੱਸਾਂ, ਤਕਰੀਬਨ ਨਾ 2.7 ਮਿਲੀਅਨ ਵੋਟਰਸ ਇਨ ਇੰਗਲੈਂਡ, ਵੇਲਸ ਐਂਡ ਸਕਾਟਲੈਂਡ ਦੇ ਵਿੱਚ ਨਾ 3 ਪੁਆਇੰਟ ਕੈਰੀ ਕਰਦੇ ਨੇ ਐਟ ਦ ਮੋਮੈਂਟ। ਸੋ ਉਹ ਸਪੀਡ ਲਿਮਿਟ ਨੂੰ ਤੁਸੀਂ ਪਲੀਜ਼ ਆਪਣਾ ਧਿਆਨ ਰੱਖੋ। ਜਿਹੜੀ ਤੁਹਾਨੂੰ ਸਪੀਡ ਅਵੇਅਰਨੈਸ ਕੋਚ ਦਿੰਦੇ ਨੇ, ਉਹ ਵੀ ਜੇ ਤੁਸੀਂ 3 ਸਾਲਾਂ ਦੇ ਵਿੱਚ ਨਹੀਂ ਕੀਤਾ ਤਾਂ ਤੁਹਾਨੂੰ ਆਫਰ ਹੁੰਦਾ ਦਿੱਤੇ ਨਹੀਂ ਹੋਏਗਾ। ਉਹ 4 ਸਾਲ ਐਕਚੁਅਲੀ ਉਹ ਵੈਲਿਡ ਹੁੰਦਾ। ਮੈਂ ਨਾ ਅੱਗੇ ਤੁਹਾਡੇ ਬਹੁਤ ਅਸੀਂ ਗੱਲਾਂ ਕਰਦੀਆਂ ਨੇ ਆਪਣੇ ਸਿੱਖ ਮੋਲੇ ਦਾ, ਅਤੇ ਸਿੱਖ ਜਿਹੜੀ ਐਕਸਪ੍ਰੈਸ ਕਰ ਰਹੇ ਇੰਡੀਅਨ, ਉਹਦੇ ਬਾਰੇ ਗੱਲ ਕਰਨੀ ਹੈ। ਅਫਗਾਨੀ ਸਿੱਖ ਜਿਹੜੇ ਅਫਗਾਨਿਸਤਾਨ 'ਚ ਰਹਿ ਗਏ, ਉਹਨਾਂ ਦੀ ਗੱਲ ਕਰਨੀ ਹੈ। ਜ਼ਰਾ ਤਾਂ ਮੈਨੂੰ ਥੋੜ੍ਹਾ ਟੱਚ ਕਰੋ, ਜਿਹੜਾ ਇਹਨਾਂ ਨੇ 5 ਪਾਉਂਡ ਚਾਰਜ ਲਾਤਾ ਏਅਰਪੋਰਟ ਦੇ ਉੱਪਰ ਪਿਕਅਪ ਐਂਡ ਡ੍ਰੌਪ ਦਾ, ਉਹ ਤੁਸੀਂ ਦੇਖ ਰਹੇ ਹੋ ਹੁਣ ਇਹਦੇ 'ਤੇ ਵਾਟ ਯੂ ਹੈਵ ਟੂ ਸੇ ਅਬਾਊਟ ਦੈਟ ਨਾਓ? ਜੀ ਦੇਖੋ, ਜਿਸ ਤੱਕ ਚਾਹੇ ਉਹ ਹੀਥਰੋ ਏਅਰਪੋਰਟ ਜਾਂ ਗੈਟਵੇਕ ਏਅਰਪੋਰਟ ਆ, ਇਹਨਾਂ ਨੇ ਜਿਹੜਾ ਇਹ ਚਾਰਜ ਹੁਣ ਲਾਗੂ ਕਰ ਦਿੱਤਾ। ਉਹਦਾ ਹੀਥਰੋ ਏਅਰਪੋਰਟ ਇਹ ਕਹਿ ਰਿਹਾ ਵੀ ਅਕਤੂਬਰ ਤੋਂ ਇਹ ਸ਼ੁਰੂਆਤ ਇਹਦੀ ਹੋ ਰਹੀ ਆ ਕਿ ਕੋਈ ਉੱਥੇ ਚਾਹੇ 30 ਸਕਿੰਟਾਂ ਲਈ ਵੀ ਜਾਵੇ ਛੱਡਣ ਨੂੰ ਜਾਂ ਚੱਕਣ ਨੂੰ, ਤਾਂ ਉਹ ਉੱਥੇ 5 ਪਾਉਂਡ ਦਾ ਜੋ ਉਹਨਾਂ ਨੂੰ ਅਦਾ ਕਰਨੇ ਪਊਗੇ। ਇਹ ਦੇਖੋ, ਨਾ
ਮੇਰੇ ਵਰਗਾ ਪਸੰਦ ਕਰਦਾ, ਮੈਨੂੰ ਪਤਾ ਜਿਹੜੇ ਬਹੁਤ ਸਾਰੇ ਤੁਹਾਡੇ ਦਰਸ਼ਕ ਹੋਊਗੇ ਉਹ ਵੀ ਨਹੀਂ ਪਸੰਦ ਕਰਦੇ ਹੋਊਗੇ। ਜਦੋਂ ਅਸੀਂ ਹੀਥਰੋ 에ਅਰਪੋਰਟ ਤੱਕ ਇਹ ਮਸਲਾ ਉਠਾਇਆ ਤਾਂ ਉਹਨਾਂ ਨੇ ਗੱਲ ਆਖੀ ਕਿ ਦੇਖੋ ਸਾਡਾ ਜਿਹੜਾ ਆਮਦਨ ਦੇ ਵਿੱਚ ਬਹੁਤ ਵੱਡਾ ਸਾਨੂੰ ਝਟਕਾ ਲੱਗਾ ਆ, ਸੋ ਅਸੀਂ ਜਿਹੜੀਆਂ ਸਹੂਲਤਾਂ ਦਿੰਦੇ ਹਾਂ ਹੁਣ ਸਾਨੂੰ ਅਲੱਗ-ਅਲੱਗ ਜ਼ਰੀਏ ਉਹ ਕਰ ਰਹੇ ਨੇ ਤਾਂ ਕਿ ਸਾਨੂੰ ਜਿਹੜੀ 에ਅਰਪੋਰਟ ਦੀ ਵੀ ਜਿਹੜੀ ਆਮਦਨ ਆ ਵੀ ਉਹਨੂੰ ਵੀ ਅਸੀਂ ਸੁਰੱਖਿਅਤ ਕਰਨਾ ਆ। ਅਤੇ ਹੁਣ ਅਸੀਂ ਵੈਸੇ ਸਰਕਾਰ ਨੂੰ ਵੀ ਇਹ ਗੱਲ ਆਖੀ ਸੀ ਕਿ ਦੇਖੋ ਜਿਹੜਾ 에ਅਰਪੋਰਟ ਜਾਂ ਜਿਹੜਾ ਏਵੀਏਸ਼ਨ ਸੈਕਟਰ ਜਿਹੜਾ ਹਵਾਬਾਜ਼ੀ ਦਾ ਜਿਹੜਾ ਇਹ ਅਦਾਰਾ ਆ, ਇਹਨੂੰ ਆਪਾਂ ਇਹਦਾ ਸਮਰਥਨ ਕਰੀਏ, ਇਹਨਾਂ ਲਈ ਇੱਕ ਸੈਕਟਰ ਸਪੈਸੀਫਿਕ ਡੀਲ ਕਰੀਏ, ਪਰ ਉਹ ਸਰਕਾਰ ਵੱਲੋਂ ਉਹ ਨਹੀਂ ਦਿੱਤੀ ਗਈ। ਜਿੱਥੇ ਤੱਕ 에ਅਰਪੋਰਟਸ ਦੀ ਗੱਲ ਆ, ਫਲਾਈਟਾਂ ਦੇ ਤਕਰੀਬਨ 100% ਜਿੱਥੇ ਪਹਿਲਾ ਲੈਵਲ ਸੀਗਾ, ਪਹਿਲਾਂ ਇੱਦਾਂ ਹੋ ਗਿਆ ਸੀ 4% ਤੱਕ ਡਿੱਗਿਆ ਸੀ। ਸੋ ਇਹਨਾਂ ਦੀ ਜਿਹੜੀ ਆਮਦਨ ਸੀ ਇੱਕ ਕਿਸਮ ਦੀ ਤਬਾਹ ਹੋ ਗਈ ਸੀਗੀ। ਬਿਲਕੁਲ। ਸੋ ਇਹਨਾਂ ਨੇ ਹੁਣ ਹਜੇ ਵੀ ਜਿਹੜੀ ਉਹ ਹੈਗੀ ਆ ਹਜੇ ਬਹੁਤ ਘੱਟ ਆ, ਜਿੱਥੇ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਘੱਟ ਆ। ਸੋ ਇਹ ਕਹਿੰਦੇ ਅਸੀਂ ਦੇਖੋ ਇਹ ਸਾਨੂੰ ਮਜਬੂਰਨ ਇਹ ਕਰਨਾ ਪੈ ਰਿਹਾ, ਅਸੀਂ ਇੰਨੇ ਸਾਲ ਨਹੀਂ ਕੀਤਾ, ਹੁਣ ਕਰੋਨਾ ਵਾਇਰਸ ਕਰਕੇ ਸਾਡਾ ਜਿਹੜਾ ਸੈਕਟਰ ਹੈ ਉਹ ਤਬਾਹ ਹੋ ਗਿਆ ਵੀ ਹੁਣ ਸਾਨੂੰ ਉਹਨੂੰ ਹਰ ਇੱਕ ਚੀਜ਼ ਸਾਨੂੰ ਸੋਚ ਸਮਝ ਕੇ ਚੱਲਣੀ ਪੈ ਰਹੀ ਆ, ਜਿਵੇਂ ਕਿ ਪਾਰਕਿੰਗ ਚਾਰਜਸ ਵੀ ਉਹਦੇ ਵਿੱਚ ਹੀ ਆ। ਜਿਹਨੂੰ ਇੱਕ ਚੀਜ਼ ਹੁੰਦੀ ਹੈ, ਜਦੋਂ ਅਸੀਂ ਪਹਿਲਾਂ ਅਸੀਂ ਕਾਲ ਲੈ ਰਹੇ ਨੇ। ਹੈਲੋ ਜੀ, ਸਤਿ ਸ਼੍ਰੀ ਅਕਾਲ। ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ। ਹੈਲੋ ਜੀ, ਸਵਾਗਤ ਕਰਦੇ ਹਾਂ। ਆਪਣਾ ਨਾਮ ਦੱਸਣਾ ਚਾਹੋਗੇ, ਕੌਣ ਬੋਲਦੇ ਹੋ? ਹਾਂਜੀ, ਮੈਂ ਅਮਨ ਬੋਲ ਰਿਹਾ ਹਾਂ ਵੈਸਟ ਲੰਡਨ ਤੋਂ। ਭਾਜੀ ਥੈਂਕ ਯੂ ਸੋ ਮਚ। ਤੁਹਾਡੇ ਪਾਸ ਤੁਹਾਨੂੰ ਪਤਾ VIP ਸਾਡੇ ਪਾਸ ਗੈਸਟ ਬੈਠੇ ਨੇ, ਦਾ ਰਾਈਟ ਬੰਦਾ। ਜੇ ਤੁਸੀਂ ਕੋਈ ਵੀ ਸਵਾਲ ਕਰਨਾ ਚਾਹੁੰਦੇ ਹੋ ਜਿਹੜੇ ਮੁੱਦੇ ਦੇ ਵਿੱਚ ਰਹੋ, ਜਿਹੜੇ ਅਸੀਂ ਗੱਲਾਂ ਕਰਦੇ ਸੀ 20 ਮਾਈਲ ਸਪੀਡ ਲਿਮਿਟ ਤੇ ਹਾਲੇ 에ਅਰਪੋਰਟ ਦਾ ਜਿਹੜਾ 5 ਉਹਦਾ ਨਾਲ ਸੀਰੀਅਸ ਨਹੀਂ ਹੈਗਾ, ਤੁਸੀਂ ਕੀ ਗੱਲ ਕਰਨੀ ਚਾਹੁੰਦੇ ਹੋ? ਹਾਂਜੀ, ਪਹਿਲਾਂ ਤਾਂ ਮੈਂ ਮਤਲਬ ਢੇਸੀ ਸਾਹਿਬ ਦਾ ਬਹੁਤ ਵੈਲਕਮ ਕਰਦਾ। ਥੈਂਕ ਯੂ ਜੀ। ਇਹ ਬੜੇ ਇੱਕ ਪਾਰਲੀਮੈਂਟ ਦੇ ਵਿੱਚ ਬਹੁਤ ਦਿਲ ਖੋਲ ਕੇ ਬੋਲਣ ਵਾਲੇ MP ਨੇ ਸਾਡੇ। ਮਿਹਰਬਾਨੀ ਜੀ। ਮੈਂ ਫੀਡਬੈਕ ਦੇ ਚੁੱਕਾ ਇਹਨਾਂ ਨੂੰ ਹੁਣੇ। ਹਾਂਜੀ ਤੇ ਐਕਚੁਅਲੀ ਮੇਰਾ ਕੁਐਸਚਨ ਇਹ ਹੋਈ ਹੈ ਕਿ ਜਿਹੜਾ ਇਹਨਾਂ ਨੂੰ ਕਿ ਕਾਨੂੰਨੀ ਤੌਰ ਤੇ ਜਿਸ ਤਰ੍ਹਾਂ ਕਿ ਸਾਡਾ ਪਹਿਲਾ ਮੇਰਾ ਕੁਐਸਚਨ ਹੈਗਾ ਕਿ 20 ਮੀਲ ਦੀ ਜਿਹੜੀ ਸਪੀਡ ਹੈਗੀ ਆ ਕੁਝ ਲਾਗੂ ਕੀਤੀ ਗਈ ਹੈ। ਹਾਂਜੀ। ਦੂਸਰਾ ਸਵਾਲ ਮੇਰਾ ਹੈਗਾ ਕਿ ਜਿਹੜਾ 5 ਪਾਉਂਡ ਦੀ ਚਾਰਜਸ ਲਾਏ ਗਏ ਆ 에ਅਰਪੋਰਟ ਤੇ। ਹਾਂਜੀ, ਪਹਿਲਾਂ ਮੈਂ ਕਹਿਣਾ ਚਾਹੁੰਦਾ ਕਿ ਜਿਸ ਤਰ੍ਹਾਂ TFL ਨੇ ਉਹ ਲੰਡਨ ਦੇ ਵਿੱਚ ਉਹ ਲਾਗੂ ਕੀਤਾ ਹੈ ਕਿ 20 ਮੀਲ ਦੀ ਸਪੀਡ, ਲੇਕਿਨ ਇਹ 20 ਮੀਲ ਦੀ ਸਪੀਡ ਸਾਰੇ ਬੋਰੋ ਦੇ ਵਿੱਚ ਨਹੀਂ ਲਾਗੂ ਹੋ ਰਹੀ। ਮੈਂ ਆਪਣੀ ਇੱਕ ਰੋਡ ਦਾ ਦੱਸ ਸਕਦਾ ਕਿ ਇੱਕ ਰੋਡ ਦੇ ਵਿੱਚ ਉਹ 20 ਮੀਲ ਦੀ ਸਪੀਡ ਤੇ ਲਾਗੂ ਹੋਈ ਹੈ, ਲੇਕਿਨ ਜਦੋਂ ਉਹ ਰੋਡ 2 ਬੋਰੋ ਦੇ ਵਿੱਚ ਰਨ ਕਰਦੀ ਹੈ ਤੇ ਉਹ 2 ਬੋਰੋ ਜਦੋਂ ਦੂਸਰੇ ਬੋਰੋ ਦੇ ਵਿੱਚ ਜਾਂਦੀ ਹੈ ਤੇ ਉਹ 30 ਮਾਈਲਸ ਹੋ ਜਾਂਦੀ ਹੈ। ਫਿਰ ਉੱਥੇ ਸੇਫਟੀ ਦਾ ਤਾਂ ਕੋਈ ਮਤਲਬ ਖਿਆਲ ਨਹੀਂ ਰੱਖਿਆ ਗਿਆ। ਬਹੁਤ ਅੱਛੇ, ਠੀਕ ਹੈ। ਹਾਂਜੀ, ਕਿਉਂਕਿ ਅਗਰ ਸੇਫਟੀ ਲਈ ਇਹ 20 ਦੀ ਸਪੀਡ ਰਿਡਿਊਸ ਕੀਤੀ ਗਈ ਹੈ ਫਿਰ ਤੇ ਇਹੋ ਮਤਲਬ ਵੀ ਬੋਰੋ ਦਾ ਤਾਂ ਮਤਲਬ ਨਹੀਂ ਹੋਣਾ ਚਾਹੀਦਾ, ਸਾਰੇ ਹੋਣੀ ਚਾਹੀਦੀ ਨਾ। ਹਾਂਜੀ। ਇਹ ਸੈਕੰਡ ਕੁਐਸਚਨ ਮੇਰਾ ਸਭ ਨੂੰ ਇਹ ਹੈ ਕਿ 5 ਪਾਉਂਡ ਦਾ ਜਿਹੜਾ ਚਾਰਜਸ ਆ ਰਿਹਾ ਸਾਡੇ ਲਈ ਹੀਥਰੋ ਦੇ ਉੱਤੇ, ਉਹ ਜਿਹੜਾ ਪੈਸੇਂਜਰ ਹੈ ਉਹ ਤਾਂ ਆਲਰੇਡੀ ਪੇ ਕਰ ਰਿਹਾ ਜਦੋਂ ਟਿਕਟ ਖਰੀਦਦਾ ਤੇ ਉਹਦੇ ਵਿੱਚ ਉਹ 에ਅਰਪੋਰਟ ਚਾਰਜਸ ਦੇ ਵਿੱਚ ਉਹ ਆਉਂਦਾ ਆ, ਤੇ ਫਿਰ ਉਸਨੂੰ ਡਬਲ ਚਾਰਜਸ ਕਿਉਂ ਪੇ ਕਰਨੇ ਚਾਹੀਦੇ ਆ ਜੀ? ਕਿਉਂਕਿ ਮੇਰੀ ਸੋਚ ਦੇ ਹਿਸਾਬ ਨਾਲ ਤੇ ਇਹ ਹੈ ਕਿ ਅਗਰ ਤੁਸੀਂ ਕਿਸੇ ਰੈਸਟੋਰੈਂਟ 'ਚ ਖਾਣ ਜਾਂਦੇ ਆ ਤੇ ਤੁਸੀਂ ਖਾਂਦੇ ਆ ਤੇ ਤੁਹਾਡੇ ਬਿੱਲ ਦੇ ਵਿੱਚ ਆਲਰੇਡੀ ਉਹ ਤੁਹਾਡੇ ਜਿਹੜੇ ਸਰਵਿਸ ਚਾਰਜਸ ਐਡ ਕਰ ਦਿੰਦੇ ਆ, ਤੇ ਤੁਸੀਂ ਪਰ ਫਿਰ ਵੀ ਜਿਹੜਾ ਵੇਟਰ ਹੈ ਉਹ ਤੁਹਾਡੇ ਤੇ ਮਤਲਬ ਕਰਦਾ ਉਹਦਾ ਕਿ ਉਸ ਤੋਂ ਉਹਦੀ ਸੋਚ ਹੁੰਦੀ ਹੈ ਕਿ ਮੈਨੂੰ ਟਿਪ ਵੀ ਮਿਲੇ ਤੋਂ ਬਾਅਦ। ਜੀ ਦੇਖੋ, ਤੁਸੀਂ ਬਹੁਤ ਵਧੀਆ ਗੱਲ ਆਖੀ ਆ। ਸਭ ਤੋਂ ਪਹਿਲਾਂ ਤਾਂ ਤੁਹਾਡੇ ਜਿਹੜੇ ਪਿਆਰ ਭਰੇ ਅਲਫਾਜ਼ਾਂ ਲਈ ਬਹੁਤ ਸ਼ੁਕਰੀਆ। ਤੇ ਤੁਹਾਡੇ ਜਿਹੜੇ ਦੋਨੇ ਹੀ ਸਵਾਲ ਹੈ, ਸਭ ਤੋਂ ਪਹਿਲਾਂ ਜਿਹੜਾ 20 ਮੀਲ ਦਾ ਜਿਹੜਾ ਸਪੀਡ ਲਿਮਿਟ ਹੈ, ਜਿਹੜਾ ਰਫ਼ਤਾਰ ਦਾ ਜਿਹੜਾ ਰੇਖਾ ਆ,
ਉਹ ਜਿਵੇਂ ਸਰਦਾਰ ਸਿੰਘ ਜੀ ਤਾਂ ਮੈਂ ਪਹਿਲਾਂ ਵਿਚਾਰ ਵਟਾਂਦਰਾ ਕਰ ਰਹੇ ਸੀ ਕਿ ਇਹ ਅਕਸਰ ਇੱਦਾਂ ਹੋ ਜਾਂਦਾ ਆ ਕਿ ਇਹ ਹਰ ਇੱਕ ਜਿਹੜਾ ਅਲੱਗ-ਅਲੱਗ ਬਰਾ ਕਾਉਂਸਲ ਹੁੰਦੀ ਆ ਉਹ ਆਪੋ ਆਪਣੀ ਹਦਾਇਤ ਇਸ ਤਰੀਕੇ ਨਾਲ ਕਰਦੀ ਆ ਕਿ ਉਹ ਸਭ ਤੋਂ ਪਹਿਲਾਂ ਪੁਲਿਸ ਦੇ ਨਾਲ ਵਿਚਾਰ ਵਟਾਂਦਰਾ ਕਰਦੀ ਆ, ਜਿਹੜੇ ਹਲਕਾ ਜਿਹੜਾ ਜਾਂ ਸੜਕ ਨਿਵਾਸੀ ਨੇ ਉਹਨਾਂ ਦੇ ਨਾਲ, ਤਾਂ ਉਹ ਇਹ ਵੀ ਦੇਖਦੀ ਹੁੰਦੀ ਆ ਵੀ ਕਿੰਨੇ ਕੁ ਐਕਸੀਡੈਂਟ ਕੇਸ ਸੜਕ 'ਤੇ ਹੋ ਚੁੱਕੇ ਨੇ, ਤਾਂ ਜਿੱਥੇ ਕਿੰਨੀ ਕੁ ਸੰਘਣੀ ਆਬਾਦੀ ਆ ਉਸ ਸੜਕ ਦੀ। ਕਈ ਦਫਾ ਇੱਦਾਂ ਆਪਾਂ ਜਾਂਦੇ ਹਾਂ ਵੀ ਸੜਕ ਦੇ ਅਲੱਗ-ਅਲੱਗ ਹਿੱਸਿਆਂ ਦੇ ਵਿੱਚ ਕਈ ਜਗ੍ਹਾ 'ਤੇ ਜ਼ਿਆਦਾ ਘਰ ਹੁੰਦੇ ਨੇ, ਜਾਂ ਕੋਈ ਸਕੂਲ ਹੁੰਦਾ ਹੈ, ਜਾਂ ਕੋਈ ਜ਼ਿਆਦਾ ਦੁਕਾਨਾਂ ਹੁੰਦੀਆਂ ਨੇ। ਸੋ ਉਹਦੇ ਮੁਤਾਬਕ ਵੀ ਉਹ ਆਪਣਾ ਫੈਸਲਾ ਬਣਾਉਂਦੇ ਨੇ। ਪਰ ਜੇ ਤੁਹਾਨੂੰ ਤੁਹਾਡੇ ਸੜਕ ਦੇ ਵਿੱਚ ਜੋ ਕੁਝ ਹੋ ਰਿਹਾ ਜੇ ਤੁਹਾਨੂੰ ਉਹ ਨਹੀਂ ਚੰਗਾ ਲੱਗ ਰਿਹਾ, ਤਾਂ ਤੁਸੀਂ ਆਪਣੇ ਜਿਹੜੇ ਤੁਹਾਡੇ ਸਥਾਨਕ ਜਿਹੜੇ ਲੋਕਲ ਕਾਉਂਸਲਰਸ ਨੇ ਉਹਨਾਂ ਤੱਕ ਤੁਸੀਂ ਜ਼ਰੂਰ ਪਹੁੰਚ ਕਰੋ, ਉਹਨਾਂ ਨੂੰ ਲਿਖਤੀ ਰੂਪ ਦੇ ਵਿੱਚ। ਕਈ ਦਫਾ ਇੱਦਾਂ ਹੁੰਦਾ ਕਿ ਆਪਣਾ ਜਿਹੜਾ ਪਟੀਸ਼ਨ ਆ, ਇੱਕ ਜਿਹੜਾ ਮੰਗ ਪੱਤਰ ਤਿਆਰ ਕੀਤਾ ਜਾਂਦਾ ਹੈ ਕਿ ਤਾਂ ਕਿ ਤੁਸੀਂ ਉਹ ਆਪਣਾ ਸੁਨੇਹਾ ਸੜਕ ਦੇ ਹੋਰ ਨਿਵਾਸੀਆਂ ਤੋਂ ਉਹ ਦਸਤਖਤ ਕਰਾ ਕੇ ਤਾਂ ਉਹਨਾਂ ਨੂੰ ਪੇਸ਼ ਕਰੋ ਕਿ ਇਸ 'ਤੇ ਫਿਰ ਗੌਰ ਫਰਮਾਉਣ। ਜਿੱਥੇ ਤੱਕ ਹੀਥਰੋ ਏਅਰਪੋਰਟ ਦੀ ਗੱਲ ਹੈ, ਤੁਸੀਂ ਆਖੀ ਹੈ ਕਿ ਜਿਹੜਾ 5 ਪਾਉਂਡ ਦਾ ਆ, ਇਹ ਦੇਖੋ ਇਹਦਾ ਟੀਕਾ ਸਿਰਫ ਤੁਹਾਡੇ 'ਤੇ ਨਹੀਂ, ਇਹ ਸਾਡੇ ਵਰਗਿਆਂ 'ਤੇ ਵੀ ਲੱਗਣਾ। ਹੁਣ ਹੀਥਰੋ ਅਕਸਰ ਉੱਥੇ ਜਾਣ ਦਾ ਮੌਕਾ ਮਿਲਦਾ ਆ, ਕਿਸੇ ਨੂੰ ਚੱਕਣਾ ਹੁੰਦਾ, ਛੱਡਣਾ ਹੁੰਦਾ ਆ। ਆਪ ਖੁਦ ਵੀ ਕਈ ਦਫਾ ਸਾਨੂੰ ਕੋਈ ਨਾ ਕੋਈ ਮੈਨੂੰ ਜਦੋਂ ਬਾਹਰ ਜਾਣਾ ਹੋਵੇ ਤਾਂ ਉੱਥੇ ਕੋਈ ਛੱਡਣ ਜਾਂਦਾ ਆ, ਉਹਦਾ ਅਸਰ ਸਾਨੂੰ ਸਾਰਿਆਂ ਨੂੰ ਹੁੰਦਾ। ਤਦੀ ਸਾਨੂੰ ਕਈਆਂ ਨੂੰ ਇਸ ਗੱਲ ਦਾ ਰੋਸ ਸੀਗਾ, ਤਾਂ ਅਸੀਂ ਹੀਥਰੋ ਏਅਰਪੋਰਟ ਤੱਕ ਜਦੋਂ ਇਹ ਗੱਲ ਹੋਈ ਤਾਂ ਉਹਨਾਂ ਦੀ ਗੱਲ ਇਹ ਸੀਗੀ ਵੀ ਸਾਡੀ ਜਿਹੜੀ ਆਮਦਨ ਦੇ ਵਿੱਚ ਬਹੁਤ ਵੱਡਾ ਘਾਟਾ ਆ ਗਿਆ ਆ, ਕਿ ਹੁਣ ਸਾਨੂੰ ਅਲੱਗ-ਅਲੱਗ ਜਿਹੜੇ ਰੈਵਨਿਊ ਸਟਰੀਮਸ ਵੀ ਜਿਹੜੇ ਆਮਦਨ ਸਾਨੂੰ ਉਹ ਪੂਰਾ ਕਰਨ ਨੂੰ ਹੁਣ ਹੋਰ ਚੀਜ਼ਾਂ ਦੇ ਬਾਰੇ ਸੋਚਣਾ ਪੈ ਰਿਹਾ ਆ। ਉਹਦੇ ਵਿੱਚ ਇਹ ਆ ਵੀ ਪਹਿਲਾਂ ਤਾਂ ਅਸੀਂ ਮੁਫਤ ਰੱਖੀ ਸੀਗੀ, ਵੀ ਕਾਰ ਪਾਰਕ ਲਈ ਅਸੀਂ ਚਾਰਜ ਕਰਦੇ ਸੀ ਜੇ ਤੁਸੀਂ ਕਾਰ ਪਾਰਕ ਦੇ ਵਿੱਚ ਖੜੀ ਕਰੋ, ਪਰ ਜਿਹੜਾ ਡ੍ਰੌਪ ਆਫ ਲਈ ਅਸੀਂ ਮੁਫਤ ਰੱਖਿਆ ਸੀ, ਪਰ ਉਹ ਹੁਣ ਤੋਂ ਅਸੀਂ ਮੁਫਤ ਨਹੀਂ ਰੱਖ ਸਕਦੇ। ਸੋ ਇਹ ਬਦਕਿਸਮਤੀ ਆ ਕਿ ਉਹ ਆਪਣੇ ਫੈਸਲੇ 'ਤੇ ਉਹ ਅਟਲ ਨੇ, ਤਾਂ ਉਹ ਕਹਿ ਰਹੇ ਨੇ ਕਿ ਅਸੀਂ ਇਹਨੂੰ ਜ਼ਰੂਰ ਲਾਗੂ ਕਰਨਾ, ਕਿ ਜਿਵੇਂ ਗੈਟਵੇਕ ਏਅਰਪੋਰਟ ਨੇ ਕੀਤਾ ਆ, ਉਹਦੀ ਹੀਥਰੋ ਏਅਰਪੋਰਟ ਦੇ ਵਿੱਚ ਵੀ ਅਸੀਂ ਇਸ ਨੂੰ ਲਾਗੂ ਕਰਨ ਜਾ ਰਹੇ ਹਾਂ। ਅਮਰਜੀਤ ਥੈਂਕ ਯੂ ਸੋ ਮਚ। ਟਾਈਮ ਬੜੀ ਫਾਸਟ ਜਾ ਰਿਹਾ, ਮੈਂ ਮਾਫੀ ਚਾਹਾਂਗਾ। ਵੀ ਹੈਵ ਟੂ ਮੂਵ ਔਨ, ਬਿਕਾਜ਼ ਬਹੁਤ ਇੰਪੋਰਟੈਂਟ ਕੁਐਸਚਨ ਹੈ ਜੋ ਕਿ ਆਪਣੇ MP ਤਨਮਨ ਤੈਸ਼ੀ ਨੇ ਵੀ ਉਠਾਇਆ ਸੀਗਾ। ਉਹ ਕਿਤੇ ਨਾ ਖਤਮ ਜੀ ਹੋ ਗਈ ਗੱਲ। ਅੱਜ ਮੈਂ ਥੋੜ੍ਹਾ ਇਹਨਾਂ ਦਾ ਫਾਇਦਾ, ਮੈਂ ਕਹਿ ਰਿਹਾ ਸ਼ੁਰੂ ਤੋਂ ਕਹਿੰਦਾ ਫਾਇਦਾ ਉਠਾਉਣਾ। ਤਨਮਨ ਜੀ, ਜਿਹੜਾ ਨੈਸ਼ਨਲ ਸਿੱਖ ਵਾਰ ਮੈਮੋਰੀਅਲ ਸੀਗਾ ਆਪਣੇ ਸਿੱਖ ਸੋਲਜਰ ਦਾ, ਸਪੈਸ਼ਲੀ ਜੋ ਲੰਡਨ 'ਚ, ਉਹਦਾ ਕੀ ਹੋ ਰਿਹਾ ਹੁਣ? ਕਿਤੇ ਸਟੈਂਡ ਸਟਿਲ ਜਿਹਾ ਹੋ ਗਿਆ ਕੁਛ, ਉਹਦਾ ਕੋਈ ਨਿਊਜ਼? ਜੀ ਦੇਖੋ, ਉਹ ਜਿਹੜਾ ਆਪਣਾ ਸਾਰਾ ਸਮਾਗਮ ਸੀ ਉੱਥੇ ਪਾਰਲੀਮੈਂਟਰੀ ਲਾਂਚ ਵੀ ਸੀ, ਉੱਥੇ ਕੂਨਰ ਸਾਹਿਬ ਵੀ ਆਏ ਸੀ, ਮੈਨੂੰ ਚੇਤਾ ਆ। ਬਾਕੀ ਸਾਰਿਆਂ ਨੇ ਕਵਰੇਜ ਕੀਤੀ ਸੀਗੀ। ਉਹ ਮੈਂ ਤੁਹਾਡੇ ਦਰਸ਼ਕਾਂ ਨੂੰ ਇਹ ਜ਼ਰੂਰ ਵਿਸ਼ਵਾਸ ਦਿਵਾਉਣਾ ਚਾਹੂੰਗਾ ਕਿ ਅਸੀਂ ਬੜੀ ਮਿਹਨਤ ਦੇ ਨਾਲ ਜਿਹੜਾ ਨੈਸ਼ਨਲ ਸਿੱਖ ਵਾਰ ਮੈਮੋਰੀਅਲ ਟਰਸਟ, ਇੱਕ ਚੈਰਿਟੀ ਦੀ ਸਥਾਪਨਾ ਕੀਤੀ ਗਈ, ਜਿਹਦਾ ਸਿਰਫ ਮਕਸਦ ਇਹ ਆ ਕਿ ਅਸੀਂ ਉਹ ਜਿਹੜਾ ਸਰਦਾਰ ਸਿੱਖ ਫੌਜੀਆਂ ਦਾ ਬੁੱਤ ਸੈਂਟਰਲ ਲੰਡਨ, ਯਾਨੀ ਕਿ ਆਪਣੀ ਰਾਜਧਾਨੀ ਦੇ ਵਿੱਚ ਉਹ ਸਥਾਪਿਤ ਕਰਨਾ ਆ। ਬਿਲਕੁਲ। ਪਰ ਦੇਖੋ, ਤੁਸੀਂ ਜਾਣਦੇ ਆ ਕਿ ਜਦੋਂ ਮੈਂ ਗਰੇਵਜ਼ਮ ਇਲਾਕੇ ਦਾ ਮੇਅਰ ਹੁੰਦਾ ਸੀਗਾ ਤਾਂ ਉੱਥੇ ਆਪਾਂ ਅਗਵਾਈ ਕੀਤੀ, ਉਸ ਇੱਕ ਸਰਦਾਰ ਫੌਜੀ ਦਾ ਬੁੱਤ ਉੱਥੇ ਆਪਾਂ ਸਥਾਪਿਤ ਕੀਤਾ, ਅਤੇ ਉਹਦੇ ਲਈ ਬੜੀ ਮਿਹਨਤ ਕਰਨੀ ਪਈ। ਪਰ ਉਹ ਸਾਨੂੰ ਤਕਰੀਬਨ 2-2.5 ਸਾਲਾਂ ਦੇ ਵਿੱਚ ਅਸੀਂ ਉਹ ਬੁੱਤ ਸਥਾਪਿਤ ਕਰ ਦਿੱਤਾ ਸੀਗਾ। ਬੜੇ ਜਿਹੜੇ ਦਾਨੀ ਵੀਰ ਸੱਜਣ ਸੀ ਉਹਨਾਂ ਨੇ ਉਹਦੇ ਵਿੱਚ ਆਪਣਾ ਯੋਗਦਾਨ ਪਾਇਆ। ਪਰ ਉੱਥੇ ਇੰਨੀ ਮੁਸ਼ਕਿਲ ਨਹੀਂ ਹੁੰਦੀ, ਕਿਉਂਕਿ ਉੱਥੇ ਜਗ੍ਹਾ, ਇੱਕ ਤਾਂ ਛੋਟੇ ਸ਼ਹਿਰ ਦੇ ਵਿੱਚ ਜਗ੍ਹਾ ਵੀ ਤੁਹਾਨੂੰ ਛੇਤੀ ਮਿਲ ਜਾਂਦੀ, ਨਾਲ ਸਾਡੀ ਆਪਣੀ ਲੇਬਰ ਕਾਊਂਸਲ ਸੀਗੀ। ਸੋ ਅਸੀਂ ਉਹਨਾਂ ਨੂੰ, ਕਾਊਂਸਲਰਾਂ ਨੂੰ ਵੀ ਕਹਿ ਕੇ ਆਪਾਂ ਇਹ ਕਰਨਾ, ਇਹਨੂੰ ਤਰਜੀਹ ਦੇਣੀ ਆ। ਪਰ ਜਿਹੜਾ ਵੈਸਟਮਿਨਿਸਟਰ ਹੈ, ਜਿੱਥੇ ਅਸੀਂ ਚਾਹੁੰਦੇ ਹਾਂ ਕਿ ਪਾਰਲੀਮੈਂਟ ਦੇ ਨਜ਼ਦੀਕ ਇਹ ਬੁੱਤ ਬਣੇ, ਉਹ ਵੈਸਟਮਿਨਿਸਟਰ ਜਿਹੜੀ ਕਾਊਂਸਲ ਆ, ਉਹ ਇੱਕ ਹੈਗੀ ਆ ਮੋਨੂਮੈਂਟ ਸੈਚੂਰੇਸ਼ਨ ਜ਼ੋਨ, ਯਾਨੀ ਕਿ ਕੋਈ ਵੀ ਉੱਥੇ ਬੁੱਤ ਸਥਾਪਿਤ ਕਰਨਾ ਪੈਂਦਾ, ਉਹਨੂੰ ਕਹਿੰਦੇ ਨੇ ਵੀ ਇੱਥੇ ਇੱਕ ਬੁੱਤ ਲਈ ਵੀ ਤੁਹਾਨੂੰ ਕਈ ਸਾਲ ਪਹਿਲਾਂ ਇਹਦਾ ਕਾਗਜ਼ੀ ਕਾਰਵਾਈ ਜਿਹੜੀ ਪੇਚੀਦਗੀ ਆ ਉਹ ਕਾਫੀ ਆ। ਸੋ ਅਸੀਂ ਜਿਹੜੇ ਉੱਥੇ ਕਾਊਂਸਲ ਦੇ ਨਾਲ, ਸਰਕਾਰ ਦੇ ਨਾਲ ਰਾਬਤਾ ਬਣਾਈ ਰੱਖਿਆ ਆ, ਅਤੇ ਅਲੱਗ-ਅਲੱਗ ਚੀਜ਼ਾਂ ਦੇ ਵਿੱਚ ਹੁਣ ਸਾਨੂੰ ਇੱਕ ਜਗ੍ਹਾ ਵੀ ਉਹ ਤੈਅ ਕਰਨ ਲਈ ਥੋੜ੍ਹਾ ਮੁਸ਼ਕਿਲ ਆ ਰਹੀ ਸੀ। ਪਰ ਮੈਂ ਤੁਹਾਡੇ ਦਰਸ਼ਕਾਂ ਨਾਲ ਇਹ ਗੱਲ ਸਾਂਝੀ ਕਰਨ ਦੇ ਵਿੱਚ ਮੈਨੂੰ ਬੇਹੱਦ ਖੁਸ਼ੀ ਹੋ ਰਹੀ ਹੈ ਕਿ ਸਾਨੂੰ ਲੰਡਨ ਦੇ ਵਿੱਚ ਬਹੁਤ ਢੁਕਵੀਂ ਜਗ੍ਹਾ ਹੁਣ ਮਿਲ ਗਈ ਆ। ਉਹਦਾ ਮੈਂ ਐਲਾਨ ਹਜੇ ਨਹੀਂ ਕਰ ਸਕਦਾ, ਕਿਉਂਕਿ ਮੈਂ ਚਾਹੁੰਦਾ ਹਾਂ ਕਿ ਜਿਹੜੇ ਸਾਡੇ ਨੈਸ਼ਨਲ ਸਿੱਖ ਵਾਰ ਮੈਮੋਰੀਅਲ ਟਰਸਟ ਦੇ ਚੇਅਰਮੈਨ ਵੀ ਨੇ, ਐਂਡਰੂ ਫੇਨ ਨੇ, ਬੜੀ ਉਹਨਾਂ ਦੀ ਵੀ ਦੇਣ ਆ, ਜਿਹੜੇ ਅਲੱਗ-ਅਲੱਗ ਟਰਸਟੀਜ਼ ਵੀ ਨੇ, ਉਹ ਸਾਰੇ ਰਲ ਮਿਲ ਕੇ ਇਸ 'ਤੇ ਮਿਹਨਤ ਕਰ ਰਹੇ ਨੇ। ਸੋ ਇੱਕ ਢੁਕਵੀਂ ਜਗ੍ਹਾ ਵੀ ਮਿਲ ਗਈ ਆ, ਅਤੇ ਹੁਣ ਸਾਨੂੰ ਇਹ ਆ ਕਿ ਅਸੀਂ ਹੁਣ ਜਿਹੜਾ ਪ੍ਰੀ ਪਲੈਨਿੰਗ ਤਾਂ ਪਲੈਨਿੰਗ ਐਪਲੀਕੇਸ਼ਨ ਉਹਦੇ ਵੱਲ ਨੂੰ ਜਾ ਰਹੇ ਹਾਂ, ਤਾਂ ਕਿ ਅਸੀਂ ਇਹ ਨਹੀਂ ਚਾਹੁੰਦੇ ਵੀ ਕਿਸੇ ਵੀ ਤਰ੍ਹਾਂ ਦਾ ਸਾਨੂੰ ਰੁਕਾਵਟ ਬਾਅਦ 'ਚੋਂ ਆਵੇ। ਅਸੀਂ ਸਾਰਿਆਂ ਨਾਲ ਰਲ ਮਿਲ ਕੇ ਇਹ ਮੁਕਾਮ 'ਤੇ ਪਹੁੰਚਣਾ ਆ। ਪਰ ਜਿਹੜੇ ਉਹ 15 ਦਾਨੀ ਵੀਰ ਵੀ ਸੀ, ਉਹ ਪਰਿਵਾਰ ਸੀ ਜਿਨ੍ਹਾਂ ਨੇ ਇਸ ਨਾਚੀਜ਼ ਦੀ ਜਿਹੜੀ ਉਹ ਗੁਜ਼ਾਰਿਸ਼ ਉਹਨਾਂ ਨੇ ਉਹਨੂੰ ਪ੍ਰਵਾਨ ਕੀਤਾ, ਅਤੇ ਆਪਣੇ 25,000 ਪਾਉਂਡ
ਦਾ ਐਲਾਨ ਕੀਤਾ ਸੀ, ਉਹਨਾਂ ਨੇ ਵੀ ਆਪਣੇ 25,000 ਚੋਂ ਹੁਣ 2,500 ਪਾਉਂਡ ਸਾਨੂੰ ਦੇ ਦਿੱਤਾ ਆ, ਜਿਹੜਾ ਟਰਸਟ ਦੀ ਚੈਰਿਟੀ ਬਣੀ ਆ। ਉਹਦੇ ਜ਼ਰੀਏ ਹੁਣ ਅਸੀਂ ਜੋ ਪਲੈਨਿੰਗ ਐਪਲੀਕੇਸ਼ਨ ਵੱਲ ਨੂੰ ਹੁਣ ਤੇਜ਼ੀ ਦੇ ਨਾਲ ਹੁਣ ਚੱਲ ਰਹੇ ਹਾਂ, ਅਤੇ ਜਦੋਂ ਅਸੀਂ ਕਿਸੇ ਨੂੰ ਬਾਅਦ ਚੋਂ ਇਹ ਬਕਾਇਦਾ ਟੈਂਡਰਿੰਗ ਪ੍ਰੋਸੈਸ ਹੋਊਗਾ ਅਤੇ ਉਹਦੇ ਵਿੱਚ ਫਿਰ ਅਸੀਂ ਉਹਨਾਂ ਤੱਕ ਤਾਂ ਬਾਕੀ ਲੋਕਾਂ ਤੱਕ ਪਹੁੰਚ ਕਰੂੰਗੇ ਕਿ ਆਪਾਂ ਜਿੰਨਾ ਵੀ ਉਹਦਾ ਬਣਦਾ ਹੋਇਆ ਰਕਮ ਵੀ ਆਪਾਂ ਭਾਈਚਾਰੇ 'ਚੋਂ ਇਕੱਠੇ ਕਰਕੇ ਤਾਂ ਉਹ ਉਸ ਟੀਚੇ 'ਤੇ ਆਪਾਂ ਜ਼ਰੂਰ ਪਹੁੰਚਣਾ। ਤਾਂ ਮੈਂ ਤੁਹਾਡੇ ਦਰਸ਼ਕਾਂ ਨਾਲ ਇਹ ਵੀ ਸਾਂਝਾ ਕਰਨਾ ਚਾਹੁੰਦਾ ਕਿ ਸਾਨੂੰ ਬੇਹੱਦ ਸਾਥ ਮਿਲ ਰਿਹਾ ਸਰਕਾਰ ਦਾ, ਅਤੇ ਮੇਅਰ ਆਫ ਲੰਡਨ ਜਿਹੜੇ ਸਦੀਕ ਖਾਨ ਵੀ ਨੇ ਉਹਨਾਂ ਦਾ ਵੀ ਸ਼ੁਰੂ ਤੋਂ ਸਾਥ ਮਿਲ ਰਿਹਾ, ਅਤੇ ਅਸੀਂ ਰਲ ਮਿਲ ਕੇ ਜਿਹੜੀਆਂ ਸਿੱਖ ਸੰਸਥਾਵਾਂ ਨਾਲ, ਉਹਨਾਂ ਦਾਨੀ ਵਿਅਕਤੀਆਂ ਦੇ ਨਾਲ ਅਤੇ ਤੁਹਾਡੇ ਸਾਰੇ ਪਿਆਰ ਅਤੇ ਆਸ਼ੀਰਵਾਦ ਨਾਲ ਉਹ ਆਪਾਂ ਮੁਕਾਮ 'ਤੇ ਆਪਾਂ ਜ਼ਰੂਰ ਪਹੁੰਚਣਾ, ਕਿਉਂਕਿ ਇਹ ਪਹਿਲਾ ਜਿਹੜਾ ਸਮਾਰਕ ਇੱਕ ਸਰਦਾਰ ਫੌਜੀਆਂ ਦਾ ਬੁੱਤ ਬਣੂਗਾ ਜਿਹੜਾ ਇੰਡੀਆ ਤੋਂ ਬਾਹਰ ਕਿਸੇ ਹੋਰ ਰਾਜਧਾਨੀ ਦੇ ਵਿੱਚ ਨਹੀਂ, ਐਨ ਗੜ੍ਹ 'ਚ। ਮੈਨੂੰ ਬਹੁਤ ਖੁਸ਼ੀ ਹੋਈ ਜਦੋਂ ਮੈਂ ਅਕਾਲ ਚੈਨਲ 'ਤੇ ਵੀ ਦੇਖਿਆ ਤਾਂ ਹੋਰ ਆਪਣੇ ਮੀਡੀਆ ਦੇ ਰਾਹੀਂ ਮੈਨੂੰ ਪਤਾ ਲੱਗਾ ਕਿ ਆਪਣੇ ਸਰਦਾਰ ਫੌਜੀਆਂ ਦਾ ਬੁੱਤ ਅਲੱਗ-ਅਲੱਗ ਜਗ੍ਹਾ 'ਤੇ ਮਿਲ ਰਿਹਾ। ਜਿਵੇਂ ਆਪਾਂ ਉੱਧਰ ਵੁਲਵਰਹੈਂਪਟਨ 'ਚ ਦੇਖਿਆ ਸਾਰਾਗੜੀ ਦਿਵਸ 'ਤੇ ਉੱਥੇ ਹੋਇਆ, ਇੱਕ ਜਿਵੇਂ ਗ੍ਰੇਵਜ਼ੈਂਡਸ ਤਾਂ ਪਹਿਲਾਂ ਹੀ ਸੀਗਾ, ਇੱਕ ਆਪਣੇ ਉੱਧਰ ਹਡਰਸਫੀਲਡ, ਸਾਊਥਹੈਂਪਟਨ ਵੀ ਇਹ ਬੀੜਾ ਚੁੱਕਿਆ। ਮੈਂ ਤਾਂ ਸਾਰਿਆਂ ਨੂੰ ਕਹੂੰਗਾ ਵੀ ਸ਼ਾਬਾਸ਼ ਆ, ਹੋਰ ਵੀ ਆਪਾਂ ਇਹੋ ਜਿਹੇ ਜਿਹੜੇ ਇਹ ਇੱਕ ਕਿਸਮ ਦਾ ਇਤਿਹਾਸ ਦਾ ਇਹ ਸਬਕ ਆਪਾਂ ਨਾ ਸਿਰਫ ਆਪਣੇ ਬੱਚਿਆਂ ਨੂੰ, ਤਾਂ ਕਿ ਉਹਨਾਂ ਨੂੰ ਵੀ ਮਾਣ ਹੋਵੇ, ਫਖਰ ਹੋਵੇ ਕਿ ਇਹ ਸਰਦਾਰੀ ਦਾ ਇਹ ਬੜੀ ਇਹ ਖੂਨ ਦੇ ਨਾਲ ਜਿਹੜੇ ਨੀਹਾਂ ਬੁਲੰਦ ਕੀਤੀਆਂ ਗਈਆਂ ਨੇ ਜੋ ਸਾਡੇ ਜਿਹੜੇ ਬਜ਼ੁਰਗਾਂ ਨੇ, ਸੋ ਉਹਨਾਂ ਦੀ ਬਹੁਤ ਵੱਡੀ ਦੇਣ ਆ ਇਸ ਦੇਸ਼ ਦੀ ਆਜ਼ਾਦੀ ਦੇ ਲਈ। ਸੋ ਇੱਕ ਤਾਂ ਉਹਨਾਂ ਨੂੰ ਉਹ ਇਤਿਹਾਸ ਦਾ ਜਿਹੜਾ ਸਬਕ ਮਿਲਦਾ, ਇਸ ਦੇ ਨਾਲ ਜਿਹੜੇ ਇੱਥੇ ਬਹੁਤ ਗਿਣਤੀ ਲੋਕ ਨੇ, ਜਿਹੜਾ ਮੈਜੋਰਿਟੀ ਵੀ ਨੇ, ਬਾਕੀ ਲੋਕਾਂ ਨੂੰ ਵੀ ਪੰਜਾਬੀਆਂ ਦਾ ਜਾਂ ਸਿੱਖਾਂ ਦਾ ਪਤਾ ਲੱਗਦਾ ਵੀ ਇਹ ਵਾਕਈ ਉਹ ਸੂਰਵੀਰਾਂ ਦੀ ਜਿਹੜੀ ਕੌਮ ਆ ਜਿਨ੍ਹਾਂ ਨੇ ਸਾਡੇ ਦੇਸ਼ ਦੀ ਆਜ਼ਾਦੀ ਲਈ ਇੰਨੇ ਵੱਡੀਆਂ ਕੁਰਬਾਨੀਆਂ ਕੀਤੀਆਂ ਨੇ। ਬਿਲਕੁਲ। ਬਾਕੀ ਮੈਂ ਤੁਹਾਨੂੰ ਹੌਲੀ ਜਿਹੀ ਦੱਸ ਦੇਵਾਂ, ਤੁਹਾਨੂੰ ਤੈਸੀ ਨੇ ਥੋੜ੍ਹੀ ਜਿਹੀ ਸਿਕਰਟ ਰੱਖ ਲਈ ਕਿ ਇਹਦੀ ਜਗ੍ਹਾ ਦੱਸਾਂਗੇ ਲੰਡਨ ਦੇ ਵਿੱਚ। ਕੋਸ਼ਿਸ਼ ਕਰਾਂਗੇ ਕਿ ਸਭ ਤੋਂ ਪਹਿਲਾਂ ਅਕਾਲ ਚੈਨਲ 'ਤੇ ਅਸੀਂ ਲਾਂਚਮੈਂਟ ਕਰਾਵਾਂਗੇ। ਹਮੇਸ਼ਾ ਜੁੜੇ ਨੇ ਸਾਡੇ ਨਾਲ, ਹਮੇਸ਼ਾ ਇੱਜ਼ਤ ਕਰਦੇ, ਅਸੀਂ ਵੀ ਰਿਸਪੈਕਟ ਕਰਦੇ ਹਾਂ ਕਿਉਂਕਿ ਸਾਨੂੰ ਰਿਪਰੈਜ਼ੈਂਟ ਕਰਦੇ ਨੇ। ਅਕਾਲ ਚੈਨਲ ਨੂੰ ਹਮੇਸ਼ਾ ਦੇਖਦੇ ਰਹੋ, ਜਿੱਦਾਂ ਵੀ ਨਿਊਜ਼ ਹੁੰਦੀ ਹੈ। ਦੇਖੋ ਜੋ ਅੱਜ ਸਬਜੈਕਟ ਕੀਤਾ ਬੜਾ ਅੱਛਾ, ਆਮ ਡਿਸਕਸ਼ਨ ਨਹੀਂ ਹੁੰਦੀਆਂ ਜੋ ਸ਼ੋਅ 'ਚ ਅਸੀਂ ਡਿਸਕਸ ਕੀਤਾ। ਤੁਹਾਨੂੰ ਤੇ ਮੈਂ ਥੋੜ੍ਹਾ ਬਹੁਤ ਫਾਇਦਾ, ਬੜਾ ਟਾਈਮ, ਬੜੀ 5 ਮਿੰਟ ਰਹਿ ਗਏ ਨੇ। ਜਿਹਨੂੰ ਆਪਣੇ ਸਿੱਖਾਂ ਦਾ ਮੁੱਦਾ ਕਰ ਰਹੇ ਹਨ ਥੋੜ੍ਹਾ ਜਿਹਾ, ਜਿਹੜੇ ਆਪਣੇ 3 ਸਿੱਖ ਹੈਗੇ ਨੇ ਐਕਸੀਡੈਂਟ ਕਰ ਰਹੇ ਇੰਡੀਆ ਨੂੰ, ਦੇ ਬ੍ਰਿਟਿਸ਼ ਸਬਜੈਕਟ ਜੀ, ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਬਿਕੋਜ਼ ਇਹ ਵੀ ਬੜਾ ਸੈਂਸਿਟਿਵ ਸਬਜੈਕਟ ਹੈਗਾ, ਔਰ ਯੂ ਆਰ ਓਨਲੀ ਵਨ ਕਿ ਤੁਸੀਂ ਇਹਦੇ 'ਤੇ ਕੁਝ ਨਾ ਕੋਈ ਲਾਈਟ ਕਰ ਸਕਦੇ ਹੋ ਕਿ ਕਿੱਦਾਂ ਹੋ ਸਕਦਾ। ਜੀ ਦੇਖੋ, ਜਿਹੜੇ 3 ਸਿੱਖ ਐਕਟਿਵਿਸਟ ਨੇ ਜਿਹੜੇ ਮਨੁੱਖੀ ਅਧਿਕਾਰਾਂ ਲਈ ਜਿਹੜਾ ਉਹ ਕਾਰਵਾਈ, ਮੈਨੂੰ ਪਤਾ ਉਹਨਾਂ ਦੇ ਇਤਿਹਾਸ ਦੇ ਬਾਰੇ ਵੀ ਮੈਨੂੰ ਕਈ ਹਲਕਾ ਜਿਹੜੇ ਸਲੋਹ ਦੇ ਨਗਰ ਨਿਵਾਸੀਆਂ ਨੇ ਵੀ ਮੇਰੇ ਤੱਕ ਪਹੁੰਚ ਕੀਤੀ ਸੀ, ਕੁਝ ਮੰਗ ਪੱਤਰ ਵੀ ਈਮੇਲ ਦੇ ਰਾਹੀਂ ਭੇਜੇ ਗਏ ਨੇ। ਇਹ ਦੇਖੋ, ਇਹ ਜਿਹੜਾ ਹੈਗਾ ਵੀ ਸਰਕਾਰ ਵੱਲੋਂ ਜੋ ਪ੍ਰੀਤੀ ਪਟੇਲ ਇਸ ਸਮੇਂ ਜਿਹੜੇ ਗ੍ਰਹਿ ਮੰਤਰੀ ਨੇ, ਸਰਕਾਰ ਵੱਲੋਂ ਇਹ ਸੀਗਾ ਵੀ ਉਹ ਇੰਡੀਆ ਦੇ ਨਾਲ ਜਿਹੜੀ ਐਕਸਟ੍ਰੈਡੀਸ਼ਨ ਟਰੀਟੀ ਆ ਵੀ ਉਹ ਚਾਹੁੰਦੇ ਨੇ ਕਿ ਇਹਨਾਂ ਨੂੰ ਉੱਥੇ ਇੰਡੀਆ ਭੇਜਿਆ ਜਾਵੇ ਤਾਂ ਕਿ ਇਹਨਾਂ 'ਤੇ ਕੇਸ ਮੁਕੱਦਮਾ ਉੱਥੇ ਕੀਤਾ ਜਾਵੇ। ਪਰ ਜਿਹੜੇ ਉਹ 3 ਜਿਹੜੇ ਆਪਣੇ ਮਿਡਲੈਂਡਸ ਇਲਾਕੇ ਤੋਂ ਨੇ, ਉਹਨਾਂ ਦੇ ਜਿਹੜੇ ਵਕੀਲਾਂ ਨੇ, ਉਹਨਾਂ ਨੇ ਇੱਥੇ ਕੇਸ ਦਰਜ ਕੀਤਾ ਹੋਇਆ। ਮੈਨੂੰ ਪਤਾ ਹੈ ਕਿ ਇਸ ਹਫ਼ਤੇ ਉਸ ਕੇਸ 'ਤੇ ਸੁਣਵਾਈ ਵੀ ਕੀਤੀ ਜਾਵੇਗੀ। ਸੋ ਇਹ ਜਿਹੜੇ ਜਦੋਂ ਕੋਰਟ ਕਚਹਿਰੀ ਦਾ ਜਿਹੜਾ ਮਸਲਾ ਹੁੰਦਾ ਆ, ਉਹ 'ਤੇ MPs ਦਾ ਕੋਈ ਜ਼ੋਰ ਜ਼ਬਰਦਸਤੀ ਜਾਂ ਕੋਈ ਉਹਨਾਂ 'ਤੇ ਦਬਾਓ ਅਸੀਂ ਨਹੀਂ ਪਾ ਸਕਦੇ, ਬਿਲਕੁਲ ਨਹੀਂ। ਸੋ ਉਹ ਅਸੀਂ ਦੇਖ ਰਹੇ ਹਾਂ ਕਿ ਹੁਣ ਇਹ ਕੋਰਟ ਤੋਂ ਜਿਹੜਾ ਫੈਸਲਾ ਕਚਹਿਰੀ 'ਚੋਂ ਕੀ ਆਊਗਾ, ਉਸ ਦੇ ਬਿਨਾਂ 'ਤੇ ਹੀ ਫਿਰ ਅਗਲੀ ਕਾਰਵਾਈ ਕੀਤੀ ਜਾਊਗੀ। ਪਰ ਜੋ ਮੇਰਾ ਫਰਜ਼ ਆ ਕਿ ਉਹ ਜਿਹੜੇ ਸਾਡੇ ਹਲਕਾ ਨਿਵਾਸੀਆਂ ਦੀ ਜਿਹੜੀ ਆਵਾਜ਼ ਆ ਉਹ ਮੈਂ ਸਰਕਾਰ ਤੱਕ ਜ਼ਰੂਰ ਪਹੁੰਚਾਊਂਗਾ ਕਿ ਦੇਖੋ ਇਹ ਜਿਹੜੀ ਸਟਰੈਂਥ ਆਫ ਫੀਲਿੰਗ ਜਿਹੜੇ ਲੋਕਾਂ ਦੇ ਵਿੱਚ ਜਿਹੜਾ ਜਜ਼ਬਾ ਆ ਇਸ ਪ੍ਰਤੀ, ਇੰਨੇ ਲੋਕਾਂ ਨੇ ਮੈਨੂੰ ਲਿਖਿਆ ਆ, ਤਾਂ ਇਹਦੇ ਬਾਰੇ ਤੁਸੀਂ ਮੈਨੂੰ ਦੱਸੋ ਵੀ ਤੁਸੀਂ ਕੀ ਕਰ ਰਹੇ ਹੋ। ਪਰ ਹਾਲਾਂਕਿ ਮੈਨੂੰ ਸਰਕਾਰ ਦਾ ਜਿਹੜਾ ਕੰਜ਼ਰਵੇਟਿਵ ਸਰਕਾਰ ਦਾ ਤਾਂ ਮੈਨੂੰ ਪਤਾ ਹੀ ਆ ਵੀ ਉਹ ਚਾਹੁੰਦੇ ਨੇ ਕਿ ਉਹਨਾਂ ਨੂੰ ਇੱਥੋਂ ਐਕਸਟ੍ਰਾਡਾਈਟਡ ਕੀ ਭੇਜਿਆ ਜਾਵੇ ਉੱਧਰ ਵਾਪਸ ਇੰਡੀਆ ਨੂੰ। 3 ਮਿੰਟ ਰਹਿੰਦੇ ਨੇ, ਮੈਂ ਤੁਹਾਨੂੰ ਨਾ 2 ਮਿੰਟ ਦੇਵਾਂਗਾ ਪਲੀਜ਼, ਕਿਉਂਕਿ ਮੈਨੂੰ ਥੋੜ੍ਹਾ ਫਿਰ ਆਪਣਾ ਸ਼ੋਅ ਵੀ ਬੰਦ ਕਰਨਾ ਹੁੰਦਾ। ਸਮ ਅਪ ਕਰਾਂਗੇ। ਬੜੇ ਇੰਪੋਰਟੈਂਟ ਬੜੇ ਮੁੱਦੇ ਅਸੀਂ ਡਿਸਕਸ ਕੀਤੇ ਨੇ, ਪ੍ਰੋਪਰ ਫਾਇਦਾ ਉਠਾਇਆ, ਲੇਕਿਨ ਮੈਂ ਵਿਸ਼ ਕਰਦਾ 1 ਘੰਟਾ ਹੋਰ ਹੁੰਦਾ ਬਿਕੋਜ਼ ਚੰਗੀ ਤਰ੍ਹਾਂ ਹਰ ਗੱਲਾਂ ਦਾ ਨਿਚੋੜ ਕੱਢਣ ਦੀ ਕੋਸ਼ਿਸ਼ ਕੀਤੀ, ਲੇਕਿਨ ਜਲਦੀ ਕੀਤਾ। ਬਾਕੀ ਮੈਂ ਮਾਫੀ ਚਾਹਾਂਗਾ, ਬੜੇ ਕਾਲ ਵੇਟ ਕਰ ਰਹੇ ਨੇ, ਅਸੀਂ ਨਹੀਂ ਲੈ ਪਾਵਾਂਗੇ ਟਾਈਮ ਕਰਕੇ, ਇਜਾਜ਼ਤ ਨਹੀਂ ਮਿਲਦੀ ਸਾਨੂੰ ਲੈਣ ਦੀ।
ਫਿਰ ਕਦੀ ਪ੍ਰੋਗਰਾਮ ਰੱਖਾਂਗੇ ਜ਼ਰੂਰ ਪਲੀਜ਼ ਡੂ ਕਿ ਹਮੇਸ਼ਾ ਕਾਲ ਕਰਕੇ ਆਪਣੀ ਫੀਡਬੈਕ ਦਿਆ ਕਰੋ। ਤੁਹਾਨੂੰ ਤਾਂ ਜਿਹੜੇ ਅਫਗਾਨੀ ਸਿੱਖ ਹੁਣ ਤੁਹਾਨੂੰ ਪਤਾ ਉੱਥੇ ਕੀ ਹਾਲਤ ਹੋਏ, ਆਪਣੇ ਅਫਗਾਨੀ ਜਿਹੜੀ ਕਮਿਊਨਿਟੀ ਨੂੰ ਬਾਹਰ ਲੈ ਕੇ ਆਏ ਨੇ, ਟਾਈਮ ਲਿਮਿਟ ਸੀਗਾ ਉਹਦੇ 'ਚ। ਹੁਣ ਆਪਣੇ ਸਿੱਖਾਂ ਬਾਰੇ ਕੁਝ ਖਾਸ ਬਹੁਤੀ ਨਿਊਜ਼ ਨਿਕਲੀ ਨਹੀਂ, ਕਿ ਕਈ ਨਿਕਲ ਗਏ ਨੇ, ਕਈ ਜੋ ਰਹਿ ਵੀ ਗਏ ਨੇ, ਹੁਣ ਕੀ ਹੋ ਰਿਹਾ ਇਹਨਾਂ ਬਾਰੇ? ਦੇਖੋ ਤੁਸੀਂ ਪਹਿਲਾਂ ਸਰਪਾਲ ਸਿੰਘ ਜੀ ਜ਼ਿਕਰ ਕੀਤਾ ਸੀਗਾ ਵੀ ਉੱਥੇ ਪਾਰਲੀਮੈਂਟ ਦੇ ਵਿੱਚ ਤੁਹਾਡਾ ਇਹ ਸ਼ੇਰ ਗਰਜੂਗਾ। ਮੈਂ ਉੱਥੇ 4-5 ਮਿੰਟ ਲਾ ਕੇ ਤੈਅ ਲਾਤੀ ਸਰਕਾਰ ਦੀ। ਬਿਲਕੁਲ ਬਿਲਕੁਲ। ਆ ਤੁਹਾਡੀ ਜਿਹੜੀਆਂ ਮਾੜੀਆਂ ਨੀਤੀਆਂ ਸਦਕਾ ਕਿ ਜਿਸ ਤਰੀਕੇ ਨਾਲ ਇਹ ਜਲਦਬਾਜ਼ੀ ਨਾਲ ਤੁਸੀਂ ਉਸ ਦੇਸ਼ ਤੋਂ ਨਿਕਲੇ ਆਓ, ਉੱਥੇ ਔਰਤਾਂ ਦੇ ਜਿਹੜੇ ਅਧਿਕਾਰ ਨੇ, ਜਿਹੜੇ ਪੜ੍ਹਾਈ ਲਿਖਾਈ ਦੇ ਅਧਿਕਾਰ ਨੇ, ਉਹਨਾਂ ਨੂੰ ਕੁਚਲਿਆ ਗਿਆ। ਉਹਦੇ ਨਾਲ ਨਾਲ ਜਿਹੜੇ ਘੱਟ ਗਿਣਤੀਆਂ ਨੇ, ਜਿਹੜੇ ਸਿੱਖ ਤਾਂ ਹਿੰਦੂ ਨੇ, ਈਸਾਈ ਨੇ, ਹੋਰ ਘੱਟ ਗਿਣਤੀਆਂ 'ਤੇ ਕੀ ਮਾੜਾ ਅਸਰ ਪਿਆ ਹੈ ਤੁਹਾਡੀ ਜਿਹੜੀ ਨੀਤੀ ਦਾ, ਕਿ ਇਹ ਨਹੀਂ ਕਰਨਾ ਚਾਹੀਦਾ। ਮੈਂ ਉੱਥੇ ਜ਼ਿਕਰ ਕੀਤਾ ਉਚੇਚ ਜਿੱਥੇ ਤੁਸੀਂ ਸਿੱਖ ਭਾਈਚਾਰੇ ਦੀ ਗੱਲ ਕਰਦੇ ਹਾਂ, ਮੈਂ ਉੱਥੇ ਇਹ ਗੱਲ ਆਖੀ ਕਿ ਦੇਖੋ ਪਹਿਲਾਂ 1970 ਦੇ ਦਹਾਕੇ ਦੇ ਵਿੱਚ 5 ਲੱਖ ਸਿੱਖ ਉੱਥੇ ਸੀਗੇ ਅਫਗਾਨਿਸਤਾਨ ਦੇ ਵਿੱਚ, ਤਾਂ ਹੁਣ ਉਹਨਾਂ ਦੀ ਗਿਣਤੀ ਤਕਰੀਬਨ 700 ਤੱਕ ਵੱਧ ਤੋਂ ਵੱਧ ਸੀਮਤ ਰਹਿ ਗਈ ਹੈ, ਜਿਹੜੇ ਅੰਕੜੇ ਜਿਹੜੇ ਸਾਨੂੰ ਮਿਲੇ ਨੇ। ਇਹ ਕਿੰਨੀ ਤਰਾਸਦੀ ਆ। ਮੈਂ ਕਿਹਾ ਚਾਹੇ ਪਹਿਲਾਂ ਉਹ ਜਿਹੜੇ ਮੁਜਾਹਿਦੀਨ ਸੀਗੇ, ਜਿਹੜਾ ਕੱਟੜਤਾ ਦੇ ਨਾਲ ਉਹਨਾਂ ਨੇ ਘੱਟ ਗਿਣਤੀਆਂ ਦੇ ਨਾਲ ਜਿਹੜਾ ਬਦਸਲੂਕੀ ਕੀਤੀ, ਤਾਂ ਜਿਹੜੇ ਤਾਲਿਬਾਨ ਵੀ ਸੀ ਜਦੋਂ ਉਹਨਾਂ ਦੇ ਪਿਛਲੇ ਜੋ ਹਕੂਮਤ ਦੇ ਦੌਰਾਨ ਵੀ ਉੱਥੇ ਜਿਹੜੇ ਸਿੱਖ ਜਾਂ ਹਿੰਦੂ ਸੀ ਉਹਨਾਂ ਨੂੰ ਪੀਲੇ ਨਿਸ਼ਾਨ ਦੇ ਆਪਣੇ ਇੱਥੇ ਬਾਂਹ 'ਤੇ ਇੱਥੇ ਉਹ ਨਿਸ਼ਾਨੀ ਸੀਗੀ, ਤਾਂ ਕਿ ਉਹ ਇੱਕ ਕਿਸਮ ਦਾ ਇਹ ਤਾਂ ਇਹਦਾ ਜਿਹੜੀ ਫੈਸ਼ਿਸਟ ਕੋਈ ਰਜੀਮ ਹੁੰਦੀ ਆ, ਜਿਹੜਾ ਕੱਟੜਪੰਥੀ ਵੀ ਉੱਦਾਂ ਉਹਨਾਂ ਨੇ ਕੀਤਾ। ਅਤੇ ਜਿਹੜੇ ਉਹਨਾਂ ਦੇ ਘਰ ਵੀ ਸੀਗੇ, ਇਹ ਵੀ ਮੈਂ ਪਾਰਲੀਮੈਂਟ ਦੇ ਵਿੱਚ ਗੱਲ ਆਖੀ ਕਿ ਮੈਂ ਕਿਹਾ ਜਿਹੜਾ ਲੋਕਾਂ ਨੂੰ ਹੁਣ ਤੁਸੀਂ ਇੱਕ ਕਿਸਮ ਦਾ ਅਬੈਂਡਨ ਕਰ ਗਏ ਆ, ਉਹਨਾਂ ਦੇ ਘਰਾਂ ਦੇ ਬਾਹਰ ਉਹਨਾਂ ਨੂੰ ਪਿਛਲੀ ਦਫਾ ਤਾਲਿਬਾਨ ਨੇ ਉੱਥੇ ਪੀਲੇ ਉੱਥੇ ਝੰਡੇ ਲਾਉਣੇ ਪਏ ਸੀਗੇ। ਇਹਦੇ ਨਾਲ ਜਦੋਂ ਮਰਜ਼ੀ ਕੋਈ ਵੀ ਉਹਨਾਂ 'ਤੇ ਹੱਲਾ ਬੋਲ ਸਕਦਾ ਸੀਗਾ। ਤਾਂ ਇਹ ਜਿਹੜਾ ਆਪਾਂ ਜਦੋਂ ਸਾਰਾ ਭਾਈਚਾਰਾ ਜਿਹੜਾ ਇਕੱਠਾ ਹੁੰਦਾ ਆ, ਉਹਦੇ ਲਈ ਬਹੁਤ ਹੀ ਮਾੜੀ ਗੱਲ ਹੁੰਦੀ ਆ। ਬਾਕੀ ਦੇਖੋ ਜਿੱਥੇ ਤੱਕ ਅਫਗਾਨੀ ਸਿੱਖਾਂ ਦੇ ਵੱਲੋਂ ਵੀ ਮੇਰੇ ਤੱਕ ਇਹ ਗੱਲ ਪਹੁੰਚੀ ਸੀ, ਤਾਂ ਹਲਕਾ ਨਿਵਾਸੀਆਂ ਵੱਲੋਂ ਵੀ ਉਹ ਮੈਂ ਇਹਨਾਂ ਨੂੰ ਪਿਛਲੇ ਕਈ ਮਹੀਨਿਆਂ ਤੋਂ ਉਸ ਗੱਲ 'ਤੇ ਮੈਂ ਸਰਕਾਰ ਨੂੰ ਆੜੇ ਹੱਥ ਲੈ ਰਿਹਾ। ਹੁਣ ਵੀ ਮੈਂ ਉਹਨਾਂ ਨੂੰ ਇਹ ਕਿਹਾ ਵੀ ਸਾਡਾ ਸਾਰਿਆਂ ਦਾ ਫਰਜ਼ ਬਣਦਾ ਕਿ ਉਹਨਾਂ ਦੀ ਸੁਰੱਖਿਆ ਅਤੇ ਉਹਨਾਂ ਨੂੰ ਅਲੱਗ-ਅਲੱਗ ਸੁਰੱਖਿਅਤ ਜਗ੍ਹਾ 'ਤੇ ਅਸਾਈਲਮ ਦੇਣਾ ਇਹ ਬੇਹੱਦ ਜ਼ਰੂਰੀ ਆ। ਭਾਜੀ ਥੈਂਕ ਯੂ ਸੋ ਮਚ। ਮੈਂ ਜਿੱਦਾਂ ਫਾਇਦਾ ਚਾਹਣਾ ਚਾਹੁੰਦਾ ਸੀ ਵੀ ਨਹੀਂ ਹੋਇਆ, ਲਾਲਚ ਆ ਗਈ ਥੋੜ੍ਹੀ ਬਹੁਤੀ, ਫਿਰ ਵੀ ਮੌਕਾ ਰੱਖਾਂਗੇ, ਜ਼ਰੂਰ ਲੈ ਕੇ ਆਵਾਂਗੇ। ਭਾਜੀ ਬਹੁਤ ਤੁਹਾਡਾ ਸ਼ੁਕਰਾਨਾ ਕਰਦੇ ਹਾਂ, ਬੜਾ ਇੰਪੋਰਟੈਂਟ ਇਹ ਜੋ ਜਵਾਬ ਸੀਗੇ ਤੁਸੀਂ ਦੇ ਸਕਦੇ ਸੀਗੇ, ਯੂ ਆਰ ਦਾ ਰਾਈਟ ਪਰਸਨ। ਕਿਉਂਕਿ ਜਿੱਦਾਂ ਮੈਂ ਦੱਸ ਕੇ ਹਟਿਆ, ਕਾਰ ਲਈ ਮਕੈਨਿਕ ਹੁੰਦਾ, ਮਕਾਨਾਂ ਲਈ ਬਿਲਡਰ ਹੁੰਦੇ ਨੇ, ਪੋਲੀਟਿਕਸ ਦੇ ਕਹਿੰਦੇ ਨੋ ਰਾਈਟ ਬੰਦਾ ਦੈਨ ਯੂ। ਆਖਰ ਦੇ ਵਿੱਚ ਤੁਹਾਡਾ ਸ਼ੁਕਰਾਨਾ ਕਰਕੇ ਉਮੀਦ ਰੱਖਦਾ ਤੁਸੀਂ ਫੇਰ ਆਓਗੇ। ਆਪਾਂ ਫਤਿਹ ਬੁਲਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।